ਸਭ ਤੋਂ ਪਹਿਲਾਂ ਆਪਾਂ ਗੱਲ ਇਤਿਹਾਸ ਤੋਂ ਸ਼ੁਰੂ ਕਰਦੇ ਹਾਂ। ਜਿਹੜੀ ਮੇਰੀ ਇੰਗੇਜਮੈਂਟ ਸਾਹਿਤ ਅਤੇ ਇਤਿਹਾਸ ਅਤੇ ਸਾਹਿਤ ਦੇ ਇਤਿਹਾਸ ਨਾਲ ਹੈ, ਜਿਵੇਂ ਤੁਸੀਂ ਦੱਸਿਆ ਕਿ ਮੇਰਾ ਜਿਹੜਾ PhD ਦਾ ਆਪਣਾ ਖੋਜ ਕਾਰਜ ਹੈ, ਉਸ ਦਾ ਟਾਈਟਲ ਤਾਂ ਭਾਵੇਂ ਇਹ ਹੈ ਕਿ ਪੰਜਾਬੀ ਵਿੱਚ ਸੰਕਟ ਨਾਲ ਸੰਬੰਧਿਤ ਨਾਵਲ, ਰੂਪ ਅਤੇ ਪ੍ਰਕਾਰਜ, ਪਰ ਬੁਨਿਆਦੀ ਤੌਰ 'ਤੇ ਉਹ ਇਤਿਹਾਸਕ ਕਾਵਿ ਸ਼ਾਸਤਰ ਦਾ ਕੰਮ ਸੀ। ਹਿਸਟੋਰੀਕਲ ਪੋਇਟਿਕਸ ਅਸੀਂ ਉਸ ਨੂੰ ਕਹਿ ਸਕਦੇ ਹਾਂ, ਕਿਉਂਕਿ ਮੇਰਾ ਕੰਮ ਰੂਪ ਦੇ ਉੱਪਰ ਸੀ, ਪਰ ਮੈਂ ਰੂਪ ਨੂੰ ਇਤਿਹਾਸ ਦੇ ਪ੍ਰਸੰਗ ਦੇ ਵਿੱਚ ਬਦਲਦੇ ਹੋਏ ਪੜ੍ਹਨਾ ਸੀਗਾ ਜਾਂ ਰੂਪ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਸੀ। ਨਾਵਲ ਦੇ ਰੂਪ ਨੂੰ ਇਤਿਹਾਸ ਦੇ ਸਮਵਿੱਥ ਰੱਖ ਕੇ ਜੋ ਜੋ ਤਬਦੀਲੀਆਂ ਰੂਪ ਦੇ ਵਿੱਚ ਹੋਈਆਂ ਉਹਨਾਂ ਨੂੰ ਸਮਝਣਾ ਸੀ। ਜੋ ਇਤਿਹਾਸ ਵਿੱਚ ਵੱਡੀਆਂ ਘਟਨਾਵਾਂ ਜਿਹਨੂੰ ਅਸੀਂ ਸੰਕਟ ਦੇ ਨਾਲ ਦੇ ਰੂਪ ਦੇ ਵਿੱਚ ਪ੍ਰਭਾਸ਼ਿਤ ਕੀਤਾ ਕਿ ਜਿਹੜਾ ਸੰਕਟ ਹੈ ਉਹ ਕਿਸ ਤਰ੍ਹਾਂ ਨਾਲ ਸਾਹਿਤਕ ਰੂਪਾਂ ਨੂੰ ਪ੍ਰਭਾਵਿਤ ਕਰਦਾ, ਜਿਹਨੂੰ ਅਸੀਂ ਹੁਣ ਵੀ ਆਪਾਂ ਕਹਿ ਸਕਦੇ ਹਾਂ ਇੱਕ ਅਸੀਂ ਇਸ ਸਮੇਂ ਜਿਹੜੀ ਸਥਿਤੀ 'ਚੋਂ ਗੁਜ਼ਰ ਰਹੇ ਹਾਂ ਉਹ ਸੰਕਟ ਦੀ ਸਥਿਤੀ ਵੀ ਹੈ, ਅਤੇ ਉਹ ਸੰਕਟ ਦੇ ਪ੍ਰਤੀ ਇੱਕ ਜਿਹੜਾ ਇੱਕ ਹੁੰਗਾਰਾ ਹੈਗਾ, ਅੰਦੋਲਨਕਾਰੀ ਹੁੰਗਾਰਾ ਹੈ, ਅਸੀਂ ਉਸ ਦੇ ਵਿੱਚੋਂ ਗੁਜ਼ਰ ਰਹੇ ਹਾਂ। ਅਤੇ ਮੈਂ ਅੱਜ ਹੀ ਸੋਚ ਰਿਹਾ ਸੀਗਾ ਕਿ ਸ਼ਾਇਦ ਸਾਹਿਤ ਦੇ ਇਤਿਹਾਸ ਦੇ ਵਿੱਚ ਅੱਗੇ ਜਾ ਕੇ ਇੱਕ ਕਾਲ ਵੰਡ ਇਹ ਵੀ ਹੋਊਗੀ ਕਿ ਕਿਸਾਨੀ ਅੰਦੋਲਨ ਤੋਂ ਪਹਿਲਾਂ ਦਾ ਪੰਜਾਬੀ ਸਾਹਿਤ ਅਤੇ ਕਿਸਾਨੀ ਅੰਦੋਲਨ ਤੋਂ ਬਾਅਦ ਦਾ ਪੰਜਾਬੀ ਸਾਹਿਤ, ਕਿਉਂਕਿ ਇਹ ਅੰਦੋਲਨ ਆਪਣੇ ਆਪ ਦੇ ਵਿੱਚ ਸਾਡੇ ਸਮੁੱਚੇ ਸੱਭਿਆਚਾਰ, ਸਾਡੇ ਪ੍ਰਗਟਾਵਿਆਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਜਦੋਂ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਜਿਹੜੇ ਗੀਤਕਾਰ ਨੇ ਉਹ ਆਪਣੀਆਂ ਜਿਹੜੀਆਂ ਜੋ ਕੁਛ ਪਹਿਲਾਂ ਉਹ ਗਾਉਂਦੇ ਰਹੇ ਨੇ ਉਹ ਸਾਰਾ ਕੁਛ ਉਹਦੇ ਉੱਪਰ ਸਵਾਲੀਆ ਨਿਸ਼ਾਨ ਲੱਗਿਆ ਅਤੇ ਉਹ ਸਾਰੇ ਕਿਸਾਨੀ ਅੰਦੋਲਨ ਦੇ ਨਾਲ ਜੁੜਨਾ ਚਾਹੁੰਦੇ ਨੇ, ਕੁਛ ਜੁੜੇ ਹੋਏ ਨੇ। ਤਾਂ ਇਹਦਾ ਮਤਲਬ ਸਾਡੇ ਸਮੁੱਚੇ ਤੌਰ 'ਤੇ ਜਿਹੜਾ ਹੁੰਗਾਰਾ ਹੈਗਾ ਸਾਡਾ ਇਸ ਅੰਦੋਲਨ ਦੇ ਦੌਰਾਨ ਇਹ ਬਦਲਣ ਜਾ ਰਿਹਾ ਹੈ। ਤਾਂ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਕਾਲ ਵੰਡ ਦਾ ਇੱਕ ਨੁਕਤਾ ਬਣ ਜਾਊਗਾ। ਤਾਂ ਹਮੇਸ਼ਾ ਹੀ ਜਿਹੜੀਆਂ ਇਤਿਹਾਸਕ ਸਥਿਤੀਆਂ, ਇਸ ਕਿਸਮ ਦੀਆਂ ਇਤਿਹਾਸਕ ਸਥਿਤੀਆਂ ਨੇ, ਉਹ ਸਾਹਿਤ ਦੇ ਰੂਪਾਂ ਨੂੰ ਵੀ ਪ੍ਰਭਾਵਿਤ ਕਰਦੀਆਂ ਨੇ, ਸਾਹਿਤ ਦੀ ਵੱਥ ਨੂੰ ਵੀ ਪ੍ਰਭਾਵਿਤ ਕਰਦੀਆਂ ਨੇ, ਸਾਹਿਤ ਦੀ ਕੱਥ ਨੂੰ ਵੀ ਪ੍ਰਭਾਵਿਤ ਕਰਦੀਆਂ ਨੇ। ਭਾਵ ਉਹਦੇ ਥੀਮ ਨੂੰ, ਉਹਦੇ ਜਿਹੜਾ ਦ੍ਰਿਸ਼ਟੀਮੂਲਕ ਪਾਸਾਰ ਹੈ ਉਸ ਨੂੰ, ਉਸ ਦੀ ਭਾਸ਼ਾ ਨੂੰ, ਉਸ ਦੇ ਸਮੁੱਚੀ ਜਿਹੜੀ ਉਹਦੀ ਬਿੰਬਾਵਲੀ ਆ, ਰੂਪਾਤਮਕ ਬਣਤਰ ਹੈ, ਉਸ ਨੂੰ ਇਹ ਘਟਨਾਵਾਂ ਵੱਡੇ ਪੱਧਰ ਦੇ ਉੱਪਰ ਪ੍ਰਭਾਵਿਤ ਕਰਦੀਆਂ ਨੇ। ਤਾਂ ਇਸੇ ਤਰ੍ਹਾਂ ਦੀ ਜਿਹੜੀ ਮੈਂ ਸਟੱਡੀ ਕਰਨ ਦੀ ਸ਼ੁਰੂ ਦੇ ਵਿੱਚ ਜਦੋਂ ਮੈਂ ਆਪਣੀ PhD ਕਰ ਰਿਹਾ ਸੀ 1991 ਤੋਂ ਲੈ ਕੇ ਮੈਂ 95 ਤੱਕ ਆਪਣਾ ਕੰਮ ਕੀਤਾ, ਤਾਂ ਉਦੋਂ ਮੇਰਾ ਜਿਹੜਾ ਇੱਕ ਵਿਦਿਆਰਥੀ ਦੇ ਤੌਰ 'ਤੇ ਇਤਿਹਾਸ ਵੱਲ ਧਿਆਨ ਗਿਆ। ਸਾਹਿਤ ਦੇ ਵਿੱਚ ਜੋ ਤਬਦੀਲੀ ਵਾਪਰ ਰਹੀ ਸੀ ਜਾਂ ਵਾਪਰੀਆਂ ਸੀ ਜਿਹੜੀਆਂ ਤਬਦੀਲੀਆਂ ਪੰਜਾਬੀ ਸਾਹਿਤ ਦੇ ਵਿੱਚ ਸਾਡੇ ਸਮੇਂ ਦੇ ਵਿੱਚ ਕੁਝ ਚੀਜ਼ ਵਾਪਰ ਰਹੀ ਸੀ, ਉਹ ਸੀਗਾ ਜਿਹੜਾ ਪੰਜਾਬ ਦਾ ਸੰਕਟ ਹੈ, ਜਿਹਨੂੰ ਅਸੀਂ 80ਵਿਆਂ ਦਾ ਪੰਜਾਬ ਸੰਕਟ ਕਹਿੰਦੇ ਹਾਂ। ਉਸ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਪਰ ਨਾਵਲ ਦੇ ਰੂਪਾਕਾਰ ਦੇ ਵਿੱਚ ਅਤੇ ਕਹਾਣੀ ਦੇ ਰੂਪਾਕਾਰ ਦੇ ਵਿੱਚ ਕੁਝ ਤਬਦੀਲੀਆਂ ਜਿਹੜੀਆਂ ਸਾਨੂੰ ਵਾਪਰਦੀਆਂ ਹੋਈਆਂ ਨਜ਼ਰ ਆ ਰਹੀਆਂ ਸੀ। ਉਹਨਾਂ ਨੂੰ ਪੜ੍ਹਨ, ਉਹਨਾਂ ਦੀ ਵਿਆਖਿਆ ਕਰਨ ਦੇ ਵਾਸਤੇ ਮੈਂ ਇਸ ਪਾਸੇ ਧਿਆਨ ਦੇਣਾ ਸ਼ੁਰੂ ਕੀਤਾ। ਤਾਂ ਜਦੋਂ ਮੈਂ ਇਤਿਹਾਸ ਨੂੰ ਇੱਕ ਅਨੁਸ਼ਾਸਨ ਦੇ ਤੌਰ 'ਤੇ ਪੜ੍ਹਨਾ ਸ਼ੁਰੂ ਕੀਤਾ, ਕਿਉਂਕਿ ਮੈਂ ਵਿਆਖਿਆ ਕਰਨੀ ਸੀ ਪਹਿਲਾਂ ਉਹਨਾਂ ਇਤਿਹਾਸਕ ਸਥਿਤੀਆਂ ਦੀ ਜਿਹਨਾਂ ਸਥਿਤੀਆਂ ਨੂੰ ਅਸੀਂ ਸੰਕਟ ਕਹਿ ਰਹੇ ਸੀ। ਕਿਉਂਕਿ ਮੇਰਾ ਕੰਮ ਨਾਵਲ ਦੇ ਉੱਪਰ ਸੀ, ਇਸ ਕਰਕੇ ਨਾਵਲ ਦੇ ਆਧੁਨਿਕ ਯੁੱਗ ਦਾ ਜਿਹੜਾ ਰੂਪਾਕਾਰ ਹੋਣ ਦੇ ਨਾਲ ਨਾਲ ਪੰਜਾਬੀ ਦੇ ਵਿੱਚ ਵੀ ਆਧੁਨਿਕਤਾ ਦੇ ਸਮੇਂ ਦੇ ਵਿੱਚ ਹੀ ਨਾਵਲ ਹੋਣ ਦੇ ਵਿੱਚ ਆਉਂਦਾ। ਅਤੇ ਸਭ ਤੋਂ ਪਹਿਲਾਂ ਅਸੀਂ ਜਦੋਂ ਅੰਗਰੇਜ਼ਾਂ ਨੇ ਪੰਜਾਬ ਦੇ ਉੱਪਰ ਕਬਜ਼ਾ ਕੀਤਾ, ਉਸ ਕਬਜ਼ੇ ਦੇ ਨਾਲ ਜੋ ਸੱਭਿਆਚਾਰਕ ਸੰਕਟ ਪੈਦਾ ਹੋਇਆ ਉਸ ਦੀ ਅਸੀਂ ਨਿਸ਼ਾਨਦੇਹੀ ਕਰ ਰਹੇ ਸੀ। ਤਾਂ ਮੈਂ ਹਿਸਟਰੀ ਦੀਆਂ ਜਿਹੜੀਆਂ ਕਿਤਾਬਾਂ ਨੇ ਉਹਨਾਂ ਦੇ ਰਾਹੀਂ ਉਸ ਯੁੱਗ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਅਤੇ ਮੇਰੇ ਜਿਹੜੇ ਖੋਜ ਪ੍ਰਬੰਧ ਦੇ ਵਿੱਚ ਹਰ ਚੈਪਟਰ ਦਾ ਇੱਕ ਵੱਡਾ ਹਿੱਸਾ ਜਿਹੜਾ ਹੈਗਾ ਉਹ ਇਤਿਹਾਸਕਾਰੀ ਨਾਲ ਸੰਬੰਧਿਤ ਹੈ, ਇਤਿਹਾਸ ਨਾਲ ਸੰਬੰਧਿਤ ਹੈ, ਕਿ ਮੈਂ ਉਸ ਦੀ ਇਤਿਹਾਸਕ ਵਿਆਖਿਆ ਕਰਦਾ ਕਿ ਉਹ ਜਿਹੜਾ ਅੰਗਰੇਜ਼ਾਂ ਨੇ ਸਾਡੇ ਉੱਪਰ ਕਬਜ਼ਾ ਕੀਤਾ ਸੀ ਉਹ ਸਾਰੇ ਘਟਨਾਕ੍ਰਮ ਦੇ ਅਤੀਤ ਵਿੱਚ ਕੀ ਸੀ, ਉਹਦਾ ਕਾਰਨ ਕੀ ਸੀ, ਕਿਸ ਤਰੀਕੇ ਨਾਲ ਅਸੀਂ ਉਸ ਜਿਹਨੂੰ ਅਸੀਂ ਬਸਤੀਵਾਦੀ ਜਿਹੜਾ ਗੁਲਾਮੀ ਆ ਉਸ ਦੇ ਵਿੱਚ ਅਸੀਂ ਕਿਵੇਂ ਗਏ ਅਤੇ ਕੀ ਭਾਣਾ ਵਾਪਰਿਆ, ਇਹ ਸਾਰਾ ਕੁਛ ਮੈਂ ਇਸ ਦਾ ਅਧਿਐਨ ਕਰਨਾ ਸੀ। ਫਿਰ ਮੈਂ ਜਿਹੜਾ ਦੇਸ਼ ਵੰਡ ਹੋਈ ਉਸ ਦਾ ਅਧਿਐਨ ਕਰਨਾ ਸੀ, ਉਸ ਨਾਲ ਸੰਬੰਧਿਤ ਮੈਂ ਇਤਿਹਾਸ ਦੀਆਂ ਕਿਤਾਬਾਂ ਜਿਹੜੀਆਂ ਨੇ ਉਹ ਪੜ੍ਹਨੀਆਂ ਸ਼ੁਰੂ ਕੀਤੀਆਂ। ਅਤੇ ਇਸੇ ਤਰ੍ਹਾਂ ਨਾਲ ਜਿਹੜਾ ਪੰਜਾਬ ਸੰਕਟ ਜਿਹੜਾ ਸਾਡੇ ਸਮਕਾਲ ਦੇ ਵਿੱਚ ਸੀ ਉਸ ਦੀ ਜਿਹੜੀ ਹਿਸਟੋਰੀਓਗ੍ਰਾਫੀ ਉਸ ਸਮੇਂ ਹੋ ਰਹੀ ਸੀ ਉਸ ਨੂੰ ਮੈਂ ਵਾਚਿਆ, ਦੇਖਿਆ। ਤਾਂ ਮੈਨੂੰ ਇਹ ਅਹਿਸਾਸ ਹੋਇਆ ਕਿ ਜਿਹੜਾ ਪਹਿਲਾਂ ਮੇਰਾ ਇਤਿਹਾਸ ਬਾਰੇ ਇੱਕ ਸੰਕਲਪ ਬਣਿਆ ਹੋਇਆ ਸੀ, ਇੱਕ ਸਧਾਰਨ ਵਿਦਿਆਰਥੀ ਹੋਣ ਦੇ ਨਾਤੇ, ਇੱਕ ਆਮ ਨਾਗਰਿਕ ਹੋਣ ਦੇ ਨਾਤੇ, ਮੈਂ ਇਤਿਹਾਸ ਨੂੰ ਸਮਝਦਾ ਉਵੇਂ ਸੀ ਜਿਵੇਂ ਜ਼ਿਆਦਾਤਰ ਸਾਡੇ ਲੋਕ ਹੁਣ ਵੀ ਸਮਝਦੇ ਨੇ। ਅਸੀਂ ਇਤਿਹਾਸ ਨੂੰ ਅਤੀਤ ਦੇ ਨਾਲ ਸੰਬੰਧਿਤ ਜਿਹੜੇ ਤੱਥ ਨੇ ਉਹਨਾਂ ਦਾ ਇੱਕ ਤਰ੍ਹਾਂ ਨਾਲ ਨਿਰਪੱਖ ਸੰਗ੍ਰਹਿ ਮੰਨਦੇ ਹਾਂ, ਜਿਹੜਾ ਸਾਡੇ ਤੱਕ ਅੱਪੜਦਾ, ਜਿਹੜਾ ਇਤਿਹਾਸਕਾਰਾਂ ਦੇ ਮਾਧਿਅਮ ਦੇ ਰਾਹੀਂ ਸਾਡੇ ਤੱਕ ਜੋ ਅਤੀਤ ਦੇ ਬਾਰੇ ਤੱਥਮੂਲਕ ਜਾਣਕਾਰੀ ਅੱਪੜਦੀ ਹੈ
ਉਹਨਾਂ ਨੂੰ ਅਸੀਂ ਇਨ ਬਿਨ ਸੱਚ ਮੰਨ ਕੇ ਉਹਨਾਂ ਦੇ ਉੱਪਰ ਭਰੋਸਾ ਕਰਦੇ ਹਾਂ। ਉਹਨਾਂ ਨੂੰ ਅਸੀਂ ਆਪਣੇ ਇੱਕ ਤਰ੍ਹਾਂ ਨਾਲ ਅਤੀਤ ਦੇ ਰੂਪ ਦੇ ਵਿੱਚ ਉਸ ਨੂੰ ਸਮਝਦੇ ਹਾਂ। ਤਾਂ ਮੈਨੂੰ ਇਹ ਸਾਰੇ ਕੁਝ ਨੂੰ ਪੜ੍ਹਦਿਆਂ ਹੋਇਆਂ ਪਤਾ ਲੱਗਿਆ ਕਿ ਇਹ ਇਸ ਤਰ੍ਹਾਂ ਨਾਲ ਨਹੀਂ ਹੈ। ਇਤਿਹਾਸ ਸਿਰਫ ਤੱਥਗਤ ਇੱਕ ਬਿਰਤਾਂਤ ਨਹੀਂ ਹੈ ਕਿ ਜਿਵੇਂ ਅਸੀਂ ਆਪਣੇ ਇਤਿਹਾਸ ਨੂੰ ਜਾਣਦੇ ਹਾਂ, ਉਹਦੇ ਵਿੱਚ ਬਹੁਤ ਸਾਰਾ ਕੁਝ ਅਜਿਹਾ ਹੈ ਜਿਹੜਾ ਕਿ ਹਿੱਤਾਂ ਨਾਲ ਜੁੜਿਆ ਹੋਇਆ, ਜਿਹੜਾ ਵਿਆਖਿਆਵਾਂ ਨਾਲ ਜੁੜਿਆ ਹੋਇਆ, ਜਿਹੜਾ ਵਿਚਾਰਧਾਰਾ ਨਾਲ ਜੁੜਿਆ ਹੋਇਆ। ਉਸ ਤਰ੍ਹਾਂ ਨਾਲ ਮੈਨੂੰ ਇਤਿਹਾਸ ਜਿਹੜਾ ਸੀਗਾ, ਜਿਹੜੀਆਂ ਕਿਤਾਬਾਂ ਮੇਰੇ ਕੋਲ ਪਹੁੰਚ ਰਹੀਆਂ ਸੀ, ਕਿਉਂਕਿ ਉਹਨਾਂ 'ਚ ਕੰਟਰਡਿਕਸ਼ਨ ਬਹੁਤ ਸੀ, ਬਹੁਤ ਸਾਰੇ ਅੰਤਰ ਵਿਰੋਧ ਸੀ। ਇੱਕ ਕਿਤਾਬ ਪੜ੍ਹਦੇ ਸੀ, ਉਹਦੇ ਵਿੱਚ ਅੰਗਰੇਜ਼ਾਂ ਦੇ ਆਮਦ ਦੇ ਸਾਰੇ ਜਿਹੜਾ ਪ੍ਰੋਸੈਸ ਹੈ, ਪ੍ਰਕਿਰਿਆ, ਉਸ ਨੂੰ ਹੋਰ ਤਰ੍ਹਾਂ ਨਾਲ ਵਿਆਖਿਆਇਆ ਗਿਆ ਸੀ, ਦੱਸਿਆ ਗਿਆ ਸੀ। ਅਤੇ ਇਸੇ ਤਰ੍ਹਾਂ ਨਾਲ ਜਿਹੜੀ ਦੇਸ਼ ਵੰਡ ਦੇ ਬਾਰੇ ਸਾਡੀ ਜਿਹੜੀ ਬਹੁਤ ਜ਼ਿਆਦਾ ਵੱਡੀ ਡਿਬੇਟ ਹੈ, ਉਸ ਦੇ ਵਿੱਚ ਵੀ ਆਮ ਜਿਹੜਾ ਸਾਡੇ ਕੋਲ ਰਾਸ਼ਟਰਵਾਦੀ ਕਿਸਮ ਦਾ ਬਿਰਤਾਂਤ ਹੈ, ਉਹ ਸਾਡੇ ਕੋਲ ਸਾਰਿਆਂ ਕੋਲ ਮੌਜੂਦ ਹੈ ਕਿ ਦੇਸ਼ ਕਿਵੇਂ ਆਜ਼ਾਦ ਹੋਇਆ, ਉਹਦੀ ਸਾਰੀ ਜਿਹੜੀ ਕਹਾਣੀ ਹੈ ਉਸ ਦੇ ਬਾਰੇ। ਅਤੇ ਇੱਥੋਂ ਤੱਕ ਕਿ ਜਿਹੜੀ ਪਾਰਟੀਸ਼ਨ ਹੋਈ, ਉਸ ਦੇ ਕਿਹੜੇ ਕਿਹੜੇ ਪ੍ਰੇਰਕ ਸੀਗੇ, ਉਹਨਾਂ ਦੇ ਬਾਰੇ ਮੈਂ ਬਹੁਤ ਹੀ ਆਪਸ ਦੇ ਵਿੱਚ ਆਪਾ ਵਿਰੋਧੀ ਕਿਸਮ ਦੀਆਂ ਜਿਹੜੀਆਂ ਧਾਰਨਾਵਾਂ ਨੇ, ਕੰਟਰਡਿਕਸ਼ਨਸ ਨੇ ਅਲੱਗ-ਅਲੱਗ ਲੇਖਕਾਂ ਦੀਆਂ, ਉਹਨਾਂ ਨੂੰ ਜਦੋਂ ਪਛਾਣਿਆ ਤਾਂ ਮੈਨੂੰ ਪਤਾ ਲੱਗਿਆ ਕਿ ਇਤਿਹਾਸ ਕੋਈ ਮਾਸੂਮ ਕਿਸਮ ਦੀ, ਨਿਰਪੱਖ ਕਿਸਮ ਦੀ ਚੀਜ਼ ਨਹੀਂ ਹੈ, ਬਲਕਿ ਇਹ ਹਿੱਤਾਂ ਨਾਲ ਜੁੜੀ ਹੋਈ ਚੀਜ਼ ਹੈ। ਇਤਿਹਾਸ ਜਿਹੜਾ ਹੈਗਾ ਉਹ ਹਿੱਤਾਂ ਦੇ ਵਿੱਚੋਂ ਰੂਪ ਧਾਰਦਾ ਹੈ। ਬਾਅਦ ਦੇ ਵਿੱਚ ਇਸੇ ਨੂੰ ਪੜ੍ਹਦੇ ਪੜ੍ਹਦੇ ਮੈਂ ਜਦੋਂ ਹਿਸਟਰੀ ਦੀ ਥੀਰੀ ਦੇ ਬਾਰੇ ਪੜ੍ਹਨਾ ਸ਼ੁਰੂ ਕੀਤਾ ਤਾਂ ਉਹਦੇ ਵਿੱਚ E.H. ਕਾਰ ਦੀ ਬੜੀ ਮਹੱਤਵਪੂਰਨ ਕਿਤਾਬ ਹੈ, ਹੁਣ ਭਾਵੇਂ ਬੜੀ ਬੇਸਿਕ ਕਿਤਾਬ ਮੰਨੀ ਜਾਂਦੀ ਹੈ। ਜਿਹੜੇ ਇਤਿਹਾਸ ਦੇ ਵਿਦਿਆਰਥੀ ਅਕਸਰ ਹੀ ਉਹ ਕਿਤਾਬ ਪੜ੍ਹਦੇ ਹੋਣਗੇ, ਵਾਟ ਇਜ਼ ਹਿਸਟਰੀ। ਜਦੋਂ ਉਹ ਪੜ੍ਹੀ ਤਾਂ ਉਸ ਨੇ ਜਿਹੜੇ ਮੇਰੇ ਸਾਰੇ ਖਦਸ਼ੇ ਸੀਗੇ, ਜਿਹੜੇ ਮੇਰੇ ਸ਼ੰਕੇ ਸੀਗੇ, ਉਹਨਾਂ ਨੂੰ ਇੱਕ ਤਰ੍ਹਾਂ ਨਾਲ ਉਹਨਾਂ ਨੇ ਇੱਕ ਵਿਉਂਤ ਦੇ ਦਿੱਤੀ ਕਿ ਇਹ ਠੀਕ ਹੈ ਗੱਲ ਕਿ ਹਿਸਟਰੀ ਜਿਹੜੀ ਹੈਗੀ ਆ ਉਹ ਆਪਣੇ ਆਪ ਦੇ ਵਿੱਚ ਇਤਿਹਾਸਕ ਤੱਥ ਨਹੀਂ ਬੋਲਦੇ, ਉਹ ਇਤਿਹਾਸਕਾਰ ਰਾਹੀਂ ਉਹਨਾਂ ਨੇ ਇੱਕ ਖਾਸ ਤਰ੍ਹਾਂ ਦਾ ਅਰਥ ਹਾਸਲ ਕਰਨਾ ਹੁੰਦਾ ਹੈ। ਜਦੋਂ ਅਸੀਂ ਇਸ ਪ੍ਰੋਸੈਸ ਦੇ ਵਿੱਚ ਗਏ ਤਾਂ ਮੇਰੇ ਕੋਲ ਇੱਕ ਪਹਿਲਾਂ ਹੀ ਜਿਹੜਾ ਇਤਿਹਾਸ ਦਾ ਸੰਕਲਪ ਸੀ, ਉਹ ਇਤਿਹਾਸ ਦਾ ਸੰਕਲਪ ਮੇਰੇ ਕੋਲ ਮਾਰਕਸਿਸਟ ਆਈਡੀਓਲੋਜੀਕਲ ਜਿਹੜਾ ਸਾਡਾ ਹੈਗਾ ਢਾਂਚਾ ਹੈਗਾ, ਉਹਦੇ ਵਿੱਚੋਂ ਆਇਆ ਹੋਇਆ ਸੰਕਲਪ ਸੀ। ਮਾਰਕਸਿਜ਼ਮ ਦੇ ਵਿੱਚ ਹਿਸਟਰੀ ਜਿਹੜੀ ਹੈਗੀ ਆ ਉਸ ਨੂੰ ਇੱਕ ਫਿਨੋਮਨੇ ਦੇ ਤੌਰ 'ਤੇ, ਇੱਕ ਵਰਤਾਰੇ ਦੇ ਤੌਰ 'ਤੇ ਲਿਆ ਗਿਆ ਹੈ, ਪਰ ਇਤਿਹਾਸ ਨੂੰ ਇੱਕ ਅਨੁਸ਼ਾਸਨ ਦੇ ਤੌਰ 'ਤੇ, ਇੱਕ ਬਿਰਤਾਂਤ ਦੇ ਤੌਰ 'ਤੇ ਲੈਣ ਦੇ ਵਾਸਤੇ ਮੈਨੂੰ ਹੋਰ ਨਵੀਆਂ ਜਿਹੜੀਆਂ ਚੀਜ਼ਾਂ ਸੀ ਉਹ ਗ੍ਰਹਿਣ ਕਰਨੀਆਂ ਪੈਣੀਆਂ ਸੀਗੀਆਂ। ਤਾਂ ਮੈਨੂੰ ਫਿਰ ਉਸੇ ਹੀ ਰੌਸ਼ਨੀ ਦੇ ਵਿੱਚ ਅੱਗੇ ਪਤਾ ਲੱਗਿਆ ਕਿ ਜਿਵੇਂ ਅਸੀਂ ਕਹਿੰਦੇ ਹਾਂ ਕਿ ਆਲ ਹਿਸਟਰੀ ਇਜ਼ ਹਿਸਟਰੀ ਆਫ ਕਲਾਸ ਸਟਰਗਲ, ਇਹ ਇੱਕ ਵਰਤਾਰੇ ਦੇ ਰੂਪ ਦੇ ਵਿੱਚ ਅਸੀਂ ਇਤਿਹਾਸ ਦੀ ਗੱਲ ਕਰ ਰਹੇ ਹਾਂ। ਪਰ ਵਰਤਾਰੇ ਦੇ ਰੂਪ ਦੀ ਜਿਹੜੀ ਵਿਆਖਿਆ ਹੈਗੀ ਆ, ਕਿਉਂਕਿ ਮਾਰਕਸਿਜ਼ਮ ਦੀ ਆਪਣੀ ਇੱਕ ਹਿਸਟੋਰੀਓਗ੍ਰਾਫੀਕਲ ਇੱਕ ਨੋਸ਼ਨ ਹੈ, ਜਿਸ ਦੇ ਵਿੱਚ ਹਿਸਟਰੀ ਨੂੰ ਅਸੀਂ ਇੱਕ ਪ੍ਰੋਗਰੈਸ਼ਨ ਦੇ ਵਿੱਚ, ਇੱਕ ਅਸੀਂ ਲਗਾਤਾਰ ਤਬਦੀਲੀ ਦੇ ਵਿੱਚ, ਰੂਪਾਂਤਰਣ ਦੇ ਵਿੱਚ ਨਹੀਂ, ਸਗੋਂ ਕ੍ਰਾਂਤੀ ਦੇ ਰੂਪ ਦੇ ਵਿੱਚ ਅਸੀਂ ਉਸ ਨੂੰ ਦੇਖਣਾ ਸ਼ੁਰੂ ਕਰਦੇ ਹਾਂ ਕਿ ਇੱਕ ਯੁੱਗ ਤੋਂ ਦੂਸਰੇ ਯੁੱਗ ਦੇ ਵਿੱਚ ਪਹੁੰਚਦਿਆਂ ਹੋਇਆਂ ਜਿਹੜੀਆਂ ਜਮਾਤਾਂ ਨੇ ਉਹਨਾਂ ਦੇ ਸੰਘਰਸ਼ ਦੇ ਰਾਹੀਂ ਇਤਿਹਾਸ ਅੱਗੇ ਕਿਵੇਂ ਤੁਰਦਾ ਹੈ। ਅਤੇ ਜਮਾਤੀ ਸੰਘਰਸ਼ ਦੇ ਰੂਪ ਦੇ ਵਿੱਚ ਇਤਿਹਾਸ ਦੀ ਜਿਹੜੀ ਵਿਆਖਿਆ ਹੈਗੀ ਆ ਉਹ ਮਾਰਕਸਿਜ਼ਮ ਦੀ ਆਪਣੀ ਇੱਕ ਹਿਸਟੋਰੀਕਲ ਜਿਹੜੀ ਸੈਂਸ ਹੈ ਉਸ ਦੇ ਮੁਤਾਬਕ ਹੈ। ਸਾਰੀ ਇਤਿਹਾਸਕਾਰੀ ਇਸ ਕਿਸਮ ਦੀ ਨਹੀਂ ਹੈਗੀ। ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਹਿਸਟਰੀ ਰਿਪੀਟਸ ਇਟਸੈਲਫ, ਤਾਂ ਇਹ ਵੱਖਰੇ ਤਰ੍ਹਾਂ ਦੀ ਇਤਿਹਾਸਕਾਰੀ ਦੀ ਨੋਸ਼ਨ ਹੈ ਕਿ ਅਸੀਂ ਇਤਿਹਾਸ ਨੂੰ ਇੱਕ ਚੱਕਰਦਾਰ ਰੂਪ ਦੇ ਵਿੱਚ ਮੰਨਦੇ ਹਾਂ ਕਿ ਬਾਰ-ਬਾਰ ਜਿਹੜੀਆਂ ਚੀਜ਼ਾਂ ਨੇ ਉਹ ਇੱਕ ਤਰ੍ਹਾਂ ਨਾਲ ਉੱਥੇ ਦੁਬਾਰਾ ਪਹੁੰਚਦੀਆਂ ਨੇ। ਅਤੇ ਇਹ ਪਲੈਟੋ ਦੇ ਕੋਲੋਂ ਵੀ ਚੀਜ਼ ਆਈ ਹੋਈ ਹੈ, ਜਿਹੜਾ ਪਲੈਟੋ ਦਾ ਅਰਿਸਟੋਟਲ ਦਾ ਜਿਹੜਾ ਕਨਸੈਪਟ ਹੈਗਾ ਹਿਸਟਰੀ ਦਾ, ਜਿਹੜਾ ਉਸ ਨੇ ਜਿੰਨੇ ਸਿਸਟਮ ਆਫ ਪੋਲੀਟਿਕਸ ਦੱਸੇ, ਜਿੰਨੇ ਸਿਸਟਮ ਆਫ ਸੁਸਾਇਟੀ ਦੱਸੇ, ਉਹਨਾਂ ਦੇ ਵਿੱਚ ਉਸਨੇ ਇੱਕ ਚੱਕਰਦਾਰ ਰਿਸ਼ਤਾ ਬਣਾਇਆ। ਤਾਂ ਇਹ ਵੱਖਰੇ ਤਰ੍ਹਾਂ ਦਾ ਇਤਿਹਾਸ ਦਾ ਸੰਕਲਪ ਹੈ, ਮਾਰਕਸਿਜ਼ਮ ਦਾ ਵੱਖਰੇ ਤਰ੍ਹਾਂ ਦਾ ਇਤਿਹਾਸ ਦਾ ਸੰਕਲਪ ਹੈ। ਫਿਰ ਜਦੋਂ ਅਸੀਂ ਆਫੀਸ਼ੀਅਲ ਹਿਸਟਰੀ ਕਹਿੰਦੇ ਹਾਂ, ਜਿਹੜੀ ਕਿ ਜ਼ਿਆਦਾਤਰ ਅਸੀਂ ਜਦੋਂ ਇਤਿਹਾਸ ਪੜ੍ਹਦੇ ਹਾਂ ਤਾਂ ਅਸੀਂ ਜਿਹੜੇ ਅਧਿਕਾਰਕ ਇਤਿਹਾਸ ਨੇ, ਜਿਹੜੇ ਰਾਜਿਆਂ ਦੇ, ਰੂਲਰਸ ਦੇ, ਇਹਨਾਂ ਦੇ ਇਤਿਹਾਸ ਨੂੰ ਪੜ੍ਹਦੇ ਹਾਂ, ਉਹਨਾਂ ਦੀਆਂ ਗਤੀਵਿਧੀਆਂ, ਉਹਨਾਂ ਦੀਆਂ ਜੋ ਨੀਤੀਆਂ ਨੇ, ਉਹਨਾਂ ਦੀਆਂ ਜਿਹੜੀਆਂ ਜੰਗੀ ਮੁਹਿੰਮਾਂ ਨੇ, ਉਹਨਾਂ ਨੂੰ, ਹਾਰਾਂ ਜਿੱਤਾਂ ਨੂੰ, ਅਸੀਂ ਉਹਨਾਂ ਦੇ ਵਿੱਚ ਯੁੱਧਾਂ ਨੂੰ ਪੜ੍ਹਦੇ ਹਾਂ। ਤਾਂ ਇਹ ਇੱਕ ਆਫੀਸ਼ੀਅਲ ਕਿਸਮ ਦੀ ਹਿਸਟਰੀ ਹੈ ਜਿਹੜੀ ਇੱਕ ਵਿਸ਼ੇਸ਼ ਅਰਥ ਸਾਡੇ ਮਨ ਦੇ ਵਿੱਚ ਇਤਿਹਾਸ ਬਾਰੇ ਭਰ ਦਿੰਦੀ ਹੈ। ਅਤੇ ਇਹ ਵੀ ਬਹੁਤ ਹੀ ਵੈਲਿਊ ਓਰੀਐਂਟਡ ਹਿਸਟਰੀ ਹੁੰਦੀ ਹੈ। ਅਤੇ ਇਤਿਹਾਸ ਦੇ ਰਾਹੀਂ ਇਸ ਤਰੀਕੇ ਨਾਲ ਇੱਕ ਜਿਹੜੀ ਹਾਵੀ ਕੌਮ ਹੈ, ਭਾਰੂ ਕੌਮ ਹੈ, ਉਹ ਆਪਣੇ ਆਪ ਦੇ ਹੋਣ ਨੂੰ ਜਸਟੀਫਾਈ ਕਰ ਰਹੀ ਹੁੰਦੀ ਹੈ। ਤਾਂ ਜਿਹੜੀ ਸਾਡੀ ਕਹੀਏ ਕਿ ਸਾਡੀ ਸੁਤੰਤਰਤਾ ਤੋਂ ਬਾਅਦ ਦੀ ਸਾਡੀ ਜਿਹੜੀ ਰੂਲਿੰਗ ਕਲਾਸ ਸੀ, ਉਸ ਨੇ ਮੱਧਕਾਲ ਦੇ ਇਤਿਹਾਸ ਨੂੰ ਇੱਕ ਵਿਸ਼ੇਸ਼ ਰੂਪ ਦੇ ਵਿੱਚ, ਅਤੇ ਉਸ ਤੋਂ ਬਾਅਦ ਫਿਰ
ਜਿਹੜਾ ਆਧੁਨਿਕ ਸਮੇਂ ਦਾ ਅੰਗਰੇਜ਼ਾਂ ਤੋਂ ਬਾਅਦ ਦਾ ਜਿਹੜਾ ਇਤਿਹਾਸ ਨੂੰ ਉਸ ਨੂੰ ਵੱਖਰੇ ਤਰ੍ਹਾਂ ਨਾਲ ਉਸਨੇ ਪੋਰਟਰੇ ਕੀਤਾ ਹੋਇਆ ਸੀ। ਅਤੇ ਅਸੀਂ ਜਦੋਂ ਵੀ ਇਤਿਹਾਸ ਤੱਕ ਪਹੁੰਚਦੇ ਹਾਂ, ਜਦੋਂ ਅਸੀਂ ਇਸ ਇਤਿਹਾਸ ਨੂੰ ਅਪਰੋਚ ਕਰਦੇ ਹਾਂ, ਤਾਂ ਅਸੀਂ ਕਿਸੇ ਨਾ ਕਿਸੇ ਨੋਸ਼ਨ ਆਫ ਹਿਸਟਰੀ ਦੀ ਗ੍ਰਿਫਤ ਵਿੱਚ ਹੁੰਦੇ ਹਾਂ, ਕਿਸੇ ਨਾ ਕਿਸੇ ਇਤਿਹਾਸ ਦੇ ਸੰਕਲਪ ਦੀ ਗ੍ਰਿਫਤ ਵਿੱਚ ਹੁੰਦੇ ਹਾਂ। ਉਹਦੇ ਰਾਹੀਂ ਅਸੀਂ ਇਤਿਹਾਸ ਨੂੰ ਪੜ੍ਹ ਰਹੇ ਹੁੰਦੇ ਹਾਂ। ਤਾਂ ਮੈਂ ਇੱਕ ਉਦਾਹਰਣ ਦੇ ਰੂਪ ਦੇ ਵਿੱਚ ਦੱਸ ਦਿੰਦਾ ਕਿ ਜਦੋਂ ਸਾਡੀ ਜਿਹੜੀ ਆਮ ਕਰਕੇ ਪੰਜਾਬੀਆਂ ਦੀ ਇਤਿਹਾਸਕ ਸੈਂਸ ਹੈ, ਉਹਦੇ ਵਿੱਚ ਬੜੀਆਂ ਰੌਚਕ ਗੱਲਾਂ ਨੇ, ਬਹੁਤ ਹੀ ਆਪਣੇ ਆਪ ਦੇ ਵਿੱਚ ਬਹੁਤ ਹੀ ਅੰਤਰ ਵਿਰੋਧੀ ਕਿਸਮ ਦੀਆਂ ਧਾਰਨਾਵਾਂ ਦੇ ਨਾਲ ਭਰੀ ਹੋਈ ਸਾਡੀ ਜਿਹੜੀ ਇਤਿਹਾਸਕ ਚੇਤਨਾ ਹੈਗੀ ਆ ਉਹ ਹੈ। ਜਦੋਂ ਤਾਂ ਅਸੀਂ ਮੱਧਕਾਲ ਨੂੰ ਦੇਖਦੇ ਹਾਂ, ਜਿਹੜਾ ਮੱਧਕਾਲੀ ਸਾਡਾ ਇਤਿਹਾਸ ਹੈ ਨਾ, ਉਸ ਦੇ ਪ੍ਰਤੀ ਸਾਡੀ ਜਿਹੜੀ ਪਹੁੰਚ ਹੈ, ਜਿਸ ਦੇ ਵਿੱਚ ਅਸੀਂ ਮੁਗਲਾਂ ਨੂੰ ਅਤੇ ਸਮੁੱਚੇ ਉਸ ਪ੍ਰਬੰਧ ਨੂੰ, ਤੁਰਕਾਂ ਦੇ ਸਾਰੇ ਸਿਸਟਮ ਨੂੰ, ਜਦੋਂ ਅਸੀਂ ਉਹਨਾਂ ਦੇ ਰਾਜਾਂ ਨੂੰ ਦੇਖਦੇ ਹਾਂ, ਵਿਸ਼ਲੇਸ਼ਿਤ ਕਰਦੇ ਹਾਂ, ਤਾਂ ਸਾਡੀ ਦ੍ਰਿਸ਼ਟੀ ਉਹ ਹੈ ਜੋ ਅੰਗਰੇਜ਼ਾਂ ਨੇ, ਬਸਤੀਵਾਦੀਆਂ ਨੇ ਜੋ ਉਹਦੇ ਬਾਰੇ ਬਿਰਤਾਂਤ ਘੜਿਆ, ਅਸੀਂ ਉਸ ਬਿਰਤਾਂਤ ਦੇ ਵਿੱਚੋਂ ਹੀ ਆਪਣੇ ਮੱਧਕਾਲ ਨੂੰ ਜਾਣਦੇ ਹਾਂ। ਜਿਵੇਂ ਬਸਤੀਵਾਦੀਆਂ ਨੇ ਆਪਣੇ ਆਪ ਨੂੰ ਨਿਆਂ ਉਚਿਤ ਸਾਬਤ ਕਰਨ ਵਾਸਤੇ, ਆਪਣੇ ਰਾਜ ਨੂੰ ਨਿਆਂ ਉਚਿਤ ਸਾਬਤ ਕਰਨ ਵਾਸਤੇ ਜਿਸ ਕਿਸਮ ਦਾ ਬਿਰਤਾਂਤ ਮੱਧਕਾਲ ਦੇ ਮੁਗਲ ਹਾਕਮਾਂ ਦੇ ਬਾਰੇ ਅਤੇ ਉਹਨਾਂ ਤੋਂ ਪਹਿਲਾਂ ਦੇ ਹਾਕਮਾਂ ਬਾਰੇ ਜੋ ਉਹਨਾਂ ਨੇ ਬਿਰਤਾਂਤ ਘੜਿਆ, ਉਸ ਬਿਰਤਾਂਤ ਨੂੰ ਹੀ ਅਸੀਂ ਇੰਨ ਬਿੰਨ ਉਸ ਨੂੰ ਅਪਣਾ ਲਿਆ। ਇਹਦਾ ਮਤਲਬ ਸਾਡੀ ਜਿਹੜੀ ਦ੍ਰਿਸ਼ਟੀ ਆ, ਸਾਡੀ ਉਹ ਹੈ ਜਿਹੜੀ ਅੰਗਰੇਜ਼ਾਂ ਦੀ ਦ੍ਰਿਸ਼ਟੀ ਮੱਧਕਾਲ ਬਾਰੇ ਸੀ। ਸਾਡੇ ਕੋਲ ਆਪਣੀ ਮੌਲਿਕ ਦ੍ਰਿਸ਼ਟੀ ਮੱਧਕਾਲ ਬਾਰੇ ਲਗਭਗ ਨਾ ਦੇ ਬਰਾਬਰ ਹੈ। ਥੋੜ੍ਹੀ ਬਹੁਤ ਇਸ ਤਰ੍ਹਾਂ ਦੇ ਵੇਰਵੇ ਹੈਗੇ ਨੇ ਕਿ ਅਸੀਂ ਉਸ ਨੂੰ ਉਸ ਤੋਂ ਬਿਨਾਂ ਵੀ ਹੋਰ ਤਰੀਕਿਆਂ ਨਾਲ ਕਿਤੇ ਕਿਤੇ ਦੇਖਦੇ ਹਾਂ। ਖਾਸ ਕਰਕੇ ਜਦੋਂ ਅਸੀਂ ਪੰਜਾਬੀ ਕੌਮ ਦੀ ਗੱਲ ਕਰਦੇ ਹਾਂ, ਉਸ ਦੇ ਇਤਿਹਾਸ ਦੇ ਵਿੱਚ ਕਿਤੇ ਕਿਤੇ ਕੁਝ ਇਸ ਤਰ੍ਹਾਂ ਦੇ ਵੇਰਵੇ ਆਉਂਦੇ ਨੇ ਜਿਹੜੇ ਕਿ ਅੰਗਰੇਜ਼ਾਂ ਦੇ ਬਿਰਤਾਂਤ ਦਾ ਹਿੱਸਾ ਨਹੀਂ ਸੀਗੇ। ਪਰ ਜ਼ਿਆਦਾਤਰ ਅਸੀਂ ਮੱਧਕਾਲ ਨੂੰ, ਜਦੋਂ ਅਸੀਂ ਸਾਰੇ ਮੁਗਲ ਕਾਲ ਨੂੰ, ਮੁਗਲਾਂ ਨੂੰ ਬਹੁਤ ਹੀ ਨਕਾਰਾਤਮਕ ਰੂਪ ਦੇ ਵਿੱਚ ਦੇਖਦੇ ਹਾਂ, ਤਾਂ ਅਤੇ ਜਿਹੜਾ ਅਸੀਂ ਕਹਿ ਦਿੰਦੇ ਹਾਂ ਕਿ ਸ਼ਾਇਦ ਸਾਡੇ ਸਾਹਿਤ ਇਤਿਹਾਸਾਂ ਦੇ ਵਿੱਚ ਵੀ ਬਹੁਤ ਵਾਰ ਇਹ ਆਉਂਦਾ ਹੈ ਕਿ ਜਿਹੜਾ ਮੁਗਲ ਕਾਲ ਹੈ ਉਹ ਜਿਵੇਂ ਬਹੁਤ ਹੀ ਮਾਰ ਕਾਟ ਦਾ ਅਤੇ ਬਹੁਤ ਜ਼ਿਆਦਾ ਤਸ਼ੱਦਦ ਦਾ ਅਤੇ ਬਹੁਤ ਜ਼ਿਆਦਾ ਕਹੀਏ ਕਿ ਧਾਰਮਿਕ ਤੌਰ 'ਤੇ ਦਖਲਅੰਦਾਜ਼ੀ ਲੋਕਾਂ ਦੇ ਜੀਵਨ ਦੇ ਵਿੱਚ ਹੁੰਦੀ ਹੈ, ਉਸ ਦਾ ਜਿਹੜਾ ਯੁੱਗ ਆ ਅਸੀਂ ਇਸ ਰੂਪ ਦੇ ਵਿੱਚ ਜ਼ਿਆਦਾਤਰ ਮੱਧਕਾਲ ਨੂੰ ਦੇਖਦੇ ਹਾਂ। ਜਦ ਕਿ ਜਦੋਂ ਤੁਸੀਂ ਬਸਤੀਕਾਰਾਂ ਦੇ ਲਿਖੇ ਹੋਏ ਇਤਿਹਾਸ ਤੋਂ ਮੁਕਤ ਹੋ ਕੇ ਦੇਖੋਗੇ ਤਾਂ ਤੁਹਾਨੂੰ ਚੀਜ਼ਾਂ ਥੋੜ੍ਹੀ ਜਿਹੀਆਂ ਵੱਖਰੇ ਤਰ੍ਹਾਂ ਦੀਆਂ ਨਜ਼ਰ ਆਉਣਗੀਆਂ। ਇਹ ਗੱਲ ਪ੍ਰਮਾਣਿਤ ਹੋ ਚੁੱਕੀ ਹੈ ਕਿ ਮੱਧਕਾਲ ਦੇ ਵਿੱਚ ਜਿਹੜੀ ਆਰਥਿਕਤਾ ਅਤੇ ਜਿਹੜੀ ਭਾਰਤ ਦੀ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਜਿਹੜਾ ਸਥਾਨ ਸੀ ਉਹ ਬਹੁਤ ਵੱਡਾ ਸੀ, ਉੱਚਾ ਸੀ। ਭਾਰਤ ਦੀ ਆਰਥਿਕਤਾ ਆਪਣੇ ਆਪ ਦੇ ਵਿੱਚ ਬਹੁਤ ਜ਼ਿਆਦਾ ਸੰਪੰਨਤਾ ਵਾਲੀ ਆਰਥਿਕਤਾ ਸੀ। ਅਤੇ ਜਿਹੜੀ ਸੋਨੇ ਦੀ ਚਿੜੀ ਦਾ ਸੰਕਲਪ ਹੈ ਉਹ ਬੁਨਿਆਦੀ ਤੌਰ 'ਤੇ ਮੁਗਲ ਕਾਲ ਦਾ ਸੰਕਲਪ ਹੈ। ਜਿਹੜੀ ਹਿਸਟਰੀ ਪੰਜਾਬੀਆਂ ਤੋਂ ਬਿਨਾਂ ਹੋਰਾਂ ਨੇ ਲਿਖੀ ਆ, ਉਹ ਜਿਹੜੇ ਭਾਰਤ ਦੇ ਇਤਿਹਾਸ ਦੇ ਸੁਨਹਿਰੀ ਕਾਲਾਂ ਦੇ ਵਿੱਚ ਮੁਗਲ ਕਾਲ ਨੂੰ ਵੀ ਸ਼ਾਮਿਲ ਕਰਦੇ ਨੇ। ਅਤੇ ਉਹ ਇੱਕ ਦੋ ਰਾਜਿਆਂ ਨੂੰ ਛੱਡ ਕੇ, ਇੱਕ ਦੋ ਬਾਦਸ਼ਾਹਾਂ ਨੂੰ ਛੱਡ ਕੇ ਬਹੁਤ ਜ਼ਿਆਦਾ ਉਹ ਧਾਰਮਿਕ ਸਹਿਣਸ਼ੀਲਤਾ ਵਾਲਾ, ਇੱਕ ਤਰ੍ਹਾਂ ਦਾ ਵੰਨ ਸੁਵੰਨਤਾ ਦੀ ਆਦਰ ਵਾਲਾ ਪੀਰੀਅਡ ਵੀ ਰਿਹਾ। ਆਰਥਿਕਤਾ ਦੇ ਪੱਖੋਂ ਇੱਥੋਂ ਤੱਕ ਕਿ ਔਰੰਗਜ਼ੇਬ ਦੇ ਟਾਈਮ ਦੇ ਵਿੱਚ ਜਿਹੜੀ ਸਾਡੀ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਭਾਰਤ ਦਾ ਹਿੱਸਾ ਸੀ ਉਹ 25% ਤੋਂ ਜ਼ਿਆਦਾ ਸੀ, ਜਿਹੜਾ ਹਜੇ ਅਮਰੀਕਾ ਦਾ ਹਜੇ ਵੀ ਨਹੀਂ ਹੈਗਾ। ਤਾਂ ਉਸ ਪੀਰੀਅਡ ਨੂੰ ਅਸੀਂ ਇੱਕ ਖਾਸ ਨੁਕਤਾ ਨਿਗਾਹ ਤੋਂ ਦੇਖਦੇ ਹਾਂ। ਉਹ ਬਸਤੀਕਾਰਾਂ ਦਾ ਨੁਕਤਾ ਨਿਗਾਹ, ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਸਥਾਪਿਤ ਕਰਨਾ ਸੀ, ਜਸਟੀਫਾਈ ਕਰਨਾ ਸੀ। ਇਸ ਕਰਕੇ ਉਹਨਾਂ ਨੇ ਆਪਣੇ ਤੋਂ ਪਹਿਲਾਂ ਜਿਹੜਾ ਯੁੱਗ ਸੀਗਾ ਉਸ ਨੂੰ ਪੂਰੀ ਤਰ੍ਹਾਂ ਨਾਲ ਨਕਾਰਨ ਵਾਸਤੇ ਇਸ ਕਿਸਮ ਦਾ ਬਿਰਤਾਂਤ ਘੜਿਆ। ਅਤੇ ਉਹਨਾਂ ਨੇ ਹੀ ਸਾਨੂੰ ਸਿਖਾਇਆ ਕਿ ਇਸ ਨੂੰ ਇੱਕ ਧਾਰਮਿਕ ਦ੍ਰਿਸ਼ਟੀਕੋਣ ਤੋਂ ਦੇਖਿਆ ਜਾਣਾ ਚਾਹੀਦਾ। ਜਿਹੜੀ ਅੰਗਰੇਜ਼ਾਂ ਦੀ ਓਰੀਐਂਟੇਸ਼ਨ ਸੀ ਉਸ ਨੂੰ ਅਸੀਂ ਅਪਣਾ ਲਿਆ। ਜਦੋਂ ਅਸੀਂ ਆ ਜਾਂਦੇ ਹਾਂ ਅੰਗਰੇਜ਼ੀ ਰਾਜ ਦੇ ਇਤਿਹਾਸ ਦੇ ਵਿੱਚ, ਜਦੋਂ ਅਸੀਂ ਅੰਗਰੇਜ਼ੀ ਰਾਜ ਨੂੰ ਸਮਝਦੇ ਹਾਂ ਤਾਂ ਸਾਡੀ ਜਿਹੜੀ ਪਹੁੰਚ ਹੈ ਉਹ ਜ਼ਿਆਦਾਤਰ ਜਿਹੜੀ ਸੁਤੰਤਰਤਾ ਅੰਦੋਲਨ ਦੀ ਰਾਸ਼ਟਰਵਾਦੀ ਪਹੁੰਚ ਹੈ ਉਹ ਬਣ ਜਾਂਦੀ ਹੈ। ਉਸ ਤੋਂ ਅਸੀਂ ਉਹੀ ਬੰਦਾ ਜਿਹੜਾ ਮੱਧਕਾਲ ਨੂੰ ਅੰਗਰੇਜ਼ਾਂ ਦੇ ਦ੍ਰਿਸ਼ਟੀਕੋਣ ਤੋਂ ਬਸਤੀਕਾਰੀ ਇਤਿਹਾਸਕਾਰੀ ਦੇ ਨੁਕਤਾ ਨਿਗਾਹ ਤੋਂ ਦੇਖਦਾ, ਜਦੋਂ ਅੰਗਰੇਜ਼ਾਂ ਦੇ ਪੀਰੀਅਡ ਨੂੰ ਦੇਖਦਾ ਉਦੋਂ ਉਹ ਜਿਹੜਾ ਸਾਡਾ ਰਾਸ਼ਟਰੀ ਅੰਦੋਲਨ ਹੈ ਉਸ ਦੀ ਜਿਹੜੀ ਵਿਚਾਰਧਾਰਾ ਹੈਗੀ ਆ ਉਸ ਵਿੱਚੋਂ ਦੇਖਣਾ ਸ਼ੁਰੂ ਕਰ ਦਿੰਦਾ। ਜਦ ਕਿ ਇਸ ਵਿਚਾਰਧਾਰਾ ਨੂੰ ਅੱਗੇ ਜਾ ਕੇ ਲੋਕਾਂ ਨੇ ਵੰਗਾਰਿਆ ਵੀ। ਜਿਹੜੀ ਸਾਡੀ ਸੁਤੰਤਰਤਾ ਸੰਗਰਾਮ ਦੀ ਸਾਰੀ ਕਹਾਣੀ ਆ ਉਸ ਨੂੰ ਇੱਕ ਉਤਲੀ ਮੱਧ ਸ਼੍ਰੇਣੀ, ਇੱਥੋਂ ਦੇ ਜਿਹੜਾ ਰੀਟ ਹੈ ਉਸ ਦੇ ਸੰਘਰਸ਼ ਦੇ ਰੂਪ ਦੇ ਵਿੱਚ ਵੀ ਦੇਖਿਆ ਗਿਆ। ਜਦੋਂ ਅੰਬੇਦਕਰ ਦੇ ਨਾਲ ਜੋੜ ਕੇ ਅਸੀਂ ਦੇਖਦੇ ਹਾਂ ਤਾਂ ਚੀਜ਼ਾਂ ਬਦਲ ਜਾਂਦੀਆਂ ਨੇ ਕਿ ਜਿਹੜਾ ਇਹ ਸਮੁੱਚੇ ਤੌਰ 'ਤੇ ਇੱਕ ਦਿਪੇਸ਼ ਚੱਕਰਵਰਤੀ ਦਾ ਕੰਮ ਹੈ, ਜਿਹੜਾ ਉਸ ਨੇ ਜਿਹੜੀ ਇਸ ਹਿਸਟਰੀ ਨੂੰ ਚੈਲੰਜ ਕੀਤਾ। ਨਿਊ ਹਿਸਟਰੀ ਅਤੇ ਸਬਾਲਟਨ ਹਿਸਟਰੀ ਦੇ ਜਦੋਂ ਸੰਕਲਪ ਸਾਹਮਣੇ ਆਉਂਦੇ ਨੇ ਤਾਂ ਫਿਰ ਸੁਤੰਤਰਤਾ ਅੰਦੋਲਨ ਦੇ ਬਾਰੇ ਵੱਖਰੇ ਤਰ੍ਹਾਂ ਦੀਆਂ ਰਾਵਾਂ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇਸੇ ਤਰ੍ਹਾਂ ਜਦੋਂ ਅਸੀਂ ਉੱਤਰ ਸੁਤੰਤਰਤਾ ਕਾਲ ਦੇ ਵਿੱਚ ਜਾਂਦੇ ਹਾਂ ਤਾਂ ਉਦੋਂ ਫਿਰ ਬਹੁਤ ਜ਼ਿਆਦਾ ਵੰਨ ਸੁਵੰਨਤਾ ਜਿਹੜੀ ਹੈਗੀ ਆ ਇਤਿਹਾਸਕਾਰੀ ਦੇ ਵਿੱਚ ਆਉਣੀ ਸ਼ੁਰੂ ਹੁੰਦੀ ਆ। ਅਸੀਂ ਉਹਦੇ ਵਿੱਚ
ਇੱਕ ਕੌਮਵਾਦ ਜਿਹੜਾ ਕਹੀਏ ਕਿ ਸੱਭਿਆਚਾਰਕ ਕੌਮਵਾਦ, ਉਸ ਦਾ ਅਸੀਂ ਉਭਾਰ ਦੇਖ ਸਕਦੇ ਹਾਂ। ਉਸ ਦੀ ਦ੍ਰਿਸ਼ਟੀ ਜਿਹੜੀ ਹੈਗੀ ਆ ਇਤਿਹਾਸ ਦੇ ਵਿੱਚ ਜਿਹੜੀ ਹੈਗੀ ਆ ਉਹ ਹਾਵੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਮੈਂ ਤੁਹਾਨੂੰ ਤਾਂ ਗੱਲ ਦੱਸੀ ਆ ਕਿਉਂਕਿ ਇੱਕ ਬੰਦਾ ਜਿਹੜਾ ਇਤਿਹਾਸ ਨੂੰ ਅਪਰੋਚ ਕਰਦਾ ਉਹ ਅਲੱਗ-ਅਲੱਗ ਦ੍ਰਿਸ਼ਟੀਕੋਣਾਂ ਦੇ ਰਾਹੀਂ ਇਤਿਹਾਸ ਨੂੰ ਅਪਰੋਚ ਕਰ ਰਿਹਾ ਅਤੇ ਕਈ ਵਾਰ ਉਹ ਬਹੁਤ ਜ਼ਿਆਦਾ ਆਪਸ ਦੇ ਵਿੱਚ ਕੰਟਰਡਿਕਟਰੀ ਕਿਸਮ ਦੇ ਜਿਹੜੇ ਸੰਕਲਪ ਨੇ ਉਹਨਾਂ ਦੇ ਵਿੱਚੋਂ ਇਤਿਹਾਸ ਤੱਕ ਪਹੁੰਚ ਰਿਹਾ ਹੁੰਦਾ। ਇਸ ਕਰਕੇ ਇਤਿਹਾਸ ਕੋਈ ਮਾਸੂਮ ਚੀਜ਼ ਨਹੀਂ ਹੈ। ਇਹ ਗੱਲ ਮੈਂ ਇਹਦੇ 'ਚ ਸਥਾਪਿਤ ਕਰਨਾ ਚਾਹੁੰਦਾ ਅਤੇ ਮੈਂ ਆਪਣੇ ਅਧਿਐਨ ਦੇ ਰਾਹੀਂ ਸਿੱਖਿਆ ਇਹ ਕਿ ਇਤਿਹਾਸ ਨੂੰ ਪੜ੍ਹਦਿਆਂ ਹੋਇਆਂ ਹਮੇਸ਼ਾ ਇਹ ਦੇਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹ ਕਿਸ ਦਾ ਲਿਖਿਆ ਹੋਇਆ। ਈਆਚਕਾਰ ਹੋਣੀ ਆਪਣੀ ਕਿਤਾਬ ਦੇ ਵਿੱਚ ਇੱਕ ਹਵਾਲੇ ਨਾਲ ਦੱਸਦੇ ਨੇ ਕਿ ਜਾਂ ਕਹਿੰਦੇ ਨੇ ਕਿ ਜਿਹੜੀ ਹਿਸਟਰੀ ਆ, ਜੇ ਤੁਸੀਂ ਉਹਨੂੰ ਪੜ੍ਹਨਾ ਹੈ ਤਾਂ ਸਭ ਤੋਂ ਪਹਿਲਾਂ ਇਤਿਹਾਸਕਾਰ ਨੂੰ ਜਾਣੋ ਕਿ ਇਤਿਹਾਸਕਾਰ ਕੌਣ ਹੈ। ਇਤਿਹਾਸਕਾਰ ਕੌਣ ਦਾ ਮਤਲਬ ਹੈ ਕਿ ਉਸ ਦੀ ਜਿਹੜੀ ਵਿਚਾਰਧਾਰਾ, ਉਸ ਦੀ ਜਮਾਤੀ ਸੰਬੰਧਤਾ ਕਿੱਥੇ ਹੈ, ਉਸ ਦੀ ਵਿਚਾਰਧਾਰਕ ਸੰਬੰਧਤਾ ਕਿੱਥੇ ਹੈ, ਉਹ ਕੀ ਇਸ ਦੇ ਵਿੱਚੋਂ ਹਿੱਤ ਜਿਹੜੇ ਉਹਦੇ ਕਿਹੜੇ ਹਿੱਤਾਂ ਦੀ ਪਾਲਣਾ ਆਪਣੇ ਇਤਿਹਾਸ ਲੇਖਣ ਦੇ ਨਾਲ ਕਰਦਾ ਪਿਆ, ਇਸ ਗੱਲ ਨੂੰ ਜਾਣੋ। ਅਤੇ ਤੁਸੀਂ ਜੇ ਉਸ ਨੂੰ ਨਹੀਂ ਜਾਣ ਸਕਦੇ ਤਾਂ ਤੁਸੀਂ ਇਤਿਹਾਸ ਨੂੰ ਠੀਕ ਤਰੀਕੇ ਨਾਲ ਉਸ ਤੱਕ ਪਹੁੰਚ ਵੀ ਨਹੀਂ ਸਕਦੇ। ਉਹ ਕਹਿੰਦੇ ਤੱਥ ਆਪਣੇ ਆਪ ਦੇ ਵਿੱਚ, ਪਹਿਲੀ ਗੱਲ ਤਾਂ ਜਿਹਨੂੰ ਅਸੀਂ ਇਤਿਹਾਸਕ ਤੱਥ ਕਹਿੰਦੇ ਹਾਂ, ਉਹਨਾਂ ਨੂੰ ਇਤਿਹਾਸਕ ਤੱਥਾਂ ਦੇ ਤੌਰ 'ਤੇ ਪਹਿਲਾਂ ਪਰਿਭਾਸ਼ਿਤ ਕੀਤਾ ਜਾਂਦਾ ਕਿ ਉਹ ਇਤਿਹਾਸਕ ਤੱਥ ਨੇ। ਇਹਦੇ ਪਿੱਛੇ ਵੀ ਇੱਕ ਦ੍ਰਿਸ਼ਟੀ ਕਾਰਜਸ਼ੀਲ ਹੁੰਦੀ ਹੈ ਕਿ ਕਿਹੜੇ ਤੱਥਾਂ ਨੂੰ ਅਸੀਂ ਇਤਿਹਾਸਕ ਤੱਥਾਂ ਦੇ ਤੌਰ 'ਤੇ ਮਾਨਤਾ ਦੇਣੀ ਹੈ ਅਤੇ ਕਿਹੜੇ ਤੱਥਾਂ ਨੂੰ ਅਸੀਂ ਇਤਿਹਾਸਕ ਤੱਥਾਂ ਤੋਂ ਬਾਹਰ ਕੱਢ ਦੇਣਾ। ਜਿਵੇਂ ਮੈਂ ਅਕਸਰ ਉਦਾਹਰਣ ਦਿੰਦਾ ਹੁੰਦਾ ਜਾਂ ਮੈਂ ਆਪਣੇ ਕਲਾਸਾਂ ਦੇ ਵਿੱਚ ਬੱਚਿਆਂ ਨਾਲ ਜਦੋਂ ਵਿਦਿਆਰਥੀਆਂ ਨਾਲ ਗੱਲ ਕਰਦਾ ਤਾਂ ਮੈਂ ਇਹ ਸਵਾਲ ਖੜਾ ਕਰਦਾ ਹੁੰਦਾ ਕਿ ਇਹ ਕਿਵੇਂ ਆ ਕਿ ਮਾਰਨ ਦਾ ਕੰਮ, ਲੜਨ ਦਾ ਕੰਮ, ਯੁੱਧ ਦਾ ਕੰਮ ਤਾਂ ਇਤਿਹਾਸਕ ਮਹੱਤਵ ਰੱਖਦਾ, ਪਰ ਮੁਹੱਬਤ ਕਰਨਾ ਅਤੇ ਸੰਗ ਸਾਥ ਦੇ ਵਿੱਚ ਰਹਿਣਾ ਅਤੇ ਜਨਮ ਦੇਣਾ ਅਤੇ ਜਨਮ ਦੇਣ ਵਾਲੇ ਨੂੰ ਪਾਲਣਾ, ਇਹ ਇਤਿਹਾਸਕ ਕਿਉਂ ਨਹੀਂ ਹੈਗਾ, ਹੈ ਨਾ। ਇਹ ਇਤਿਹਾਸਕਾਰ ਜਿਹੜੇ ਹੈਗੇ ਨੇ, ਇਹਦਾ ਮਤਲਬ ਉਹਨਾਂ ਤੱਥਾਂ ਨੂੰ ਉਹ ਇਤਿਹਾਸਕ ਮੰਨਦੇ ਨੇ ਜਿਨ੍ਹਾਂ ਵਿੱਚ ਯੁੱਧ ਹੋ ਰਿਹਾ, ਜਿਨ੍ਹਾਂ ਦੇ ਵਿੱਚ ਮਾਰਕਾਟ ਹੋ ਰਹੀ ਹੈ, ਜਿਨ੍ਹਾਂ ਦੇ ਵਿੱਚ ਜਿਹੜੀ ਹੈਗੀ ਆ ਕਹੀਏ ਕਿ ਜਿਹੜੀ ਪੋਲੀਟਿਕਸ ਦੇ ਬਾਹਰਵਰਤੀ ਰੂਪ ਨੇ ਉਹ ਪ੍ਰਤੱਖ ਹੋ ਰਹੇ ਨੇ, ਉਹਨਾਂ ਨੂੰ ਅਸੀਂ ਇਤਿਹਾਸਕ ਤੱਥ ਕਹਿੰਦੇ ਹਾਂ। ਪਰ ਇਹਨਾਂ ਨੂੰ ਅਸੀਂ ਇਤਿਹਾਸਕ ਤੱਥ ਕਿਉਂ ਨਹੀਂ ਕਹਿੰਦੇ? ਇਸ ਕਰਕੇ ਜਦੋਂ ਕੋਈ ਇਤਿਹਾਸਕਾਰ ਤੱਥਾਂ ਨੂੰ ਪਰਿਭਾਸ਼ਿਤ ਕਰਦਾ ਹੈ ਇਤਿਹਾਸਕ ਤੱਥਾਂ ਦੇ ਤੌਰ 'ਤੇ, ਤਾਂ ਉਹ 20 ਤੱਥਾਂ ਦੇ ਵਿੱਚੋਂ ਪਹਿਲਾਂ ਚੋਣ ਕਰਕੇ ਕੁਝ ਵਿਸ਼ੇਸ਼ ਤੱਥਾਂ ਨੂੰ ਹਿਸਟੋਰੀਕਲ ਫੈਕਟਸ ਦੇ ਤੌਰ 'ਤੇ ਪਰਿਭਾਸ਼ਿਤ ਕਰਦਾ, ਡਿਫਾਈਨ ਕਰਦਾ। ਇੱਥੋਂ ਉਹਦੀ ਚੋਣ ਸ਼ੁਰੂ ਹੋ ਜਾਂਦੀ ਹੈ। ਅਤੇ ਇਹ ਵੀ ਕਿਹਾ ਜਾਂਦਾ ਹੁੰਦਾ ਕਿ ਜਾਂ ਇੱਕ ਮੈਟਾਫਰ ਰਾਹੀਂ ਕਿਹਾ ਜਾਂਦਾ ਕਿ ਇਤਿਹਾਸਕ ਤੱਥ ਆਪਣੇ ਆਪ ਦੇ ਵਿੱਚ ਬੋਰੀ ਹੁੰਦੇ ਨੇ, ਜਿਹੜੀ ਖਾਲੀ ਬੋਰੀ ਹੁੰਦੀ ਆ, ਉਹਦੇ ਵਿੱਚ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਵਿਆਖਿਆ ਦੇ ਨਾਲ ਉਸ ਬੋਰੀ ਦੇ ਵਿੱਚ ਵਿਆਖਿਆਵਾਂ ਭਰੀਆਂ ਜਾਂਦੀਆਂ ਨੇ ਅਤੇ ਉਹ ਭਰੀਆਂ ਹੋਈਆਂ ਵਿਆਖਿਆਵਾਂ ਦੇ ਨਾਲ ਇਹ ਬੋਰੀ ਜਿਹੜੀ ਹੈਗੀ ਆ ਉਹ ਖੜੀ ਹੁੰਦੀ ਆ। ਬੋਰੀ ਆਪਣੇ ਆਪ ਦੇ ਵਿੱਚ ਖੜੀ ਨਹੀਂ ਹੋ ਸਕਦੀ, ਇਤਿਹਾਸਕਾਰ ਦੀਆਂ ਵਿਆਖਿਆਵਾਂ ਦੇ ਨਾਲ ਬੋਰੀ ਖੜੀ ਹੁੰਦੀ ਹੈ। ਇਸ ਕਰਕੇ ਇਤਿਹਾਸ ਵਿਆਖਿਆਵਾਂ ਦਾ ਸੰਗ੍ਰਹਿ ਆ, ਇਤਿਹਾਸ ਤੱਥਾਂ ਦਾ ਸੰਗ੍ਰਹਿ ਨਹੀਂ ਹੈਗਾ। ਖਾਸ ਤੱਥਾਂ ਦੀ ਜਿਹੜੀ ਵਿਆਖਿਆ ਹੋ ਰਹੀ ਹੁੰਦੀ ਆ ਉਹ ਸਾਡੇ ਤੱਕ ਅੱਪੜਦੀ ਆ, ਅਤੇ ਉਹ ਵਿਆਖਿਆ ਹਿਸਟੋਰੀਅਨ ਦੇ ਰਾਹੀਂ ਸਾਡੇ ਤੱਕ ਅੱਪੜਦੀ ਹੈ, ਉਸ ਦੇ ਵਿਸ਼ੇਸ਼ ਤਰ੍ਹਾਂ ਦੇ ਇਤਿਹਾਸ ਦੇ ਸੰਕਲਪ ਕਰਕੇ ਸਾਡੇ ਤੱਕ ਅੱਪੜਦੀ ਹੈ। ਇਸ ਕਰਕੇ ਇਤਿਹਾਸ ਦੇ ਵਿੱਚ ਇੰਨ ਬਿੰਨ ਭਰੋਸਾ ਨਹੀਂ ਕਰਨਾ ਚਾਹੀਦਾ। ਜਾਂ ਜਿਵੇਂ ਅਸੀਂ ਅੱਜ ਦੇਖ ਰਹੇ ਹਾਂ, ਅੱਜ ਹਿਸਟਰੀ ਜਿਹੜੀ ਹੈਗੀ ਆ ਸਭ ਤੋਂ ਜ਼ਿਆਦਾ ਇਸ ਦੇ ਵਾਸਤੇ ਬਹਿਸ ਹੋ ਰਹੀ ਹੈ, ਸਭ ਤੋਂ ਜ਼ਿਆਦਾ ਕੰਟੈਸਟਿੰਗ ਸਪੇਸ ਇਤਿਹਾਸ ਬਣਿਆ ਹੋਇਆ। ਇਤਿਹਾਸ ਦੇ ਵਿੱਚ ਕੀ ਹੋਇਆ, ਹਰ ਧਿਰ ਦੀ ਆਪਣੀ ਇੱਕ ਇਤਿਹਾਸਕ ਚੇਤਨਾ, ਜਿਹੜੀ ਅਸੀਂ ਕਹਿੰਦੇ ਹਾਂ ਸੱਜੇ ਪੱਖੀ ਇਤਿਹਾਸਕ ਚੇਤਨਾ ਹੈਗੀ ਆ, ਜਿਹੜੀ ਕਿ ਇਹ ਸਾਬਤ ਕਰ ਰਹੇ ਨੇ ਕਿ ਇੱਕ ਖਾਸ ਧਰਮ ਨੂੰ ਮੰਨਣ ਵਾਲੇ ਲੋਕ ਜਾਂ ਜਿਹੜੇ ਮੁਸਲਮਾਨ ਨੇ, ਉਹ ਸ਼ਾਇਦ ਬਾਹਰੋਂ ਆਏ ਹੋਏ ਨੇ, ਉਹ ਇਹਨਾਂ ਤੱਥਾਂ ਨੂੰ ਆਪਣੇ ਤਰ੍ਹਾਂ ਦੇ ਰੰਗ ਦੇ ਵਿੱਚ ਉਸ ਦੀ ਵਿਆਖਿਆ ਦੇ ਰਹੇ ਨੇ। ਰਾਮ ਜਨਮ ਭੂਮੀ ਦੇ ਮੁੱਦੇ ਤੋਂ ਇਤਿਹਾਸਕਾਰੀ ਦਾ ਇੱਕ ਖਾਸ ਤਰ੍ਹਾਂ ਦਾ ਜਿਹੜਾ ਦ੍ਰਿਸ਼ਟੀਕੋਣ ਹੈ ਉਹ ਸਾਹਮਣੇ ਆਉਣਾ ਸ਼ੁਰੂ ਹੋ ਜਾਂਦਾ ਹੈ, ਜਿਹੜਾ ਕਿ ਸੈਕੂਲਰ ਹਿਸਟਰੀ ਨੂੰ ਰੱਦ ਕਰਦਾ। ਮੈਂ ਪ੍ਰੋਫੈਸਰ ਗੁਲਵੰਤ ਸਿੰਘ ਹੋਰਾਂ ਦੇ ਹਵਾਲੇ ਨਾਲ ਤੁਹਾਨੂੰ ਬੜੀ ਰੌਚਕ ਗੱਲ ਦੱਸਦਾ, ਅਤੇ ਸਵਾਲ ਉਹਨਾਂ ਨੇ ਖੜਾ ਕੀਤਾ ਸੀ ਅਤੇ ਉਹਨਾਂ ਨੇ ਮੈਨੂੰ ਇਹ ਜਿਹੜਾ ਜਦੋਂ ਰਾਮ ਜਨਮ ਭੂਮੀ ਦਾ ਮੁੱਦਾ ਇਹ ਚੱਲ ਰਿਹਾ ਸੀ, ਉਦੋਂ ਦੀ ਗੱਲ ਹੀ ਹੈ, 92-93 ਦੇ ਵਿੱਚ ਅਸੀਂ ਇਕੱਠੇ ਕਿਤੇ ਯਾਤਰਾ ਕਰ ਰਹੇ ਸੀ। ਉਸ ਸਮੇਂ ਦੌਰਾਨ ਪ੍ਰੋਫੈਸਰ ਗੁਲਵੰਤ ਸਿੰਘ ਨੇ ਰਾਮ ਜਨਮ ਭੂਮੀ ਦੇ ਅਤੇ ਬਾਬਰੀ ਮਸਜਿਦ ਬਾਰੇ ਕੁਝ ਗੱਲ ਕੀਤੀ। ਉਹ ਕਹਿੰਦੇ ਕਿ ਜਿਹੜੀ ਬਾਬਰੀ ਮਸਜਿਦ ਹੈ ਉਸ ਦੇ ਵਿੱਚ ਜਿਹੜੀਆਂ ਮੂਰਤੀਆਂ ਇਸ ਕਰਕੇ ਇਨਟੈਕਟ ਰਹੀਆਂ, ਇਹ ਲੰਬੀ ਗੱਲ ਹੈ, ਮੈਂ ਇਹਨੂੰ ਬਹੁਤ ਛੋਟੇ ਰੂਪ ਦੇ ਵਿੱਚ ਹੀ ਤੁਹਾਡੇ ਤੱਕ ਕਰੂੰਗਾ। ਉਹ ਇਸ ਕਰਕੇ ਰਹਿ ਗਈਆਂ ਕਿਉਂਕਿ ਜਿਨ੍ਹਾਂ ਨੇ ਮਸਜਿਦ ਬਣਾਈ ਉਹਨਾਂ ਤੋਂ ਉਹ ਤੋੜੀਆਂ ਨਹੀਂ ਗਈਆਂ, ਯਾਨੀ ਉਹਨਾਂ ਦੇ ਅੰਦਰ ਉਹ ਆਸਥਾ ਕਿਤੇ ਮੌਜੂਦ ਸੀ ਕਿ ਜਦੋਂ ਉਹਨਾਂ ਨੇ ਮਸਜਿਦ ਦੇ ਵਿੱਚ ਪੁਰਾਣੇ ਕਿਸੇ ਢਏ ਹੋਏ ਮੰਦਿਰ ਨੂੰ, ਉਹਨਾਂ ਨੇ ਮਸਜਿਦ ਦੇ ਵਿੱਚ ਉਹ ਵੀ ਇਹਨਾਂ ਨੇ ਕਿਹਾ ਕਿ ਇਹ ਇੱਕ ਢਿਆ ਹੋਇਆ ਮੰਦਿਰ ਸੀਗਾ,
ਜਿਹੜਾ ਕਿ ਇਹ ਇੱਕ ਤਰ੍ਹਾਂ ਨਾਲ ਬਰਾਨ ਹੋ ਚੁੱਕਿਆ ਸੀ। ਇਸ ਦੇ ਵਿੱਚ ਲੋਕਾਂ ਦਾ ਆਉਣਾ ਜਾਣਾ ਬੰਦ ਹੋ ਗਿਆ ਸੀ ਅਤੇ ਲੋਕਾਂ ਦੀ ਆਸਥਾ ਬਦਲ ਗਈ ਸੀ। ਜਿਹੜੇ ਉਹਦੇ ਆਲੇ ਦੁਆਲੇ ਰਹਿੰਦੇ ਸੀ ਉਹਨਾਂ ਦੀ ਹੀ ਆਪਣੀ ਥਾਂ ਸੀ, ਜਿਹੜੀ ਥਾਂ ਨੂੰ ਉਹਨਾਂ ਨੇ ਇੱਕ ਤਰ੍ਹਾਂ ਨਾਲ ਮਸਜਿਦ ਦੇ ਰੂਪ ਦੇ ਵਿੱਚ ਰੂਪਾਂਤਰਿਤ ਕੀਤਾ। ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਤੋਂ ਇਹ ਹੋਇਆ ਨਹੀਂ ਗਾ ਕਿ ਉਹ ਜੋ ਮੂਰਤੀਆਂ ਬਚੀਆਂ ਖੁਚੀਆਂ ਸੀਗੀਆਂ ਉਹਨਾਂ ਨੂੰ ਵੀ ਉਹ ਖਤਮ ਕਰ ਦਿੰਦੇ। ਅਤੇ ਇਹ ਕਹਿੰਦੇ ਵੀ ਇਹ ਉਹਨਾਂ ਲੋਕਾਂ ਦੇ ਇੱਕ ਤਰ੍ਹਾਂ ਨਾਲ ਮਨ ਦੇ ਵਿੱਚ ਮੂਰਤੀਆਂ ਦੇ ਪ੍ਰਤੀ ਜਿਹੜੀ ਆਸਥਾ ਅਤੇ ਸ਼ਰਧਾ ਸੀ, ਉਸ ਦਾ ਬਚਿਆ ਖੁਚਿਆ ਜਿਹੜਾ ਰੂਪ ਸੀ, ਉਸ ਕਰਕੇ ਉਹਨੂੰ ਢਾਹ ਨਹੀਂ ਸਕੇ ਪੂਰੇ ਤਰੀਕੇ ਨਾਲ, ਉਹਨੂੰ ਪੂਰੀ ਤਰ੍ਹਾਂ ਨੇਸਤੋ ਨਾਬੂਦ ਕਰਕੇ ਮਸਜਿਦ ਨਹੀਂ ਖੜੀ ਕਰ ਸਕੇ। ਇਹ ਹੁਣ ਬਿਲਕੁਲ ਵੱਖਰੇ ਤਰ੍ਹਾਂ ਦੀ ਵਿਆਖਿਆ ਹੈ। ਅਤੇ ਤੁਸੀਂ ਇੱਕੋ ਹੀ ਤੱਥ ਨੂੰ ਇੱਕ ਦ੍ਰਿਸ਼ਟੀਕੋਣ ਤੋਂ ਦੇਖੋਗੇ ਤਾਂ ਉਸ ਦੇ ਵਿੱਚੋਂ ਕੋਈ ਹੋਰ ਅਰਥ ਨਜ਼ਰ ਆਉਣਗੇ, ਦੂਸਰੇ ਦ੍ਰਿਸ਼ਟੀਕੋਣ ਤੋਂ ਦੇਖੋਗੇ ਤਾਂ ਉਸ ਦੇ ਵਿੱਚ ਕੋਈ ਹੋਰ ਅਰਥ ਨਜ਼ਰ ਆਉਣਗੇ। ਅਤੇ ਇਹ ਅਰਥ ਪੋਲੀਟਿਕਸ ਦੇ ਵਿੱਚ ਕਾਰਜਸ਼ੀਲ ਹੁੰਦੇ ਨੇ। ਜਿਹੜੀ ਸਮਿਓਟਿਕਸ ਹੁੰਦੀ ਹੈ ਇਕੱਲੀ ਲਿਟਰੇਰੀ ਨਹੀਂ ਹੁੰਦੀ ਹੈਗੀ, ਸਮਿਓਟਿਕਸ ਬਹੁਤ ਹੀ ਗਹਿਰੇ ਰੂਪ ਦੇ ਵਿੱਚ ਰਾਜਨੀਤਿਕ ਵੀ ਹੁੰਦੀ ਹੈ। ਅਤੇ ਰਾਜਨੀਤਿਕ ਰੂਪ ਦੇ ਵਿੱਚ ਚੀਜ਼ਾਂ ਨੂੰ ਅਰਥ ਦਿੱਤੇ ਜਾਂਦੇ ਨੇ ਅਤੇ ਉਹਨਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ। ਅਤੇ ਇਸ ਦੇ ਬਾਰੇ ਬਹੁਤ ਜ਼ਿਆਦਾ ਹੋਰ ਗੱਲਾਂ ਹੋ ਸਕਦੀਆਂ ਨੇ। ਮੈਂ ਉਦਾਹਰਨ ਦੇ ਰਾਹੀਂ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇਤਿਹਾਸ ਦਾ ਜੇ ਕਹੀਏ ਕਿ ਇੱਕ ਇਮਾਰਤ ਸੀਗੀ ਜਿਹਨੂੰ ਅਸੀਂ ਰਾਮ ਜਨਮ ਭੂਮੀ ਜਾਂ ਬਾਬਰੀ ਮਸਜਿਦ ਦੇ ਰੂਪ ਦੇ ਵਿੱਚ ਦੇਖਦੇ ਹਾਂ। ਉਸ ਇਮਾਰਤ ਦੀਆਂ ਵੱਖਰੀਆਂ ਇਤਿਹਾਸਕ ਵਿਆਖਿਆਵਾਂ ਸਾਡੇ ਤੱਕ ਆਪਣੀਆਂ ਅਤੇ ਉਹਨਾਂ ਇਤਿਹਾਸਕ ਵਿਆਖਿਆਵਾਂ ਨੇ ਪੂਰੀ ਜਿਹੜੀ ਭਾਰਤ ਦੀ ਪੋਲੀਟਿਕਸ ਹੈ ਉਹ ਤਬਦੀਲ ਕਰਤੀ। ਤਾਂ ਇਤਿਹਾਸ ਅੱਜ ਦੇ ਸਮੇਂ ਦੇ ਵਿੱਚ ਤਾਂ ਖਾਸ ਕਰਕੇ ਇਸ ਨੂੰ ਬਹੁਤ ਹੀ ਬਾਰੀਕੀ ਦੇ ਵਿੱਚ, ਬਹੁਤ ਜ਼ਿਆਦਾ ਘੋਖਵੇਂ ਰੂਪ ਦੇ ਵਿੱਚ, ਬਹੁਤ ਜ਼ਿਆਦਾ ਅਵਿਸ਼ਵਾਸ ਨਾਲ ਦੇਖਣ ਦੀ ਲੋੜ ਹੈ। ਕੋਈ ਵੀ ਹਿਸਟਰੀ ਪੜ੍ਹਦੇ ਹਾਂ ਉਸ ਦੇ ਉੱਪਰ ਇੰਨ ਬਿੰਨ ਭਰੋਸਾ ਨਹੀਂ ਕੀਤਾ ਜਾ ਸਕਦਾ। ਸਭ ਤੋਂ ਪਹਿਲਾਂ ਦੇਖੋ ਕਿ ਇਤਿਹਾਸਕਾਰ ਕੌਣ ਹੈ, ਉਸ ਦੀ ਵਿਚਾਰਧਾਰਕ ਸੰਬੰਧਤਾ ਐਫੀਲੀਏਸ਼ਨ ਕਿੱਥੇ ਹੈ ਅਤੇ ਉਸ ਦੇ ਹਿੱਤ ਕੀ ਨੇ, ਕਿਹੜੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਦੇ ਵਾਸਤੇ ਉਹ ਇਤਿਹਾਸਕਾਰੀ ਕਰਦਾ ਪਿਆ। ਇਹ ਭਾਵੇਂ ਸਾਡਾ ਆਪਣਾ ਸਿੱਖ ਇਤਿਹਾਸ ਹੈ, ਭਾਵੇਂ ਬਰਤਾਨੀਆ ਦੇ ਦ੍ਰਿਸ਼ਟੀਕੋਣ ਤੋਂ ਲਿਖਿਆ ਗਿਆ ਮੱਧਕਾਲ ਦਾ ਇਤਿਹਾਸ ਹੈ। ਹਮੇਸ਼ਾ ਹੀ ਮਹੱਤਵਪੂਰਨ ਹੁੰਦਾ ਹੈ ਕਿ ਇਤਿਹਾਸ ਜਿਹੜਾ ਹੈਗਾ ਉਸ ਦੇ ਵਿੱਚ ਜਿਹੜੇ ਹਿੱਤਾਂ ਦੀ ਕਹਾਣੀ ਹੈ, ਜਦ ਤੱਕ ਉਹਨੂੰ ਅਸੀਂ ਉਹਦੀ ਪਰਤ ਨੂੰ ਨਹੀਂ ਫਰੋਲਾਂਗੇ, ਉੱਪਰਲੇ ਸਿਰਫ ਤੱਥਾਂ ਦੇ ਉੱਪਰ ਹੀ ਅਸੀਂ ਭਰੋਸਾ ਕਰੀ ਜਾਵਾਂਗੇ ਤਾਂ ਅਸੀਂ ਇਤਿਹਾਸ ਦੇ ਵਿੱਚ ਪਹੁੰਚ ਨਹੀਂ ਪਾਵਾਂਗੇ, ਇਤਿਹਾਸ ਨੂੰ ਸਮਝ ਨਹੀਂ ਪਾਵਾਂਗੇ। ਆਖਰੀ ਮੈਂ ਉਦਾਹਰਣ ਇਤਿਹਾਸ ਦੇ ਸੰਬੰਧ ਦੇ ਵਿੱਚ ਦੇਣਾ ਚਾਹੁੰਦਾ ਕਿ ਜਿਸ ਨੂੰ ਅਸੀਂ ਵਰਲਡ ਵਾਰ ਕਹਿੰਦੇ ਹਾਂ। ਹੁਣ ਅਸੀਂ ਵਰਲਡ ਵਾਰ ਬੁਨਿਆਦੀ ਤੌਰ 'ਤੇ ਅਸੀਂ ਮਤਲਬ ਜਿਹੜਾ ਸੰਕਲਪ ਸਾਡੇ ਮਨਾਂ ਦੇ ਵਿੱਚ ਜਦੋਂ ਇਸ ਸ਼ਬਦ ਨੂੰ ਸੁਣਦੇ ਹਾਂ ਤਾਂ ਉਹ ਬਣਦਾ ਹੈ ਕਿ ਵਰਲਡ ਵਾਰ ਦਾ ਮਤਲਬ ਜਦੋਂ ਪੂਰਾ ਵਿਸ਼ਵ ਜਿਹੜਾ ਹੈਗਾ ਉਹ ਯੁੱਧ ਦੇ ਵਿੱਚ ਗਲਤਾਨ ਹੋ ਗਿਆ, ਉਹਦੇ ਵਿੱਚ ਚਲਾ ਗਿਆ। ਜਦ ਕਿ ਹਕੀਕਤ ਇਹ ਹੈ ਕਿ ਕਦੇ ਵੀ ਐਵੇਂ ਨਹੀਂ ਹੋਇਆ ਕਿ ਪੂਰਾ ਵਿਸ਼ਵ ਯੁੱਧ ਦੇ ਵਿੱਚ ਸ਼ਾਮਲ ਹੋਵੇ। ਉਹ ਯੁੱਧ ਬਸਤੀਕਾਰਾਂ ਦਾ ਬਸਤੀਆਂ ਦੇ ਉੱਪਰ ਨਿਯੰਤਰਣ ਰੱਖਣ ਵਾਸਤੇ ਯੁੱਧ ਸੀ, ਜਿਹੜੇ ਆਪਣੇ ਆਪ ਨੂੰ ਵਿਸ਼ਵ ਮੰਨਦੇ ਸੀ। ਉਹ ਵਿਸ਼ਵ ਯੁੱਧ ਨਹੀਂ ਸੀ, ਆਪਣੇ ਆਪ ਨੂੰ ਵਿਸ਼ਵ ਮੰਨਣ ਵਾਲੇ ਅਤੇ ਵਿਸ਼ਵ ਦੇ ਮਾਲਕ ਸਮਝਣ ਵਾਲੀਆਂ ਜਿਹੜੀਆਂ ਧਿਰਾਂ ਸੀ ਉਹਨਾਂ ਦਾ ਯੁੱਧ ਸੀ। ਅਤੇ ਇਹ ਜੇ ਕਿਹਾ ਜਾਵੇ ਕਿ ਕਦੇ ਵੀ ਵਰਲਡ ਵਾਰ ਨਹੀਂ ਹੋਈ ਤਾਂ ਇਸ ਦੇ ਵਿੱਚ ਕੋਈ ਅਤਕਥਨੀ ਨਹੀਂ ਹੈਗੀ। ਕੋਈ ਵੀ ਹਾਲੇ ਤੱਕ ਕੋਈ ਵਰਲਡ ਵਾਰ ਨਹੀਂ ਹੋਈ। ਜਿਹੜੀ ਵਰਲਡ ਵਾਰ ਦਾ ਟੈਗ ਹੈ ਜਾਂ ਇਹ ਜਿਹੜਾ ਸਿਰਲੇਖ ਹੈ ਇਹ ਉਹਨਾਂ ਲੋਕਾਂ ਦਾ ਦਿੱਤਾ ਹੋਇਆ ਜਿਹੜੇ ਆਪਣੇ ਆਪ ਨੂੰ ਵਿਸ਼ਵ ਸਮਝਦੇ ਨੇ ਅਤੇ ਬਾਕੀ ਹੋਰ ਜਿਹੜੀ ਦੁਨੀਆ ਹੈਗੀ ਆ ਉਹਨਾਂ ਨੂੰ ਬੜਾ ਉਹ ਦੁਜੈੜਾ ਸਮਝਦੇ ਨੇ। ਉਹਨੂੰ ਲੱਗਦਾ ਕਿ ਇਹ ਸਾਡੇ ਮੁਕਾਬਲੇ ਦੇ ਵਿੱਚ ਇਹਨਾਂ ਦੀ ਕੋਈ ਹੋਂਦ ਨਹੀਂ ਹੈ। ਆਪਣੇ ਆਪ ਨੂੰ ਹੀ ਉਹ ਵਿਸ਼ਵ ਦੇ ਰੂਪ ਦੇ ਵਿੱਚ ਪਰਿਭਾਸ਼ਿਤ ਕਰਦੇ ਨੇ ਅਤੇ ਫਿਰ ਆਪਣੀਆਂ ਜੰਗਾਂ ਯੁੱਧਾਂ ਨੂੰ ਉਹ ਵਿਸ਼ਵ ਯੁੱਧ ਦੇ ਰੂਪ ਦੇ ਵਿੱਚ ਪੇਸ਼ ਕਰਦੇ ਨੇ। ਇਸੇ ਤਰੀਕੇ ਦੀ ਉਦਾਹਰਨ ਜਿਹੜੀ ਹੈਗੀ ਆ ਉਹ ਜਦੋਂ ਅਸੀਂ ਕਹਿੰਦੇ ਭਾਰਤ ਨੂੰ ਵਾਸਕੋ ਡੇ ਗਾਮਾ ਨੇ ਲੱਭਿਆ ਤਾਂ ਇਸ ਗੱਲ ਦੇ ਵਿੱਚ ਥੋੜ੍ਹਾ ਜਿਹਾ ਆਪਾਂ ਨੂੰ ਦੇਖਣ ਦੀ ਸੋਚਣ ਦੀ ਲੋੜ ਹੈ ਕਿ ਕੀ 1498 ਤੋਂ ਪਹਿਲਾਂ ਭਾਰਤ ਗੁੰਮਿਆ ਹੋਇਆ ਸੀ? ਕੀ ਭਾਰਤ ਇਸ ਇਤਿਹਾਸ ਦੇ ਵਿੱਚ ਜਦ ਕਿ ਗੁਰੂ ਨਾਨਕ ਦੇਵ ਜੀ ਦਾ ਜਨਮ ਹੋ ਚੁੱਕਿਆ ਸੀ, ਸ਼ੇਖ ਫਰੀਦ ਜੀ ਹੋ ਚੁੱਕੇ ਸੀ, ਬਹੁਤ ਸਾਰੇ ਕਿੱਸਾਕਾਰ ਹੋ ਚੁੱਕੇ 1498 ਦੇ ਵਿੱਚ ਉਹ ਇਸ ਸੰਸਾਰ ਦੇ ਵਿੱਚ ਮੌਜੂਦ ਸੀ ਅਤੇ ਉਸ ਸਮੇਂ ਅੰਗਰੇਜ਼ਾਂ ਨੂੰ ਜਾਂ ਕਹੀਏ ਕਿ ਬਰਤਾਨੀਆ ਨੂੰ ਭਾਰਤ ਤੱਕ ਪਹੁੰਚਣ ਦਾ ਰਸਤਾ ਨਹੀਂ ਸੀ ਪਤਾ ਅਤੇ ਉਹਨਾਂ ਨੇ ਆਪਣੇ ਅਗਿਆਨ ਨੂੰ ਵੀ ਗਿਆਨ ਦੇ ਰੂਪ ਦੇ ਵਿੱਚ ਧਾਰਨਾ ਦੇ ਇੱਕ ਪ੍ਰਾਪਤੀ ਦੇ ਰੂਪ ਦੇ ਵਿੱਚ ਪੇਸ਼ ਕਰਤਾ ਕਿ ਅਸੀਂ ਭਾਰਤ ਨੂੰ ਲੱਭਿਆ ਹੈ ਨਾ। ਭਾਰਤ ਕੋਈ ਗੁੰਮਿਆ ਹੋਇਆ ਨਹੀਂ ਸੀ, ਉਹਨਾਂ ਦੇ ਗਿਆਨ ਦੇ ਵਿੱਚ ਨਹੀਂ ਸੀਗਾ। ਉਹਨਾਂ ਨੇ ਮਤਲਬ ਇਹ ਹੁੰਦੀ ਆਈਡੀਓਲੋਜੀ ਕਿ ਅਸੀਂ ਬੜੇ ਆਰਾਮ ਦੇ ਨਾਲ ਹੀ ਉੱਤਰ ਦੇ ਦਿੰਦੇ ਹਾਂ ਜਦੋਂ ਕੋਈ ਪੁੱਛਦਾ ਭਾਰਤ ਦੀ ਖੋਜ ਕਿਸ ਨੇ ਕੀਤੀ, ਅਸੀਂ ਕਹਿੰਦਾ ਵਾਸਕੋ ਡੇ ਗਾਮਾ ਨੇ ਅਤੇ 1498 ਦੇ ਵਿੱਚ ਉਸਨੇ ਲੱਭਿਆ ਸੀਗਾ। ਇਹ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਕ ਵਿਸ਼ੇਸ਼ ਦ੍ਰਿਸ਼ਟੀਕੋਣ ਤੋਂ ਦਿੱਤਾ ਗਿਆ ਇੱਕ ਨਾਮ ਹੈ ਜਾਂ ਇੱਕ ਦਿੱਤੀ ਗਈ ਵਿਆਖਿਆ ਹੈ। ਇਸ ਰੂਪ ਦੇ ਵਿੱਚ ਅਸੀਂ ਜੇ ਇਤਿਹਾਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਨੂੰ ਇਤਿਹਾਸ ਦੀ ਜਿਹੜੀ ਹੈ ਸਮਝ ਲਓ ਕਿ ਉਹਦੀ ਅੰਤਰਧਾਰਾ ਜਿਹੜੀ ਹੈਗੀ ਆ ਉਹ ਸਮਝ ਆਊਗੀ। ਇਸ ਕਰਕੇ ਜਦੋਂ ਵੀ ਅਸੀਂ ਇਤਿਹਾਸ ਪੜ੍ਹੀਏ ਉਸ ਨੂੰ ਇੰਨ ਬਿੰਨ ਕਬੂਲ ਕਰਨ ਦੀ ਥਾਂ ਦੇ ਉੱਪਰ ਉਹਦੀਆਂ ਤਹਿਾਂ ਨੂੰ ਫਰੋੜਨ ਦੀ ਕੋਸ਼ਿਸ਼ ਕਰੀਏ। ਉਸ ਦੇ ਵਿੱਚ ਇਤਿਹਾਸਕਾਰ ਕੌਣ ਹੈ, ਉਸ ਦੀ ਦ੍ਰਿਸ਼ਟੀ ਕੀ ਹੈ, ਉਹ ਕਿਸ ਜਮਾਤ ਨਾਲ ਕਿਸ ਰਾਜਨੀਤਿਕ ਵਿਚਾਰਧਾਰਾ ਨਾਲ ਜੁੜਿਆ ਹੋਇਆ, ਉਸ ਦੇ ਹਿੱਤ ਕੀ ਨੇ,
ਉਹ ਸਥਾਪਿਤ ਕੀ ਕਰਨਾ ਚਾਹੁੰਦਾ ਹੈ। ਉਹ ਇਤਿਹਾਸ ਕੌਮ ਪ੍ਰਸਤੀ ਦਾ ਇਤਿਹਾਸ ਹੈ। ਉਹ ਇਤਿਹਾਸ ਕਿਸੇ ਖਾਸ ਜਮਾਤ ਦੇ ਦ੍ਰਿਸ਼ਟੀਕੋਣ ਤੋਂ ਲਿਖਿਆ ਹੋਇਆ ਇਤਿਹਾਸ ਹੈ ਨਾ, ਜਾਂ ਉਸ ਦੇ ਜਿਹੜੇ ਉਹਦੇ ਦਾਰਸ਼ਨਿਕ ਆਧਾਰ, ਉਹਦੇ ਵਿਚਾਰਧਾਰਕ ਆਧਾਰ ਕੀ ਨੇ, ਜਦ ਤੱਕ ਅਸੀਂ ਨਹੀਂ ਜਾਣਾਂਗੇ ਉਦੋਂ ਤੱਕ ਅਸੀਂ ਇਤਿਹਾਸ ਦੀ ਠੀਕ ਪਛਾਣ ਨਹੀਂ ਕਰ ਸਕਦੇ। ਅਤੇ ਅੱਜ ਦੇ ਦਿਨ ਦੇ ਵਿੱਚ ਇਤਿਹਾਸ ਦੇ ਬਾਰੇ ਇੰਨੇ ਚੌਕੰਨੇ ਚੇਤੰਨ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਇੱਥੋਂ ਅਸੀਂ ਗੱਲ ਆਪਣੀ ਲੈ ਕੇ ਜਾਂਦੇ ਹਾਂ ਸਾਹਿਤ ਦੇ ਇਤਿਹਾਸ ਵੱਲ ਅਸੀਂ ਆਉਂਦੇ ਹਾਂ, ਕਿਉਂਕਿ ਸਾਹਿਤ ਦਾ ਇਤਿਹਾਸ ਇੱਕ ਇਤਿਹਾਸ ਦੀ ਨਿਰੰਤਰਤਾ ਦੇ ਵਿੱਚ ਵੀ ਹੈ, ਪਰ ਇਤਿਹਾਸ ਦੀ ਨਿਰੰਤਰਤਾ ਤੋਂ ਇੱਕ ਵੱਖਰੇ ਤਰ੍ਹਾਂ ਦੇ ਵਰਤਾਰੇ ਦਾ ਇਤਿਹਾਸ ਵੀ ਹੈ। ਰੈਨੇ ਵੈਲਕ ਹੋਰਾਂ ਨੇ ਇੱਕ ਥਾਂ ਦੇ ਉੱਪਰ ਲਿਖਿਆ ਹੋਇਆ ਕਿ ਜ਼ਿਆਦਾਤਰ ਜਿਹੜੇ ਸਾਹਿਤ ਦੇ ਇਤਿਹਾਸ ਨੇ ਉਹ ਸੱਭਿਅਤਾਵਾਂ ਦੇ ਇਤਿਹਾਸ ਨੇ, ਅਤੇ ਉਹਨਾਂ ਦੇ ਵਿੱਚੋਂ ਸਾਹਿਤ ਗਾਇਬ ਹੈ ਜਾਂ ਸਾਹਿਤਕ ਸੁਹਜਾਤਮਕ ਦ੍ਰਿਸ਼ਟੀ ਗਾਇਬ ਹੈ, ਕਿਉਂਕਿ ਉਹਨਾਂ ਦੇ ਵਿੱਚ ਸਾਹਿਤ ਨੂੰ ਮਹਿਜ ਸੱਭਿਅਤਾਵਾਂ ਦੇ ਵਿਕਾਸ ਜਾਂ ਸੱਭਿਅਤਾਵਾਂ ਦੇ ਇਤਿਹਾਸ ਨੂੰ ਪ੍ਰਮਾਣਿਤ ਕਰਨ ਵਾਸਤੇ ਸਾਹਿਤ ਦੀ ਗੱਲ ਥੋੜ੍ਹੀ ਬਹੁਤ ਕੀਤੀ ਗਈ ਹੈ। ਅਤੇ ਦੂਜੇ ਪਾਸੇ ਉਹ ਕਹਿੰਦੇ ਨੇ ਕਿ ਜਾਂ ਫਿਰ ਜ਼ਿਆਦਾਤਰ ਜਿੱਥੇ ਇਹ ਨਹੀਂ ਹੈਗਾ ਉੱਥੇ ਸਾਹਿਤ ਦੇ ਇਤਿਹਾਸ ਜ਼ਿਆਦਾਤਰ ਆਲੋਚਨਾਤਮਕ ਲੇਖਾਂ ਦੇ ਸੰਗ੍ਰਹਿ ਨੇ, ਵੱਖ-ਵੱਖ ਸਾਹਿਤਕ ਕਿਰਤਾਂ ਦੇ, ਵੱਖ-ਵੱਖ ਲੇਖਕਾਂ ਦੇ, ਵੱਖ-ਵੱਖ ਜਿਹੜੀਆਂ ਧਾਰਾਵਾਂ ਨੇ ਉਹਨਾਂ ਦੇ ਪ੍ਰਤੀ ਜਿਹੜੇ ਆਲੋਚਕ ਨੇ ਉਹਨਾਂ ਦੇ ਆਪਣੇ ਮੁਲਾਂਕਣ ਨੂੰ ਉਹਨਾਂ ਨੇ ਇੱਕ ਥਾਂ ਦੇ ਉੱਪਰ ਇੱਕ ਤਰ੍ਹਾਂ ਸੰਗ੍ਰਹਿਤ ਕਰ ਦਿੱਤਾ। ਉਹ ਕਹਿੰਦੇ ਇਹਦੇ ਵਿੱਚੋਂ ਹਿਸਟਰੀ ਗਾਇਬ ਹੈ। ਪਹਿਲੇ ਤਰ੍ਹਾਂ ਦੇ ਇਤਿਹਾਸ ਦੇ ਵਿੱਚੋਂ ਸਾਹਿਤ ਇੱਕ ਰੂਪ ਦੇ ਤੌਰ 'ਤੇ ਜਾਂ ਇੱਕ ਤਰ੍ਹਾਂ ਨਾਲ ਵੱਖਰੇ ਕਲਾਤਮਕ ਪਾਸਾਰ ਦੇ ਤੌਰ 'ਤੇ ਉਹਦੇ ਵਿੱਚੋਂ ਮਨਫੀ ਹੈ, ਅਤੇ ਦੂਸਰੇ ਤਰ੍ਹਾਂ ਦੇ ਜਿਹੜੇ ਸਾਹਿਤ ਦੇ ਇਤਿਹਾਸ ਕਹੇ ਜਾਂਦੇ ਨੇ ਉਹਨਾਂ ਦੇ ਵਿੱਚੋਂ ਜਿਹੜਾ ਕਹੀਏ ਕਿ ਇਤਿਹਾਸ ਨਹੀਂ ਹੈਗਾ, ਉਹਨਾਂ ਦੇ ਵਿੱਚ ਤੁਸੀਂ ਤਬਦੀਲੀ ਦੀ ਜਿਹੜੀ ਪ੍ਰਕਿਰਿਆ ਹੈਗੀ ਆ ਉਸ ਦੀ ਪਛਾਣ ਨਹੀਂ ਕਰ ਸਕਦੇ। ਇਸ ਤੋਂ ਪਹਿਲਾਂ ਕਿ ਅਸੀਂ ਸਾਹਿਤ ਦੇ ਇਤਿਹਾਸ ਵੱਲ ਆਈਏ, ਮੈਂ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਉਹਨਾਂ ਦੀਆਂ ਲੋੜਾਂ ਦਾ ਧਿਆਨ ਰੱਖਦੇ ਹੋਏ ਇਹ ਗੱਲ ਕਰਨਾ ਚਾਹੂੰਗਾ ਕਿ ਸਾਹਿਤ ਦੇ ਅਧਿਐਨ ਦੇ ਨਾ ਮੁੱਖ ਤੌਰ 'ਤੇ 3 ਤਰੀਕਾਕਾਰ ਨੇ। ਇੱਕ ਤਰੀਕਾਕਾਰ ਹੈ ਸਾਹਿਤ ਆਲੋਚਨਾ ਦਾ ਤਰੀਕਾਕਾਰ, ਇੱਕ ਤਰੀਕਾਕਾਰ ਹੈ ਸਾਹਿਤ ਸਿਧਾਂਤਕਾਰੀ ਦਾ ਤਰੀਕਾਕਾਰ, ਅਤੇ ਤੀਸਰਾ ਜਿਹੜਾ ਤਰੀਕਾਕਾਰ ਹੈ ਉਹ ਸਾਹਿਤ ਇਤਿਹਾਸ ਦਾ ਤਰੀਕਾਕਾਰ ਹੈ। ਸਾਹਿਤ ਸਿਧਾਂਤਕਾਰੀ ਦੇ ਵਿੱਚ ਅਸੀਂ ਸਾਹਿਤ ਜਿਹੜੀ ਸਾਹਿਤਕ ਕਲਾ ਹੈਗੀ ਆ ਉਸ ਨੂੰ ਇੱਕ ਵੱਖਰੀ ਕਲਾ ਦੇ ਰੂਪ ਦੇ ਵਿੱਚ ਉਸ ਨੂੰ ਪਰਿਭਾਸ਼ਿਤ ਕਰਨ, ਉਸ ਦਾ ਮਕਸਦ ਕੀ ਹੈ, ਉਸ ਦੇ ਬਾਰੇ, ਉਸ ਦੇ ਸਰੂਪ ਦੇ ਬਾਰੇ, ਅਤੇ ਫਿਰ ਜਿਹੜੇ ਜਿੰਨੇ ਯਾਨਰ ਨੇ ਸਾਡੀਆਂ ਜਿਹੜੀਆਂ ਵੰਨਗੀਆਂ ਨੇ, ਸਾਹਿਤਕ ਵੰਨਗੀਆਂ ਨੇ, ਅਸੀਂ ਉਹਨਾਂ ਨੂੰ ਵਿਧਾਵਾਂ ਜਾਂ ਅਸੀਂ ਉਹਨਾਂ ਨੂੰ ਰੂਪਾਕਾਰ ਦੇ ਅਰਥਾਂ ਦੇ ਵਿੱਚ ਪ੍ਰਗਟ ਕਰਦੇ ਹਾਂ। ਉਹਨਾਂ ਦੀਆਂ ਆਪਣੀਆਂ ਜਿਹੜੀਆਂ ਉਹਨਾਂ ਦੀਆਂ ਸਿਧਾਂਤਕ ਸੀਮਾਵਾਂ ਨੇ, ਉਹਨਾਂ ਦਾ ਜਿਹੜਾ ਕਹੀਏ ਕਿ ਜਿਹਨੂੰ ਅਸੀਂ ਵਿਧਾ ਦੇ ਦਾਇਰੇ ਕਹਿੰਦੇ ਹਾਂ, ਉਹਨਾਂ ਨੂੰ ਪਰਿਭਾਸ਼ਿਤ ਕਰਨ ਦੇ ਮੁੱਦੇ ਇਹ ਸਿਧਾਂਤਕਾਰੀ ਦੇ ਮੁੱਦੇ ਨੇ, ਅਤੇ ਇਹ ਅਮੂਰਤੀਕਰਨ ਵੱਲ ਨੂੰ ਜ਼ਿਆਦਾ ਇਹਦਾ ਰੁਝਾਨ ਹੁੰਦਾ ਜਿਹੜਾ ਸਾਹਿਤ ਦੀ ਸਿਧਾਂਤਕਾਰੀ ਹੈ। ਦੂਸਰਾ ਜਿਹੜਾ ਤਰੀਕਾਕਾਰ ਹੈ ਆਲੋਚਨਾ ਦਾ ਤਰੀਕਾਕਾਰ ਹੈ। ਇਹ ਆਲੋਚਨਾ ਦਾ ਤਰੀਕਾਕਾਰ ਸਾਹਿਤ ਇਤਿਹਾਸ ਨਾਲ ਵੀ ਜੁੜਿਆ ਹੋਇਆ, ਪਰ ਇਹ ਸਾਹਿਤ ਇਤਿਹਾਸ ਤੋਂ ਵੱਖਰੇ ਤਰੀਕੇ ਨਾਲ ਇੱਕ ਰਚਨਾ ਦੀ ਜਿਹੜੀ ਉਸ ਦੀ ਅੰਦਰੂਨੀ ਅਰਥ ਬਣਤਰ ਹੈ ਉਸ ਦੀ ਵਿਆਖਿਆ ਤੋਂ ਲੈ ਕੇ ਇੱਕ ਲੇਖਕ ਦੀ ਸਮੁੱਚੀ ਰਚਨਾ ਦਾ ਜਿਹੜਾ ਵਿਸ਼ਲੇਸ਼ਣ ਹੈਗਾ ਉਸ ਨੂੰ ਅਸੀਂ ਸਾਹਿਤ ਆਲੋਚਨਾ ਦੇ ਖੇਤਰ ਦੇ ਵਿੱਚ ਰੱਖਦੇ ਹਾਂ। ਅਤੇ ਜਿਹੜਾ ਸਾਹਿਤ ਆਲੋਚਕ ਹੈ ਉਸ ਦਾ ਮੁੱਖ ਜਿਹੜਾ ਕਾਰਜ ਹੈ ਉਹ ਸਮਝ ਲਓ ਕਿ ਮੁਲਾਂਕਣ ਕਰਨਾ ਵੀ ਹੈ, ਕਿ ਉਸਨੇ ਵਿਸ਼ਲੇਸ਼ਣ ਵੀ ਕਰਨਾ ਅਤੇ ਉਸਨੇ ਵਿਸ਼ੇਸ਼ ਤਰ੍ਹਾਂ ਦੇ ਇੱਕ ਜਾਵੀਏ ਤੋਂ ਮੁਲਾਂਕਣ ਵੀ ਕਰਨਾ, ਅਤੇ ਜਿਸ ਦੇ ਵਿੱਚ ਬਹੁਤ ਸਾਰੀਆਂ ਅਧਿਐਨ ਵਿਧੀਆਂ ਸ਼ਾਮਿਲ ਹੋ ਜਾਣਗੀਆਂ। ਉਹਨਾਂ ਅਧਿਐਨ ਵਿਧੀਆਂ ਦੇ ਨੁਕਤੇ ਤੋਂ ਉਸਨੇ ਜਿਹੜਾ ਸਾਹਿਤਕ ਰਚਨਾਵਾਂ ਦਾ ਅਤੇ ਲੇਖਕਾਂ ਦਾ ਮੁਲਾਂਕਣ ਕਰਨਾ। ਤੀਜਾ ਜਿਹੜਾ ਤਰੀਕਾਕਾਰ ਹੈ ਸਭ ਤੋਂ ਨਵਾਂ ਤਰੀਕਾਕਾਰ ਹੈ। ਜੇ ਆਪਾਂ ਕਹੀਏ ਕਿ ਜਿਹੜੇ ਪਹਿਲੇ 2 ਤਰੀਕਾਕਾਰ ਨੇ ਉਹ ਪੁਰਾਣੇ ਨੇ, ਉਹਨਾਂ ਦੇ ਵਿੱਚ ਉਹਨਾਂ ਦਾ ਜਿਹੜਾ ਸਮਾਂ ਹੈਗਾ ਉਹਨਾਂ ਦਾ ਕਹੀਏ ਕਿ ਉਹਨਾਂ ਦੀ ਉਮਰ ਬਹੁਤ ਲੰਬੀ ਹੈ। ਜਦੋਂ ਅਸੀਂ ਸਾਹਿਤ ਸਿਧਾਂਤਕਾਰੀ ਦੀ ਗੱਲ ਕਰਦੇ ਹਾਂ ਤਾਂ ਕਾਵਿ ਸ਼ਾਸਤਰ ਦੀ ਪਰੰਪਰਾ, ਭਾਰਤੀ ਕਾਵਿ ਸ਼ਾਸਤਰ ਦੀ ਪਰੰਪਰਾ ਅਤੇ ਪੱਛਮੀ ਕਾਵਿ ਸ਼ਾਸਤਰ ਦੀ ਪਰੰਪਰਾ ਅਸੀਂ ਪੂਰਬ ਈਸਾ ਤੋਂ ਸ਼ੁਰੂ ਕਰ ਲੈਂਦੇ ਹਾਂ, ਜਿਹਦੇ ਵਿੱਚ ਪਹਿਲਾਂ ਕਹੀਏ ਕਿ ਜਿਹੜਾ ਸਾਡਾ ਗ੍ਰੈਕੋ ਰੋਮਨ ਕਾਵਿ ਸ਼ਾਸਤਰ ਹੈ ਉਹਦੀ ਗੱਲ ਆ ਜਾਂਦੀ ਹੈ ਨਾ, ਉਦੋਂ ਸਿਧਾਂਤਕਾਰੀ ਹੋ ਰਹੀ ਹੈ। ਇਸੇ ਤਰ੍ਹਾਂ ਨਾਲ ਭਾਰਤੀ ਕਾਵਿ ਸ਼ਾਸਤਰ ਦੇ ਵਿੱਚ ਵੀ ਅਸੀਂ ਵਿਧਾਵਾਂ ਨੂੰ ਜਿਵੇਂ ਭਰਤ ਮੁਨੀ ਨੇ ਨਾਟਯ ਤੋਂ ਸ਼ੁਰੂ ਕਰਕੇ ਕਾਵਿ ਦੀਆਂ ਅੱਗੇ ਜਾ ਕੇ ਸਾਰੀਆਂ ਵਿਧਾਵਾਂ ਨੂੰ ਉਹਨਾਂ ਨੇ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ। ਕਾਵਿ ਦੀ ਆਤਮਾ ਨੂੰ ਲੱਭਣ ਦਾ ਜਿਹੜਾ ਕਾਵਿ ਦੀ ਆਤਮਾ ਨੂੰ ਪਰਿਭਾਸ਼ਿਤ ਕਰਨ ਦਾ ਕੰਮ ਸਾਡੇ ਕਾਵਿ ਸ਼ਾਸਤਰੀਆਂ ਨੇ ਕੀਤਾ, ਅਤੇ ਕਾਵਿ ਦੇ ਜਿਹੜਾ ਸਿਧਾਂਤਕ ਸੂਤਰ ਨੇ ਉਹਨਾਂ ਦੇ ਬਾਰੇ ਉਹਨਾਂ ਨੇ ਚਰਚਾ ਕੀਤੀ। ਜਿਹੜਾ ਸਾਹਿਤ ਦਾ ਇਤਿਹਾਸ ਹੈ ਬਹੁਤ ਨਵੀਂ ਚੀਜ਼ ਹੈ। ਇਹ ਸਮਝ ਲਓ ਕਿ ਲਗਭਗ ਜਦੋਂ ਰਾਸ਼ਟਰਾਂ ਦਾ ਉਭਾਰ ਹੁੰਦਾ ਹੈ ਨਾ, ਜਿਹੜੀਆਂ ਨੇਸ਼ਨਸ ਦਾ ਜਦੋਂ ਉਭਾਰ ਹੁੰਦਾ ਹੈ, ਉਦੋਂ ਸਾਹਿਤ ਦਾ ਇਤਿਹਾਸ
ਆਪਣਾ ਰੂਪ ਅਖਤਿਆਰ ਕਰਨ ਲੱਗਦਾ ਹੈ। ਇਹ ਕਿਹਾ ਜਾਂਦਾ ਕਿ ਥੋਮਸ ਵਰਟਨ ਨਾਮ ਦਾ ਇਹ ਇੱਕ ਹਿਸਟਰੀ ਆਫ ਇੰਗਲਿਸ਼ ਪੋਇਟਰੀ ਫਰੋਮ 11th from the start of 11th century to the commencement of 18th century, ਇਹ ਹਿਸਟਰੀ ਆਫ ਇੰਗਲਿਸ਼ ਪੋਇਟਰੀ ਇਹ ਪਹਿਲੀ ਕਿਤਾਬ ਮੰਨੀ ਜਾਂਦੀ ਹੈ ਵਿਸ਼ਵ ਦੇ ਵਿੱਚ ਸਾਹਿਤ ਦੇ, ਖਾਸ ਕਰਕੇ ਪੱਛਮੀ ਸਾਹਿਤ ਦੇ ਇਤਿਹਾਸਾਂ ਦੇ ਵਿੱਚ, ਕਿ ਇਹ ਪਹਿਲਾ ਸਾਹਿਤ ਦਾ ਇਤਿਹਾਸ ਸੀ। ਇਹ 1774 ਅਤੇ 1781 ਦੇ ਦਰਮਿਆਨ ਇਹ ਸਾਹਮਣੇ ਆਇਆ, ਮਤਲਬ ਜਦੋਂ ਲਿਖਿਆ ਅਤੇ ਪ੍ਰਕਾਸ਼ਿਤ ਹੋਇਆ ਵੋਲੀਅਮਸ ਦੇ ਵਿੱਚ ਹੈ। ਉਹਦਾ ਪਹਿਲਾ ਵੋਲੀਅਮ ਜਿਹੜਾ ਹੈਗਾ 1774 ਦੇ ਵਿੱਚ ਸਾਹਮਣੇ ਆਉਂਦਾ, ਇਸ ਕਰਕੇ 1774 ਤੋਂ 81 ਦੇ ਦਰਮਿਆਨ ਇਹ ਲਿਖਿਆ ਗਿਆ ਅਤੇ ਇਹ ਪ੍ਰਕਾਸ਼ਿਤ ਹੋਇਆ। ਤਾਂ ਇਹ 18ਵੀਂ ਸਦੀ ਦਾ ਅੰਤ ਬਣਦਾ। ਇਹ ਉਹ ਟਾਈਮ ਹੈ ਜਦੋਂ ਜਿਹੜੀਆਂ ਨੇਸ਼ਨਸ ਨੇ ਦੁਨੀਆ ਦੇ ਵਿੱਚ ਉਹਨਾਂ ਦਾ ਉਭਾਰ ਹੁੰਦਾ, ਉਦੋਂ ਸਾਹਿਤ ਦੇ ਇਤਿਹਾਸ ਇਸ ਰੂਪ ਦੇ ਵਿੱਚ ਲਿਖੇ ਜਾਣੇ ਸ਼ੁਰੂ ਹੁੰਦੇ ਨੇ। ਅਤੇ ਇਹ ਉਹ ਸਮਾਂ ਵੀ ਹੈ ਜਦੋਂ ਜਿਹੜਾ ਬਸਤੀਵਾਦ ਹੈ ਉਹ ਦੁਨੀਆ ਦੇ ਵਿੱਚ ਪੈਰ ਆਪਣਾ ਪੱਕੇ ਪੈਰੀਂ ਸਥਾਪਿਤ ਹੋ ਚੁੱਕਿਆ ਅਤੇ ਉਸ ਦਿਸ਼ਾ ਵੱਲ ਜਿਹੜਾ ਹੈਗਾ ਬਸਤੀਵਾਦ ਜਾਣਾ ਸ਼ੁਰੂ ਹੋ ਚੁੱਕਿਆ। ਅਤੇ ਉਦੋਂ ਜਿਹੜੇ ਬ੍ਰਿਟਿਸ਼ਰਜ਼ ਨੇ ਉਹ ਸਭ ਤੋਂ ਪਹਿਲ ਕਰਦੇ ਨੇ ਇੱਕ ਤਰ੍ਹਾਂ ਨਾਲ ਆਪਣੇ ਸਾਹਿਤ ਦੇ ਇਤਿਹਾਸ ਦੀ ਜਿਹੜੀ ਲੇਖਣੀ ਆ ਉਸ ਵੱਲ ਨੂੰ ਤੁਰਨਾ ਸ਼ੁਰੂ ਕਰਦੇ ਨੇ। ਤਾਂ ਇਹ ਇਸ ਤਰ੍ਹਾਂ ਨਾਲ ਇਹਦਾ ਬਿਲਕੁਲ ਨਵਾਂ ਰੂਪਾਕਾਰ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਸਿਧਾਂਤਕਾਰੀ ਬੜੀ ਪੁਰਾਣੀ ਹੈ, ਆਲੋਚਨਾ ਦੇ ਰੂਪ ਤੁਹਾਨੂੰ ਇਸ ਤਰ੍ਹਾਂ ਦੇ ਜਿਹੜੇ ਸਾਡੇ ਕਾਵਿ ਸ਼ਾਸਤਰੀ ਲਿਖਤਾਂ ਨੇ ਉਹਨਾਂ ਦੇ ਵਿੱਚੋਂ ਤੁਹਾਨੂੰ ਲੇਖਕਾਂ ਦੀ ਆਲੋਚਨਾ ਕੀਤੀ ਹੋਈ ਵੀ ਮਿਲ ਜਾਂਦੀ ਹੈ, ਵੀ ਪੁਰਾਣੀ ਚੀਜ਼ ਹੈ। ਪਰ ਸਾਹਿਤ ਜਿਹੜਾ ਇਤਿਹਾਸ ਹੈ ਸਾਹਿਤ ਦਾ, ਇਹ ਨਵੀਂ ਚੀਜ਼ ਹੈ। ਅਤੇ ਇਸ ਦਾ ਸੰਬੰਧ ਨੇਸ਼ਨ ਨਾਲ ਵੀ ਹੈ, ਅਤੇ ਇਹਦਾ ਸੰਬੰਧ ਜਿਹੜਾ ਪਰਿਵਰਤਨਸ਼ੀਲ ਵਰਤਾਰੇ ਦੇ ਤੌਰ 'ਤੇ ਸਾਹਿਤ ਨੂੰ ਮੰਨਣਾ ਜਾਂ ਸਥਾਪਿਤ ਕਰਨਾ, ਉਸ ਚੇਤਨਾ ਦੇ ਉਭਾਰ ਨਾਲ ਵੀ ਹੈ। ਇਹ ਮੋਡਰਨਿਟੀ ਦਾ ਉਹ ਪੀਰੀਅਡ ਹੈ ਜਿਹਦੇ ਵਿੱਚ ਇੱਕ ਮਹੱਤਵਪੂਰਨ ਜਿਹੜਾ ਇੱਕ ਧਾਰਨਾ ਹੈਗੀ ਆ ਉਹ ਹੈ ਕਿ ਜਿਹੜਾ ਮਾਡਰਨ ਬੁਰਜੂਆ ਇੰਡੀਵਿਜੂਅਲ ਹੈ, ਆਧੁਨਿਕ ਪੂੰਜੀਵਾਦੀ ਯੁੱਗ ਦਾ ਜਿਹੜਾ ਖਾਸ ਵਿਅਕਤੀ ਜਦੋਂ ਸਾਹਮਣੇ ਆਉਂਦਾ ਹੈ, ਤਾਂ ਉਸ ਵਿਅਕਤੀ ਦੇ ਨਾਲ ਨਾਲ ਜਿਹੜੀ ਸਾਹਿਤ ਦੀ ਇਤਿਹਾਸਕਾਰੀ ਦਾ ਵੱਖਰਾ ਸੰਕਲਪ ਹੈ ਉਹ ਵੀ ਸਾਹਮਣੇ ਆਉਂਦਾ। ਇੱਕ ਜਟਿਲ ਪ੍ਰਕਿਰਿਆ ਹੈ। ਭਾਵ ਇਹਦੇ ਵਿੱਚ ਸਾਨੂੰ ਧਿਆਨ ਨਾਲ ਦੇਖਣਾ ਪਊਗਾ ਕਿ ਇਹ ਉਹ ਸਮਾਂ ਜਦੋਂ ਪੂੰਜੀਵਾਦ ਜਿਹੜਾ ਹੈਗਾ ਦੁਨੀਆ 'ਚ ਸਥਾਪਿਤ ਹੋ ਰਿਹਾ, ਨਾਲ ਇੱਕ ਜਿਹੜਾ ਵਿਅਕਤੀ ਦਾ ਵਿਸ਼ੇਸ਼ ਸੰਕਲਪ ਹੈ, ਆਧੁਨਿਕ ਵਿਅਕਤੀ ਦਾ ਵਿਸ਼ੇਸ਼ ਸੰਕਲਪ ਹੈ ਜਿਹੜਾ ਆਲੋਚਨਾਤਮਕ ਤਰੀਕੇ ਨਾਲ ਆਪਣੀਆਂ ਰਚਨਾਵਾਂ ਨੂੰ ਵੱਖਰੇ ਤੌਰ 'ਤੇ ਵਿਅਕਤੀਗਤ ਰੂਪ ਦੇ ਵਿੱਚ ਪੜ੍ਹਦਾ ਹੈ। ਤਾਂ ਉਸ ਯੁੱਗ ਦੇ ਵਿੱਚ ਆ ਕੇ ਸਾਹਿਤ ਦੀ ਇਤਿਹਾਸਕਾਰੀ ਆਰੰਭ ਹੁੰਦੀ ਹੈ। ਇੱਕ ਬੜੀ ਮਹੱਤਵਪੂਰਨ ਧਾਰਨਾ ਇਸ ਮੁਤੱਲਕ ਹੈਗੀ ਆ ਕਿ ਜਦੋਂ ਪਹਿਲਾਂ ਜਿਹੜਾ ਸਾਡਾ ਪੜ੍ਹਨ ਦਾ ਤਰੀਕਾ ਸੀ, ਇਹ ਨਾਰਥ ਫਰਾਈ ਦੀ ਮੈਂ ਗੱਲ ਕਰ ਰਿਹਾ ਕਿ ਸਾਡਾ ਜਿਹੜਾ ਪਹਿਲਾਂ ਪੜ੍ਹਨ ਦਾ ਤਰੀਕਾ ਸੀ ਜਾਂ ਸਾਹਿਤ ਤੱਕ ਸਾਡੀ ਪਹੁੰਚ ਸੀਗੀ, ਉਹ ਵਿਅਕਤੀਗਤ ਪਾਠਕ ਸਾਹਿਤ ਨੂੰ ਨਹੀਂ ਸੀ ਪੜ੍ਹਦਾ। ਜਨਤਕ ਰੂਪ ਦੇ ਵਿੱਚ ਸਾਹਿਤਕ ਰਚਨਾਵਾਂ ਦਾ ਉਚਾਰ ਹੁੰਦਾ ਸੀ ਅਤੇ ਉਹ ਉਚਾਰ ਇੱਕ ਵਿਸ਼ੇਸ਼ ਵਿਆਖਿਆ ਦੁਆਰਾ, ਜਿਹੜੀ ਪਹਿਲਾਂ ਤੋਂ ਮੌਜੂਦ ਸੰਸਥਾਗਤ ਵਿਆਖਿਆ ਹੈਗੀ ਆ, ਉਸ ਦੁਆਰਾ ਨਿਯੰਤਰਿਤ ਹੁੰਦਾ ਸੀ। ਇਹ ਉਹ ਸਮਾਂ ਸੀ ਜਿਹਦੇ ਵਿੱਚ ਅਸੀਂ ਦੀਕਸ਼ਾ ਲੈਂਦੇ ਸੀ। ਮਾਡਰਨਿਟੀ ਤੋਂ ਪਹਿਲਾਂ ਦਾ, ਮਾਡਰਨਿਟੀ ਤੋਂ ਆਧੁਨਿਕਤਾ ਤੋਂ ਜਿਹੜਾ ਪਹਿਲਾਂ ਦਾ ਸਮਾਂ ਹੈਗਾ, ਉਹਦੇ ਵਿੱਚ ਸਾਹਿਤ ਦੀ ਦੀਕਸ਼ਾ ਲਈ ਜਾਂਦੀ ਹੈ, ਜਾਂ ਕਹੀਏ ਕਿ ਗਿਆਨ ਦੀ ਦੀਕਸ਼ਾ ਲਈ ਜਾਂਦੀ ਹੈ। ਗਿਆਨ ਨੂੰ ਚੈਲੰਜ ਨਹੀਂ ਕੀਤਾ ਜਾਂਦਾ, ਗਿਆਨ ਨੂੰ ਵੰਗਾਰਿਆ ਨਹੀਂ ਜਾਂਦਾ, ਉਸ ਨੂੰ ਗ੍ਰਹਿਣ ਕੀਤਾ ਜਾਂਦਾ। ਜਿਹੜਾ ਸਾਡਾ ਗੁਰੂ ਸ਼ਿਸ਼ ਪਰੰਪਰਾ ਹੈਗੀ ਆ, ਉਹਦੇ ਪਿਛੋਕੜ ਦੇ ਵਿੱਚ ਵੀ ਇਹੀ ਗੱਲ ਹੈ ਕਿ ਜੋ ਗਿਆਨ ਗੁਰੂ ਦੇ ਰਿਹਾ ਉਸ ਨੂੰ ਅਣਆਲੋਚਨਾਤਮਕ ਤਰੀਕੇ ਨਾਲ ਬਿਨਾਂ ਸਵਾਲ ਕੀਤਿਆਂ ਉਸ ਨੂੰ ਆਪਣੇ ਅੰਦਰ ਸਮਾਓ, ਉਹਨੂੰ ਆਤਮਸਾਤ ਕਰੋ, ਉਸ ਨੂੰ ਆਪਣੇ ਅੰਦਰ ਰਚਾਓ, ਉਸ ਨੂੰ ਪੱਕਾ ਕਰੋ। ਅਤੇ ਜਦੋਂ ਮਾਡਰਨਿਟੀ ਆਉਂਦੀ ਹੈ, ਉਹ ਸਭ ਤੋਂ ਵੱਡੀ ਚੀਜ਼ ਜਿਹੜੀ ਨਵੇਂ ਗਿਆਨ ਦੀ ਪੈਦਾ ਹੁੰਦੀ ਹੈ ਉਹ ਹੈ ਕਿ ਪਹਿਲਾਂ ਤੋਂ ਮੌਜੂਦ ਗਿਆਨ ਦੇ ਨਾਲ ਆਲੋਚਨਾਤਮਕ ਸੰਵਾਦ ਰਚਾਓ, ਅਤੇ ਉਸ ਆਲੋਚਨਾਤਮਕ ਸੰਵਾਦ ਰਚਾਉਣ ਤੋਂ ਬਿਨਾਂ ਤੁਸੀਂ ਨਵਾਂ ਗਿਆਨ ਪੈਦਾ ਨਹੀਂ ਕਰ ਸਕਦੇ। ਅਤੇ ਜਦੋਂ ਪਾਠਕ ਸਾਡਾ, ਜਦੋਂ ਪ੍ਰਿੰਟਿੰਗ ਪ੍ਰੈਸ ਆ ਜਾਂਦੀ ਹੈ, ਤਾਂ ਉਹ ਇੱਕ ਵਿਅਕਤੀਗਤ ਪਾਠਕ ਪੈਦਾ ਹੋ ਜਾਂਦਾ ਜਿਹੜਾ ਜਨਤਕ ਰੂਪ ਦੇ ਵਿੱਚ ਸਾਹਿਤ ਦੀ ਰਚਨਾ ਨੂੰ ਨਹੀਂ ਪੜ੍ਹਦਾ, ਵਿਅਕਤੀਗਤ ਰੂਪ ਦੇ ਵਿੱਚ ਪੜ੍ਹਦਾ ਹੈ। ਉਹ ਇੱਕ ਲਿਹਾਜ਼ ਨਾਲ ਜਿਹੜੀ ਜਨਤਕ ਰੂਪ ਦੇ ਵਿੱਚ ਰਚਨਾ ਪੜ੍ਹੀ ਜਾ ਰਹੀ ਸੀ ਅਤੇ ਉਹਦੇ ਅਰਥਾਂ ਨੂੰ ਇੱਕ ਸੰਸਥਾ ਨਿਯੰਤਰਿਤ ਕਰਦੀ ਸੀ, ਇੱਕ ਖਾਸ ਤਰ੍ਹਾਂ ਦੀ ਜਿਹੜੀ ਧਿਰ ਹੈ ਉਹ ਨਿਯੰਤਰਿਤ ਕਰਕੇ ਉਸ ਦੀ ਵਿਆਖਿਆ ਕਰਦੀ ਸੀ, ਜਿਹਨੂੰ ਅਸੀਂ ਕੈਨਨਸ ਕਹਿੰਦੇ ਹਾਂ, ਉਹਦੀ ਵਿਆਖਿਆ ਕਰਦੀ ਸੀ। ਤਾਂ ਜਿਹੜਾ ਵਿਅਕਤੀਗਤ ਪਾਠਕ ਹੈ ਉਸ ਤੋਂ ਆਜ਼ਾਦ ਹੋਣਾ ਸ਼ੁਰੂ ਹੁੰਦਾ, ਉਹ ਫਿਰ ਆਪਣੀ ਵਿਆਖਿਆ ਵੀ ਕਰਦਾ। ਇਹਦਾ ਮਤਲਬ ਵਿਅਕਤੀਗਤ ਪਾਠਕ ਅਤੇ ਨੇਸ਼ਨ ਜਦੋਂ ਦੋਵੇਂ ਹੋਂਦ ਦੇ ਵਿੱਚ ਆ ਜਾਂਦੇ ਨੇ, ਉਦੋਂ ਸਾਡੇ ਜਿਹੜੇ ਨਵੇਂ ਗਿਆਨ ਅਨੁਸ਼ਾਸਨ ਵੀ ਉੱਭਰਦੇ ਨੇ, ਨਾਲ ਦੀ ਨਾਲ ਜਿਹੜਾ ਇਤਿਹਾਸ ਦਾ ਅਨੁਸ਼ਾਸਨ ਹੈ ਅਤੇ ਸਾਹਿਤ ਦੇ ਇਤਿਹਾਸ ਦਾ ਅਨੁਸ਼ਾਸਨ, ਇਹ ਇਕੱਠੇ ਇਸ ਤਰ੍ਹਾਂ ਦੀ ਪ੍ਰਕਿਰਿਆ ਦੇ ਵਿੱਚੋਂ
ਆਉਂਦੇ ਨੇ ਸਾਹਮਣੇ। ਮੈਂ ਇਸ ਨੂੰ ਥੋੜ੍ਹਾ ਜਿਹਾ ਅੰਡਰਲਾਈਨ ਕਰਨਾ ਚਾਹੁੰਦਾ ਕਿ ਨੇਸ਼ਨ ਸਟੇਟ ਅਤੇ ਇੰਡੀਵਿਜੂਅਲ ਜਿਹੜਾ ਵਿਅਕਤੀਗਤ ਪਾਠਕ ਦੇ ਆਜ਼ਾਦ ਹੋਣ ਤੋਂ ਉਪਰੰਤ ਸਾਹਿਤ ਦੇ ਅਧਿਐਨ ਦਾ ਇੱਕ ਨਵਾਂ ਜਿਹੜਾ ਪਾਸਾਰ ਹੈ ਉਹ ਖੁੱਲ੍ਹ ਜਾਂਦਾ। ਉਹ ਸਾਹਿਤ ਦੀ ਇਤਿਹਾਸਕਾਰੀ ਦਾ ਪਾਸਾਰ ਵੀ ਹੈ। ਅਤੇ ਜਦੋਂ ਇਹ ਵਿਅਕਤੀ ਆਜ਼ਾਦ ਵੀ ਹੋਇਆ ਤਾਂ ਬੜੀ ਰੌਚਕ ਗੱਲ ਇਹ ਵਾਪਰਦੀ ਹੈ ਕਿ ਜਿਹੜੀਆਂ ਮੱਧਕਾਲ ਦੀਆਂ ਰਚਨਾਵਾਂ ਸੀਗੀਆਂ ਉਹ ਸਮਝ ਲਓ ਕਿ ਜਿਹੜਾ ਇਹ ਪਾਠਕ ਹੈ ਉਹਨਾਂ ਨੂੰ ਡਿਸਾਈਫਰ ਕਰਨ ਦੇ ਵਿੱਚ ਮੁਸ਼ਕਿਲ ਮਹਿਸੂਸ ਕਰਦਾ, ਕਿਉਂਕਿ ਇੱਕ ਪਰੰਪਰਾ ਜਦੋਂ ਨੇਸ਼ਨ ਦੇ ਨਾਲ ਲਿਟਰੇਚਰ ਜੁੜਦਾ ਤਾਂ ਹਿਸਟਰੀ ਆਫ ਲਿਟਰੇਚਰ ਦੀ ਧਾਰਨਾ ਜਿਹੜੀ ਹੈਗੀ ਆ ਉਹ ਬਣਨੀ ਸ਼ੁਰੂ ਹੁੰਦੀ ਹੈ। ਬੁਨਿਆਦੀ ਤੌਰ 'ਤੇ ਇਹ ਵੀ ਕਿਹਾ ਜਾਂਦਾ ਕਿ ਹਿਸਟਰੀ ਆਫ ਲਿਟਰੇਚਰ ਬੇਸਿਕਲੀ ਕਿਸੇ ਰਾਸ਼ਟਰ ਦੇ ਬਣਨ ਦੀ ਜਿਹੜੀ ਪ੍ਰਕਿਰਿਆ ਹੈਗੀ ਆ ਉਸ ਦਾ ਹੀ ਇੱਕ ਅਭਿੰਨ ਹਿੱਸਾ ਹੈ। ਜਿੰਨੇ ਵੀ ਸਾਹਿਤ ਦੇ ਇਤਿਹਾਸ ਨੇ ਇਹ ਰਾਸ਼ਟਰਾਂ ਦੇ ਉਭਾਰ ਦੇ ਨਾਲ ਚੱਲਦੇ ਨੇ, ਅਤੇ ਜਦੋਂ ਇਹ ਰਾਸ਼ਟਰਾਂ ਦੇ ਉਭਾਰ ਦੇ ਨਾਲ ਸਾਹਿਤ ਚੱਲ ਰਿਹਾ ਤਾਂ ਇਹਦਾ ਮਤਲਬ ਇੱਕ ਪਰੰਪਰਾ ਦਾ ਸੰਕਲਪ ਹੋਣ 'ਚ ਆਉਂਦਾ। ਅਸੀਂ ਆਪਣੀ ਜਿਹੜੀ ਜਦੋਂ ਕਿਸੇ ਰਾਸ਼ਟਰ ਦਾ ਉਭਾਰ ਹੁੰਦਾ ਤਾਂ ਉਸ ਦੀ ਅਤੀਤ ਦੇ ਵਿੱਚੋਂ ਉਸ ਦੇ ਨਿਰਮਾਣਕਾਰੀ ਦਾ ਜਿਹੜਾ ਬੀਜ ਹੈ ਉਹ ਲੱਭਦੇ ਹਾਂ ਅਸੀਂ ਕਿ ਕਦੋਂ ਅਸੀਂ ਬਣਨੇ ਸ਼ੁਰੂ ਹੋਏ। ਮੰਨ ਲਓ ਅਸੀਂ ਕਹਿੰਦੇ ਹਾਂ ਪੰਜਾਬੀ ਕੌਮ ਕਦੋਂ ਹੋਣ ਦੇ ਵਿੱਚ ਆਉਂਦੀ ਹੈ ਜਾਂ ਪੰਜਾਬੀ ਸਾਹਿਤ ਕਦੋਂ ਹੋਣ 'ਚ ਆਉਂਦਾ। ਇਹ ਸਾਨੂੰ ਲਗਭਗ ਗੱਲਾਂ ਇਕੱਠੀਆਂ ਹੀ ਬੰਨ੍ਹ ਦਿੰਦੀਆਂ ਨੇ ਕਿ ਜ਼ਿਆਦਾਤਰ ਅਸੀਂ ਨਾਥਾਂ ਜੋਗੀਆਂ ਦੇ ਸਮੇਂ ਤੋਂ ਲੈ ਕੇ ਜਾਂ ਫਿਰ ਫਰੀਦ ਦੇ ਸਮੇਂ ਤੋਂ ਲੈ ਕੇ ਅਸੀਂ ਪੰਜਾਬੀਅਤ ਦੀ ਜਿਹੜੀ ਨਿਖੜਵੀਂ ਪਛਾਣ ਹੈ ਉਸ ਦੀ ਸਥਾਪਤੀ ਨੂੰ ਮੰਨਦੇ ਹਾਂ। ਤਾਂ ਇਹਦਾ ਮਤਲਬ ਪੰਜਾਬੀ ਇੱਕ ਕੌਮ ਦੇ ਤੌਰ 'ਤੇ ਜਦੋਂ ਉੱਭਰਨਾ ਸ਼ੁਰੂ ਹੁੰਦੀ ਆ ਉਦੋਂ ਤੋਂ ਹੀ ਲਗਭਗ ਅਸੀਂ ਆਪਣੀ ਜਿਹੜੀ ਜਾਂ ਕਿ ਇਹ ਕਿ ਕੌਮ ਨੂੰ ਅਸੀਂ ਉੱਥੋਂ ਤੱਕ ਪਿੱਛੇ ਤੱਕ ਟਰੇਸ ਕਰਦੇ ਹਾਂ ਜਦੋਂ ਸਾਡਾ ਪੰਜਾਬੀ ਲਿਟਰੇਚਰ ਹੋਣ ਦੇ ਵਿੱਚ ਆ ਜਾਂਦਾ। ਇਹਦਾ ਮਤਲਬ ਜਦੋਂ ਕੋਈ ਕੌਮ ਹੋਣ ਦੇ ਵਿੱਚ ਆਉਂਦੀ ਹੈ ਤਾਂ ਉਹ ਆਪਣੀ ਜਿਹੜੀ ਹਿਸਟਰੀ ਹੈਗੀ ਆ ਉਸ ਅਤੀਤ ਦੇ ਨੂੰ ਖੋਜਦੀ ਹੈ, ਉਸ ਨਾਲ ਜੁੜਦੀ ਹੈ। ਅਤੇ ਜਦੋਂ ਅਸੀਂ ਲਿਟਰੇਚਰ ਦੇ ਵਿੱਚ ਦੇਖਦੇ ਹਾਂ ਤਾਂ ਉਸ ਦੌਰ ਦੇ ਸਾਹਿਤ ਨੂੰ ਹੁਣ ਪੜ੍ਹਨਾ, ਡਿਸਾਈਫਰ ਕਰਨਾ, ਉਸ ਦੀ ਸੈਂਸ ਬਣਾਉਣੀ ਸਾਡੇ ਆਧੁਨਿਕ ਪਾਠਕ ਵਾਸਤੇ ਮੁਕਾਬਲਤਨ ਮੁਸ਼ਕਿਲ ਚੀਜ਼ ਹੁੰਦੀ ਹੈ। ਵਿਦਿਆਰਥੀ ਇਸ ਗੱਲ ਨੂੰ ਮਹਿਸੂਸ ਕਰ ਸਕਦੇ ਹੋਣਗੇ। ਮੈਂ ਜਦੋਂ ਵਿਦਿਆਰਥੀ ਸੀ ਤਾਂ ਮੈਂ ਲਾਜ਼ਮੀ ਤੌਰ 'ਤੇ ਮਹਿਸੂਸ ਕਰਦਾ ਸੀ ਕਿ ਜਿਹੜੀ ਮੱਧਕਾਲ ਦੇ ਸਾਹਿਤ ਨੂੰ ਅਸੀਂ ਆਪਣੇ ਸਿਲੇਬਸ ਦੇ ਵਿੱਚ ਪੜ੍ਹਦੇ ਹਾਂ ਤਾਂ ਉਹ ਸਾਨੂੰ ਸਮਝ ਨਹੀਂ ਸੀ ਆਉਂਦਾ। ਉਹ ਤੁਸੀਂ ਮਦਦ ਤੋਂ ਬਿਨਾਂ, ਅਰਥਾਵਲੀ ਤੋਂ ਬਿਨਾਂ ਉਸ ਨੂੰ ਸਮਝ ਨਹੀਂ ਸਕਦੇ। ਤੁਹਾਨੂੰ ਉਹ ਅਧਿਆਪਕ ਦੀ ਮਦਦ ਲੈਣੀ ਪੈਂਦੀ ਹੈ, ਤੁਹਾਨੂੰ ਉਹ ਸ਼ਬਦਾਂ ਦੇ ਅਰਥ ਜਾਣਨ ਵਾਸਤੇ ਮਹਾਨ ਕੋਸ਼ ਦੀ ਮਦਦ ਲੈਣੀ ਪੈਂਦੀ ਹੈ। ਤੁਸੀਂ ਗੁਰਬਾਣੀ ਪੜ੍ਹਨੀ ਆ ਤਾਂ ਗੁਰਬਾਣੀ ਨੂੰ ਤੁਸੀਂ ਆਮ ਸਾਡੇ ਜਿਹੜੀ ਸਾਡੀ ਹੁਣ ਆਧੁਨਿਕ ਭਾਸ਼ਾ ਹੈਗੀ ਆ ਉਸ ਭਾਸ਼ਾ ਨੂੰ ਜਾਣਨ ਦੇ ਨਾਲ ਹੀ ਸਿਰਫ ਗੁਰਬਾਣੀ ਨਹੀਂ ਪੜ੍ਹੀ ਜਾ ਸਕਦੀ, ਕਿੱਸਾ ਕਾਵਿ ਨਹੀਂ ਪੜ੍ਹਿਆ ਜਾ ਸਕਦਾ, ਸੂਫੀ ਕਾਵਿ ਨਹੀਂ ਪੜ੍ਹਿਆ ਜਾ ਸਕਦਾ। ਇੱਕ ਤਰੀਕੇ ਨਾਲ ਉਸ ਦੇ ਨਾਲ ਸਾਡਾ ਇੱਕ ਦੁਜੈਗੀ ਪੈਦਾ ਹੋ ਜਾਂਦੀ ਹੈ। ਹੁਣ ਉਸ ਦੁਜੈਗੀ ਨੂੰ ਖਤਮ ਕਰਨਾ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਨਾਲ ਜੇ ਤੁਸੀਂ ਨੇਸ਼ਨ ਦੇ ਰੂਪ ਦੇ ਵਿੱਚ ਉਸ ਸਾਹਿਤ ਨਾਲ ਜੁੜਨਾ ਚੰਗਾ ਮਹਿਸੂਸ ਕਰਦੇ ਹੋ ਅਤੇ ਤੁਹਾਨੂੰ ਲੱਗਦਾ ਕਿ ਸਾਨੂੰ ਲੋੜ ਆ ਉਸ ਸਾਹਿਤ ਦੀ, ਉਸ ਅਤੀਤ ਦੇ ਸਾਹਿਤ ਦੀ, ਉਸ ਦਾ ਰਿਸ਼ਤਾ ਬਣਾਉਣ ਲਈ, ਤਾਂ ਫਿਰ ਉਸ ਸਾਹਿਤ ਨੂੰ ਉਸ ਸਮੇਂ ਦੀਆਂ ਪਰਿਸਥਿਤੀਆਂ ਦੇ ਪ੍ਰਸੰਗ ਦੇ ਵਿੱਚ ਉਹਨਾਂ ਦੀ ਵਿਆਖਿਆ ਹੋਣੀ ਸ਼ੁਰੂ ਹੋ ਜਾਂਦੀ ਹੈ। ਅਤੇ ਉਸ ਦੇ ਵਿੱਚੋਂ ਜਿਹੜਾ ਉਸ ਸਮੇਂ ਦਾ ਵੱਖਰਾ ਸੱਭਿਆਚਾਰ ਸੀਗਾ ਉਹਦੇ ਬਾਰੇ ਵੀ ਸਾਨੂੰ ਥੋੜ੍ਹਾ ਬਹੁਤ ਗਿਆਨ ਹੋਣਾ ਸ਼ੁਰੂ ਹੁੰਦਾ ਹੈ ਕਿ ਜਿਹੜਾ ਸੱਭਿਆਚਾਰ ਸਾਡਾ ਹੋਣਾ ਇਹਦੇ ਨਾਲੋਂ ਅਤੀਤ ਦਾ ਸੱਭਿਆਚਾਰ ਵੱਖਰਾ ਸੀ। ਅਤੇ ਉਸ ਸੱਭਿਆਚਾਰ ਦੇ ਵਿੱਚ ਜਿਹੜੀ ਉਹਨਾਂ ਦੀ ਸਾਰੇ ਉਹਦੇ ਮੈਟਾਫਰਸ ਨੇ ਉਹਨਾਂ ਦੇ ਅਰਥ ਵੱਖਰੇ ਸੀ। ਉਸ ਸੱਭਿਆਚਾਰ ਦਾ ਇੱਕ ਵਿਸ਼ੇਸ਼ ਤਰ੍ਹਾਂ ਦਾ ਪ੍ਰਸੰਗ ਸੀਗਾ, ਉਸ ਨੂੰ ਅਸੀਂ ਜਾਣਨਾ ਸ਼ੁਰੂ ਕਰਦੇ ਹਾਂ ਤਾਂ ਸਾਡੀ ਜਿਹੜੀ ਦਿਲਚਸਪੀ ਜਿਹੜੀ ਹੈਗੀ ਆ ਉਸ ਦੌਰ ਦੇ ਸੱਭਿਆਚਾਰ ਦੇ ਵਿੱਚ, ਉਸ ਦੌਰ ਦੇ ਇਤਿਹਾਸ ਦੇ ਵਿੱਚ ਖੁਦ ਬ ਖੁਦ ਹੀ ਬਣ ਜਾਂਦੀ ਹੈ। ਅਤੇ ਅਸੀਂ ਫਿਰ ਆਪਣੇ ਤੱਕ ਅੱਪੜਦੇ ਹੋਏ ਇੱਕ ਤਰ੍ਹਾਂ ਨਾਲ ਉਸ ਦੀ ਨਿਰੰਤਰਤਾ ਨੂੰ ਵੀ ਪਛਾਣਦੇ ਹਾਂ ਅਤੇ ਨਿਰੰਤਰਤਾ ਦੇ ਨਾਲ ਅਸੀਂ ਉਸ ਦੇ ਵਿੱਚ ਵਾਪਰ ਰਹੀਆਂ ਤਬਦੀਲੀਆਂ ਨੂੰ ਵੀ ਪਛਾਣਦੇ ਹਾਂ। ਇੱਕ ਇਹ ਮਹੱਤਵਪੂਰਨ ਟਿੱਪਣੀ ਆ ਕਿ ਜਿਹੜੀ ਹਿਸਟਰੀ ਹੈਗੀ ਆ ਉਹ ਬੁਨਿਆਦੀ ਤੌਰ 'ਤੇ ਨਿਰੰਤਰਤਾ ਦੇ ਭੰਗ ਹੋਣ ਦਾ ਬੋਧ ਕਰਵਾਉਂਦੀ ਹੈ ਕਿ ਜੇ ਸਾਨੂੰ ਨਿਰੰਤਰਤਾ ਦੇ ਭੰਗ ਹੋਣ ਦਾ ਬੋਧ ਨਾ ਹੋਵੇ ਤਾਂ ਇਤਿਹਾਸ ਜਿਹੜਾ ਹੈਗਾ ਉਹ ਸਾਡੀ ਕਹੀਏ ਕਿ ਸਾਡੀ ਉਸ ਤਰ੍ਹਾਂ ਦੀ ਜ਼ਰੂਰਤ ਨਹੀਂ ਬਣਦਾ ਹੈਗਾ। ਇਹ ਦੋਵੇਂ ਗੱਲਾਂ ਇਕੱਠੀਆਂ ਇਹਨੂੰ ਸਮਝਣਾ ਚਾਹੀਦਾ ਕਿ ਇਤਿਹਾਸ ਜਿਹੜਾ ਹੈਗਾ ਨਿਰੰਤਰਤਾ ਦੇ ਵਿੱਚ ਵੀ ਹੁੰਦਾ ਅਤੇ ਨਿਰੰਤਰਤਾ ਦੇ ਭੰਗ ਹੋਣ ਦੇ ਜਿਹੜੇ ਦੌਰ ਨੇ ਉਹਨਾਂ ਦੀ ਪਛਾਣ ਵੀ ਕੀਤੀ ਜਾਂਦੀ ਹੈ। ਅਤੇ ਜੇ ਅਸੀਂ ਆਪਣੇ ਉਸ ਯੁੱਗ ਦੇ ਵਿੱਚ ਦੇਖਦੇ ਹਾਂ, ਅਸੀਂ ਫਰੀਦ ਬਾਣੀ ਪੜ੍ਹਦੇ ਹਾਂ ਤਾਂ ਮੁਕਾਬਲਤਨ ਸਾਨੂੰ ਕੁਛ ਆਸਾਨ ਲੱਗਦੀ ਆ, ਅਸੀਂ ਉਹ ਸਮਝ ਲੈਂਦੇ ਹਾਂ। ਸਾਡੀ ਭਾਸ਼ਾ ਦੇ ਕੁਝ ਖਾਸ ਕਾਰਨਾਂ ਕਰਕੇ ਉਹਦੀ ਜਿਹੜੀ ਸ਼ਬਦਾਵਲੀ ਆ ਉਹ ਨੇੜੇ ਹੈ। ਪਰ ਬਾਕੀ ਦੀਆਂ ਜਿਹੜੀਆਂ ਸਾਡੇ ਰਚਨਾਵਾਂ ਨੇ, ਇਵਨ ਗੁਰਬਾਣੀ ਨੂੰ ਸਮਝਦੇ ਹਾਂ ਤਾਂ ਉਹ ਸਾਡੇ ਸਿੱਧੇ ਤੌਰ 'ਤੇ ਆਮ ਭਾਸ਼ਾਈ ਗਿਆਨ ਦੇ ਮੁਤਾਬਕ ਉਹ ਸਾਡੇ ਸਮਝ ਵਿੱਚ ਨਹੀਂ ਆਉਂਦੀਆਂ। ਤਾਂ ਸਾਨੂੰ ਇੱਕ ਤਰ੍ਹਾਂ ਨਾਲ ਇੱਕ ਡਿਸਟਰਬੈਂਸ, ਇੱਕ ਖਲਲ ਪੈਂਦਾ ਵੀ ਸਾਡੇ ਸਮਝ ਕਿਉਂ ਨਹੀਂ ਆਉਂਦੀਆਂ, ਹੈ ਨਾ। ਤਾਂ ਇਹ ਨਿਰੰਤਰਤਾ ਦੇ ਭੰਗ ਹੋਣ ਦਾ ਬੋਧ ਹੈ। ਫਿਰ ਅਸੀਂ ਉਹਦੇ ਨਾਲ ਜੁੜਨਾ ਚਾਹੁੰਦੇ ਹਾਂ। ਇਹ ਨਿਰੰਤਰਤਾ ਨੂੰ ਮੁੜ ਸਥਾਪਿਤ ਕਰਨ ਦੀ ਕੋਸ਼ਿਸ਼ ਹੈ। ਇਹਦਾ ਮਤਲਬ ਸਾਹਿਤ ਦੀ ਇਤਿਹਾਸਕਾਰੀ ਕਿਸੇ ਨੇਸ਼ਨ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਨਿਰੰਤਰਤਾ ਦੀ ਜਿਹੜੀ ਹੈਗੀ ਆ ਭੰਗ ਹੋਣ ਦੀ ਸੂਰਤ ਨੂੰ ਕਬੂਲ ਕਰਕੇ
ਉਸ ਨਿਰੰਤਰਤਾ ਨੂੰ ਮੁੜ ਕੇ ਸਥਾਪਿਤ ਕਰਨ ਦਾ ਯਤਨ ਹੁੰਦੀ ਹੈ ਸਾਹਿਤ ਦੀ ਇਤਿਹਾਸਕਾਰੀ। ਠੀਕ ਹੈ, ਹੁਣ ਸਾਡੇ ਕੋਲ ਅਸੀਂ ਜਦੋਂ ਕਹਿੰਦੇ ਹਾਂ ਕਿ ਸਾਡੇ ਸਾਹਿਤ ਦੇ ਇਤਿਹਾਸ ਲਿਖੇ ਜਾਣੇ ਸ਼ੁਰੂ ਹੋਏ, ਜਦੋਂ ਬਾਬਾ ਬੁੱਧ ਸਿੰਘ ਹੁਣੀ ਯਤਨ ਕਰ ਰਹੇ ਨੇ, ਜਦੋਂ ਮੌਲਾ ਬਖਸ਼ ਕੁਸ਼ਤਾ ਹੁਣੀ ਯਤਨ ਕਰ ਰਹੇ ਨੇ, ਬਨਾਰਸੀ ਦਾਸ ਜੈਨ ਹੁਣੀ ਯਤਨ ਕਰ ਰਹੇ ਨੇ, ਅਤੇ ਫਿਰ ਬਾਅਦ ਦੇ ਵਿੱਚ ਆ ਕੇ ਮੋਹਨ ਸਿੰਘ ਦੀਵਾਨਾ ਹੋਰੀ ਇਸ ਗੱਲ ਨੂੰ ਇੱਕ ਵਿਉਂਤਬੱਧ ਰੂਪ ਦੇ ਵਿੱਚ ਕਰਦੇ ਨੇ, ਤਾਂ ਇਹ ਬੁਨਿਆਦੀ ਤੌਰ 'ਤੇ ਇੱਕ ਪੰਜਾਬੀ ਕੌਮ ਦੇ ਰੂਪ ਦੇ ਵਿੱਚ ਜਿਹੜੀ ਸਾਡੀ ਹਿਸਟਰੀ ਹੈਗੀ ਆ ਉਹਨੂੰ ਇਹ ਕੰਪਲੀਮੈਂਟ ਕਰ ਰਹੇ ਨੇ। ਮੈਂ ਬੜੀ ਰੌਚਕ ਗੱਲ ਇੱਥੇ ਦੱਸਣਾ ਚਾਹੂੰਗਾ, ਜਿਹੜੀ ਕਿ ਸ਼ਾਇਦ ਘੱਟ ਵਿਦਿਆਰਥੀਆਂ ਤੱਕ ਅੱਪੜਦੀ ਹੈ। ਜਦੋਂ ਉਹ ਸਾਹਿਤ ਦੀ ਇਤਿਹਾਸਕਾਰੀ ਅਤੇ ਕਾਲਵੰਡ ਬਾਰੇ ਪੜ੍ਹਦੇ ਨੇ ਤਾਂ ਅਕਸਰ ਬਨਾਰਸੀ ਦਾਸ ਜੈਨ ਦਾ ਹਵਾਲਾ ਆਉਂਦਾ ਰਿਹਾ, ਜਿਸ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਬਨਾਰਸੀ ਦਾਸ ਜੈਨ ਕਾਲਵੰਡ ਨਹੀਂ ਕਰ ਰਹੇ, ਸਾਹਿਤ ਨੂੰ ਸੰਪਰਦਾਇਕ ਆਧਾਰਾਂ ਦੇ ਉੱਪਰ ਵੰਡ ਰਹੇ ਨੇ। ਹਿੰਦੂ ਸਾਹਿਤ, ਸਿੱਖ ਸਾਹਿਤ, ਇਸਲਾਮੀ ਸਾਹਿਤ, ਹੈ ਨਾ, ਇਸ ਤਰ੍ਹਾਂ ਨਾਲ ਈਸਾਈਅਤ ਨਾਲ ਜੁੜਿਆ ਹੋਇਆ ਜਿਹੜਾ ਸਾਹਿਤ ਹੈ, ਇਸ ਰੂਪ ਦੇ ਵਿੱਚ ਬਨਾਰਸੀ ਦਾਸ ਜੈਨ ਨੇ ਸਾਹਿਤ ਨੂੰ ਵੰਡਿਆ। ਅਤੇ ਸਾਡੀ ਜਿਹੜੀ ਆਮ ਕਰਕੇ ਸਾਹਿਤ ਦੇ ਇਤਿਹਾਸਕਾਰੀ ਦੀ ਵਿਆਖਿਆ ਸੀ, ਉਸ ਦੇ ਵਿੱਚ ਇਹ ਆ ਗਿਆ ਕਿ ਇਹ ਤਾਂ ਇਹਨਾਂ ਨੇ ਸਾਹਿਤ ਨੂੰ, ਪੰਜਾਬੀ ਸਾਹਿਤ ਨੂੰ ਸੰਪਰਦਾਇਕ ਆਧਾਰਾਂ 'ਤੇ ਵੰਡਤਾ। ਪਰ ਪਿੱਛੇ ਜਿਹੇ ਡਾਕਟਰ ਹਰਭਜਨ ਸਿੰਘ ਭਾਟੀਆ ਹੋਰਾਂ ਨੇ ਇੱਕ ਲੇਖ ਲਿਖਿਆ ਬਨਾਰਸੀ ਦਾਸ ਜੈਨ ਹੋਰਾਂ ਦੀ ਜਿਹੜੀ ਸਾਹਿਤ ਦੀ ਇਤਿਹਾਸਕਾਰੀ ਆ ਉਸ ਦਾ ਵਿਸ਼ਲੇਸ਼ਣ ਕਰਨ ਲਈ, ਉਹਨਾਂ ਦਾ ਯੋਗਦਾਨ ਕੀ ਆ ਉਸ ਦੇ ਬਾਰੇ ਨਿਤਾਰਾ ਕਰਨ ਵਾਸਤੇ, ਤਾਂ ਉਹਨਾਂ ਨੇ ਇਹ ਗੱਲ ਪਹਿਲੀ ਵਾਰ ਸਾਹਮਣੇ ਲਿਆਂਦੀ ਕਿ ਅਸਲ ਵਿੱਚ ਬਨਾਰਸੀ ਦਾਸ ਜੈਨ ਹੋਰੀ ਜਿਹੜਾ ਪੰਜਾਬੀ ਸਾਹਿਤ ਨੂੰ ਮਹਿਜ ਇੱਕ ਧਰਮ ਦੇ ਨਾਲ ਜੋੜ ਕੇ, ਪੰਜਾਬੀ ਭਾਸ਼ਾ ਨੂੰ ਇੱਕ ਧਰਮ ਨਾਲ ਜੋੜ ਕੇ, ਜਿਹੜੀ ਉਸ ਸਮੇਂ ਇੱਕ ਪੋਲੀਟਿਕਸ ਖੇਡੀ ਜਾ ਰਹੀ ਸੀ ਕਿ ਪੰਜਾਬੀ ਜਿਹੜਾ ਸਾਹਿਤ ਹੈ ਉਹ ਸਿੱਖਾਂ ਦਾ ਸਾਹਿਤ ਹੈ ਅਤੇ ਪੰਜਾਬੀ ਜਿਹੜੀ ਭਾਸ਼ਾ ਹੈਗੀ ਉਹ ਸਿੱਖਾਂ ਦੀ ਭਾਸ਼ਾ ਹੈ, ਇਸ ਗੱਲ ਦਾ ਵਿਰੋਧ ਕਰਨ ਦੇ ਵਾਸਤੇ ਉਹਨਾਂ ਨੇ ਪੰਜਾਬੀ ਸਾਹਿਤ ਨੂੰ ਦੇ ਬਾਰੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਕਿ ਇਹਦੇ ਵਿੱਚ ਮੁਸਲਮਾਨ ਵੀ ਲਿਖਦੇ ਨੇ, ਇਹਦੇ ਵਿੱਚ ਹਿੰਦੂ ਵੀ ਲਿਖਦੇ ਨੇ, ਇਹਦੇ ਵਿੱਚ ਸਿੱਖ ਵੀ ਲਿਖਦੇ ਨੇ, ਅਤੇ ਇੱਥੋਂ ਤੱਕ ਕਿ ਇਹਦੇ ਵਿੱਚ ਈਸਾਈ ਵੀ ਲਿਖਦੇ ਨੇ। ਇਹਦਾ ਮਤਲਬ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬੀ ਸਾਹਿਤ ਕਿਸੇ ਇੱਕ ਧਰਮ ਦੇ ਲੋਕਾਂ ਦਾ ਸਾਹਿਤ ਨਹੀਂ ਹੈ, ਸਗੋਂ ਇਹ ਜਿੰਨੇ ਵੀ ਧਰਮ ਦੇ ਲੋਕ ਪੰਜਾਬੀ ਨੇ, ਇਹ ਉਹਨਾਂ ਸਾਰਿਆਂ ਦਾ ਸਾਹਿਤ ਹੈ। ਤਾਂ ਇਹ ਜਿਹੜੀ ਵਿਆਖਿਆ ਹਰਭਜਨ ਸਿੰਘ ਭਾਟੀਆ ਹੋਰਾਂ ਨੇ ਕਰਕੇ ਜਿਹੜਾ ਪਹਿਲਾਂ ਧੁੰਦਲਕਾ ਫੈਲਿਆ ਹੋਇਆ ਸੀ ਉਸ ਦਾ ਨਿਤਾਰਾ ਕੀਤਾ। ਇਹੀ ਜਿਹੜੀਆਂ ਜਦੋਂ ਮੌਲਾ ਬਖਸ਼ ਕੁਸ਼ਤਾ ਹੋਣੀ ਅਤੇ ਬਾਬਾ ਬੁੱਧ ਸਿੰਘ ਹੋਰੀ ਕੰਮ ਕਰ ਰਹੇ ਨੇ, ਤਾਂ ਬੁਨਿਆਦੀ ਤੌਰ 'ਤੇ ਉਹ ਇੱਕ ਕਾਰਪਸ ਤਿਆਰ ਕਰ ਰਹੇ ਨੇ ਕਿ ਲਿਟਰੇਚਰ ਨੂੰ ਇੱਕ ਤਰ੍ਹਾਂ ਜਿਹੜੀਆਂ ਸਾਡੇ ਤੱਥ ਸੀ ਉਹਨਾਂ ਨੂੰ ਸੰਭਾਲਿਆ ਜਾ ਰਿਹਾ ਹੈ। ਅਤੇ ਸੰਭਾਲਦੇ ਹੋਏ ਕੰਮ ਕੀ ਕਰ ਰਹੇ ਨੇ, ਉਹ ਇਹ ਦੱਸ ਰਹੇ ਨੇ ਕਿ ਪੰਜਾਬੀ ਲੋਕਾਂ ਦਾ ਆਪਣਾ ਵੱਖਰਾ ਸਿਰਜਨਾਤਮਕ ਸਾਹਿਤ ਹੈ। ਇਹ ਅਨਪੜ੍ਹ ਕਿਸਮ ਦੇ ਲੋਕ ਨਹੀਂ ਹੈਗੇ, ਸਾਹਿਤ ਕਲਾ ਤੋਂ ਵਿਰਵੇ ਲੋਕ ਨਹੀਂ ਹੈਗੇ, ਇਹਨਾਂ ਦੇ ਕੋਲ ਬਹੁਤ ਉੱਚੀਆਂ ਸੁੱਚੀਆਂ ਜਿਹੜੀਆਂ ਸਾਹਿਤਕ ਰਚਨਾਵਾਂ ਮੌਜੂਦ ਨੇ, ਜਿਨ੍ਹਾਂ ਦੇ ਉੱਪਰ ਅਸੀਂ ਮਾਣ ਕਰ ਸਕਦੇ ਹਾਂ। ਅਤੇ ਇਹਨਾਂ ਸਾਹਿਤਕ ਰਚਨਾਵਾਂ ਨੂੰ ਅਸੀਂ ਕਿਸੇ ਵੀ ਵਿਕਸਿਤ ਕੌਮ ਦੇ ਸਾਹਿਤਕ ਪਰੰਪਰਾ ਦੇ ਬਰਅਕਸ ਰੱਖ ਕੇ, ਤੁਲਨਾ ਦੇ ਵਿੱਚ ਰੱਖ ਕੇ ਅਸੀਂ ਇਸ ਨੂੰ ਦੇਖ ਸਕਦੇ ਹਾਂ, ਅਤੇ ਇਹ ਕਿਸੇ ਗੱਲੋਂ ਘੱਟ ਨਹੀਂ ਹੈ। ਇਸੇ ਕਰਕੇ ਇਹ ਕਿਹਾ ਜਾਣਾ ਵੀ ਸ਼ੁਰੂ ਹੋਇਆ ਵੀ ਸਾਡੇ ਕਵੀਆਂ ਦੇ ਸਾਹਮਣੇ ਜਿਹੜਾ ਸ਼ੇਕਸਪੀਅਰ ਆ ਉਹ ਬੱਚਾ ਲੱਗਦਾ। ਇਹ ਤਾਂ ਹੀ ਤੁਲਨਾਵਾਂ ਹੋ ਰਹੀਆਂ ਸੀ ਕਿਉਂਕਿ ਨੇਸ਼ਨ ਜਿਹੜੀ ਹੈਗੀ ਆ ਉਹ ਰੂਪ ਅਖਤਿਆਰ ਕਰ ਰਹੀ ਸੀ। ਅਤੇ ਫਿਰ ਜਦੋਂ ਅਸੀਂ ਕਹਿੰਦੇ ਨੇਸ਼ਨ ਇਨਵੋਲਵ ਹੋ ਗਈ ਇਹਦੇ ਵਿੱਚ, ਇਤਿਹਾਸਕਾਰੀ ਦੇ ਵਿੱਚ, ਸਾਹਿਤ ਦੀ ਇਤਿਹਾਸਕਾਰੀ ਦੇ ਵਿੱਚ, ਤਾਂ ਜ਼ਾਹਿਰ ਹੈ ਕਿ ਨੇਸ਼ਨ ਦੀਆਂ ਜਿੰਨੀਆਂ ਕੰਟਰਡਿਕਸ਼ਨਸ ਨੇ ਉਹਨਾਂ ਦਾ ਪ੍ਰਭਾਵ ਸਾਹਿਤ ਦੀ ਇਤਿਹਾਸਕਾਰੀ ਦੇ ਉੱਪਰ ਵੀ ਪਊਗਾ। ਫਿਰ ਜੇ ਇਤਿਹਾਸ ਦੀ ਤੁਹਾਡੀ ਪਹੁੰਚ ਸੰਪਰਦਾਇਕ ਹੋਵੇ, ਇਤਿਹਾਸ ਦੇ ਬਾਰੇ ਪਹੁੰਚ ਸਾਡੀ ਸੰਪਰਦਾਇਕ ਹੋਵੇ, ਤਾਂ ਅਸੀਂ ਫਿਰ ਉਸ ਸੰਪਰਦਾਇ ਦੀਆਂ ਜਿਹੜੀਆਂ ਲਿਖਤਾਂ ਨੇ ਉਹਨਾਂ ਨੂੰ ਕੇਂਦਰ ਦੇ ਵਿੱਚ ਰੱਖਣਾ ਵੀ ਸ਼ੁਰੂ ਕਰ ਦਿਆਂਗੇ। ਜਿਵੇਂ ਅਸੀਂ ਦੇਖ ਸਕਦੇ ਹਾਂ ਇਹ ਦੋਵੇਂ ਪਾਸੇ, ਪੂਰਬੀ ਪੰਜਾਬ ਦੇ ਵਿੱਚ ਵੀ ਹੋਇਆ ਅਤੇ ਪੱਛਮੀ ਪੰਜਾਬ ਦੇ ਵਿੱਚ ਵੀ ਹੋਇਆ ਕਿ ਇੱਕ ਵਿਸ਼ੇਸ਼ ਤਰ੍ਹਾਂ ਦੀਆਂ ਲਿਖਤਾਂ ਨੂੰ ਉੱਧਰ ਸਥਾਨ ਦਿੱਤਾ ਗਿਆ ਅਤੇ ਕੁਝ ਨੂੰ ਛੱਡ ਦਿੱਤਾ ਗਿਆ, ਅਤੇ ਇੱਧਰ ਕੁਝ ਖਾਸ ਤਰ੍ਹਾਂ ਦੀਆਂ ਲਿਖਤਾਂ ਨੂੰ ਛੱਡ ਦਿੱਤਾ ਗਿਆ ਅਤੇ ਕੁਝ ਨੂੰ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਸਥਾਨ ਦਿੱਤਾ ਗਿਆ। ਅਤੇ ਅੱਗੇ ਜਾ ਕੇ ਆਪਾਂ ਇਸੇ ਬਾਰੇ ਵੀ ਗੱਲ ਕਰਾਂਗੇ ਕਿ ਇਹ ਜਿਹੜਾ ਜਦੋਂ ਦੇਸ਼ ਵੰਡ ਹੁੰਦੀ ਹੈ ਉਸ ਦੇ ਨਾਲ ਪੰਜਾਬੀ ਸਾਹਿਤ ਦੀ ਜਿਹੜੀ ਸੰਕਲਪਨਾ ਹੈਗੀ ਆ ਉਹ ਕਿਵੇਂ ਰਾਸ਼ਟਰ ਦੇ ਬਹੁਤ ਜ਼ਿਆਦਾ ਅਧੀਨ ਆ ਜਾਂਦੀ ਹੈ। ਪੰਜਾਬੀ ਰਾਸ਼ਟਰ ਦੀ ਬਜਾਏ ਜਿਹੜਾ ਸਾਡੀ ਧਾਰਨਾ ਹੈਗੀ ਆ ਉਹ ਭਾਰਤੀ ਰਾਸ਼ਟਰਵਾਦ ਦੇ ਨਾਲ ਜੁੜ ਜਾਂਦੀ ਹੈ, ਅਤੇ ਪਰਲੇ ਪਾਸੇ ਦੀ ਜਿਹੜੀ ਸਾਹਿਤ ਰਚਨਾ ਹੈਗੀ ਆ, ਜਿਹੜਾ ਪੰਜਾਬੀ ਸਾਹਿਤ ਉਹ ਪਾਕਿਸਤਾਨੀ ਰਾਸ਼ਟਰਵਾਦ ਦੇ ਨਾਲ ਨੱਥੀ ਹੋ ਜਾਂਦਾ। ਅਸੀਂ ਇਹਦੇ ਬਾਰੇ ਬਾਅਦ ਦੇ ਵਿੱਚ ਮੈਂ ਗੱਲ ਕਰੂੰਗਾ ਜੇ ਮੈਨੂੰ ਸਮਾਂ ਮਿਲੂਗਾ ਤਾਂ ਇਸ ਸੂਰਤ ਦੇ ਵਿੱਚ ਜਿਹੜਾ ਸਾਹਿਤ ਦਾ ਇਤਿਹਾਸ ਆ ਉਹ ਨੇਸ਼ਨ ਦੇ ਨਾਲ ਜੁੜੀ ਹੋਈ ਚੀਜ਼ ਹੈ। ਨੇਸ਼ਨ ਦੇ ਨਿਰਮਾਣ ਦੇ ਵਾਸਤੇ ਇਸ ਨੂੰ ਇੱਕ ਬੁਨਿਆਦੀ ਚੀਜ਼ ਮੰਨਿਆ ਜਾਂਦਾ ਹੈ। ਹੁਣ ਇਹ ਆਪਣੇ ਆਪ ਦੇ ਵਿੱਚ ਅਸੀਂ ਇਹ 'ਚ ਕਰਦੇ ਕੀ ਹਾਂ, ਤਾਂ ਜਿਵੇਂ ਮੈਂ ਪਹਿਲਾਂ ਕਿਹਾ ਕਿ ਇੱਕ ਤਾਂ ਨਿਰੰਤਰਤਾ ਦੀ ਸਥਿਤੀ ਹੈ ਅਤੇ ਇੱਕ ਨਿਰੰਤਰਤਾ ਦੇ ਭੰਗ ਹੋਣ ਦੀ ਜਿਹੜੀ ਅਵਸਥਾ ਹੈਗੀ ਆ, ਉਸ ਨੂੰ ਦੋਵਾਂ ਚੀਜ਼ਾਂ ਨੂੰ ਸਾਹਿਤ ਦਾ ਇਤਿਹਾਸ ਇਕੱਠਾ ਹੈਂਡਲ ਕਰਦਾ। ਨਿਰੰਤਰਤਾ ਨੂੰ ਭੰਗ ਹੁੰਦੇ ਦੇਖਦੇ ਹਾਂ ਤਾਂ ਇਹਦਾ ਮਤਲਬ ਅਸੀਂ ਪਹਿਲਾਂ ਪੂਰਵ ਰੂਪ ਦੇ ਵਿੱਚ ਇੱਕ ਨਿਰੰਤਰਤਾ ਨੂੰ ਪਛਾਣਦੇ ਹਾਂ। ਹੁਣ ਮੰਨ ਲਓ ਕਿ ਅਸੀਂ ਨਾਥਾਂ ਜੋਗੀਆਂ ਦੀ ਰਚਨਾ ਨੂੰ ਵੀ ਜੇ ਅਸੀਂ ਪੰਜਾਬੀ ਰਚਨਾ ਕਹਿੰਦੇ ਹਾਂ ਤਾਂ ਉੱਥੋਂ ਤੋਂ ਲੈ ਕੇ
ਹੁਣ ਤੱਕ ਦੇ ਸਾਡੇ ਜਿਹੜੇ ਸਮਕਾਲੀ ਕਵੀ ਨੇ ਉਹਨਾਂ ਤੱਕ ਅਸੀਂ ਇੱਕ ਨਿਰੰਤਰਤਾ ਨੂੰ ਪਰਿਭਾਸ਼ਿਤ ਕਰਦੇ ਹਾਂ। ਪਰ ਫਿਰ ਅਸੀਂ ਇਸ ਨਿਰੰਤਰਤਾ ਦੇ ਵਿੱਚ ਦੇਖਦੇ ਹਾਂ ਕਿ ਨਿਰੰਤਰਤਾ ਇਹ ਬਿਲਕੁਲ ਇਕਹਿਰੀ ਕਿਸਮ ਦੀ ਨਿਰੰਤਰਤਾ ਨਹੀਂ ਹੈ। ਇਹਦੇ ਵਿੱਚ ਬਹੁਤ ਸਾਰੇ ਵੱਖਰੇ ਵੱਖਰੇ ਯੁੱਗ ਆਏ ਨੇ। ਇਹਦਾ ਮਤਲਬ ਅਸੀਂ ਪਰਿਵਰਤਨ ਨੂੰ ਵਾਪਰਦਿਆਂ ਹੋਇਆ ਦੇਖਦੇ ਹਾਂ। ਅਤੇ ਇਤਿਹਾਸ ਜਿਹੜਾ ਸਾਹਿਤ ਦਾ ਇਤਿਹਾਸ ਆ ਉਹਦੇ ਵਿੱਚ ਜਿਹੜਾ ਪਰਿਵਰਤਨ ਹੈ ਉਸ ਦੀ ਪਛਾਣ ਹੁੰਦੀ ਹੈ। ਉਹ ਪਰਿਵਰਤਨ ਸਾਹਿਤਕ ਵੱਥ ਦੇ ਵਿੱਚ ਵੀ ਪਰਿਵਰਤਨ ਹੁੰਦਾ ਹੈ, ਸਾਹਿਤਕ ਕੱਥ ਦੇ ਵਿੱਚ ਭਾਵ ਉਸਦੇ ਭਾਸ਼ਾਈ ਮੁਹਾਵਰੇ ਦੇ ਵਿੱਚ ਵੀ ਪਰਿਵਰਤਨ ਹੁੰਦਾ ਹੈ, ਜਿਹੜੇ ਸੋਹਜ ਪ੍ਰਤੀਮਾਨ ਨੇ ਉਹਨਾਂ ਦੇ ਵਿੱਚ ਵੀ ਪਰਿਵਰਤਨ ਹੁੰਦਾ। ਇਸ ਕਰਕੇ ਜਿਹੜਾ ਸਾਹਿਤ ਦਾ ਇਤਿਹਾਸ ਹੈ ਬੁਨਿਆਦੀ ਤੌਰ 'ਤੇ ਇਹ ਤਬਦੀਲੀਆਂ ਦਾ ਸਾਹਿਤ ਦੇ ਵਿੱਚ ਆ ਰਹੀਆਂ ਜਿਹੜੀਆਂ ਤਬਦੀਲੀਆਂ ਨੇ ਉਹਨਾਂ ਦਾ ਇੱਕ ਬਿਉਰਾ ਹੈ। ਜਿਹੜੀ ਇਤਿਹਾਸਕ ਗਤੀ ਦੇ ਸੰਬਿਤ ਰੱਖ ਕੇ ਜਦੋਂ ਅਸੀਂ ਸਾਹਿਤ ਦੇ ਵਿੱਚ ਥੀਮ, ਰੂਪ ਅਤੇ ਸੋਹਜ ਦੇ ਪੈਮਾਨਿਆਂ ਦੇ ਪਰਿਵਰਤਨ ਦਾ ਅਧਿਐਨ ਕਰਦੇ ਹਾਂ ਤਾਂ ਇਹ ਇੱਕ ਤਰ੍ਹਾਂ ਨਾਲ ਸਾਹਿਤ ਦਾ ਇਤਿਹਾਸ ਅਖਵਾਉਂਦਾ ਹੈ। ਇੱਕ ਲੇਖਕ ਦੀ ਜਿਹੜੀ ਵਿਸ਼ੇਸ਼ ਦੀ ਉਹਦੀ ਦੇਣ ਹੈ ਉਸ ਦੀ ਪਛਾਣ ਕਰਨ ਦਾ ਕੰਮ ਤਾਂ ਸਾਹਿਤ ਆਲੋਚਨਾ ਕਰਦੀ ਹੈ। ਪਰ ਉਸ ਲੇਖਕ ਨੂੰ ਆਪਣੇ ਵਰਗੇ ਹੋਰ ਲੇਖਕਾਂ ਨਾਲ ਜਦੋਂ ਅਸੀਂ ਧਾਰਾਵਾਂ ਦੇ ਵਿੱਚ ਜਾਂ ਵਿਚਾਰਧਾਰਾਵਾਂ ਦੇ ਵਿੱਚ ਜੋੜ ਕੇ ਦੇਖਦੇ ਹਾਂ, ਉਹਨਾਂ ਦੇ ਸਾਂਝੇ ਸੂਤਰਾਂ ਦੀ ਤਲਾਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਸ ਯੁੱਗ ਨੂੰ ਅਸੀਂ ਇੱਕ ਇੰਟੈਗ੍ਰਿਟੀ ਦੇ ਰੂਪ ਦੇ ਵਿੱਚ ਇੰਟੈਗ੍ਰੇਸ਼ਨ ਦੇ ਰੂਪ ਦੇ ਵਿੱਚ ਦੇਖਣ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਲੇਖਕ ਇੱਕ ਵਿਅਕਤੀ ਆ, ਉਸ ਵਿਅਕਤੀ ਦਾ ਮੁਲਾਂਕਣ ਆਲੋਚਨਾ ਨੇ ਕਰਨਾ, ਪਰ ਸਾਹਿਤ ਦੇ ਇਤਿਹਾਸ ਨੇ ਕੰਮ ਇਹ ਨਹੀਂ ਕਰਨਾ। ਭਾਵੇਂ ਕਿ ਆਲੋਚਨਾਤਮਕ ਜਾਵੀਏ ਸਾਹਿਤ ਦੇ ਇਤਿਹਾਸਕਾਰ ਦੇ ਮਨ ਦੇ ਵਿੱਚ ਵੀ ਕਾਰਜਸ਼ੀਲ ਹੁੰਦੇ ਨੇ। ਕਿਹੜੇ ਲੇਖਕਾਂ ਨੂੰ ਉਹ ਕਿੱਥੇ ਰੱਖਦੇ ਨੇ, ਕਿਹੜੇ ਲੇਖਕਾਂ ਨੂੰ ਸਾਹਿਤ ਦੇ ਇਤਿਹਾਸ ਦੇ ਵਿੱਚ ਥਾਂ ਦੇਣੀ ਹੈ, ਕਿਹਨਾਂ ਨੂੰ ਯੁੱਗ ਪਰਿਵਰਤਕ ਸਾਹਿਤਕਾਰ ਮੰਨਣਾ ਹੈ ਅਤੇ ਕਿਹਨਾਂ ਨੂੰ ਸਧਾਰਨ ਸਾਹਿਤਕਾਰ ਮੰਨਣਾ ਹੈ। ਇਸ ਕਰਕੇ ਪੈਮਾਨੇ ਤਾਂ ਆਲੋਚਨਾਤਮਕ ਪੈਮਾਨੇ ਇਤਿਹਾਸਕਾਰ ਦੇ ਕੋਲ ਵੀ ਹੁੰਦੇ ਨੇ, ਪਰ ਇਤਿਹਾਸਕਾਰ ਮੁੱਖ ਤੌਰ 'ਤੇ ਇੰਟੈਗ੍ਰੇਸ਼ਨ ਲੱਭਦਾ, ਏਕਤਾ ਲੱਭਦਾ। ਉਹ ਵਿਅਕਤੀਆਂ ਦੇ ਵਿੱਚ ਸਾਂਝ ਦੇ ਸੂਤਰ ਜਾਂ ਵਿਅਕਤੀਗਤ ਲੇਖਕਾਂ ਦੀਆਂ ਰਚਨਾਵਾਂ ਦੇ ਵਿੱਚ ਸਾਂਝ ਦੇ ਸੂਤਰ ਲੱਭਦਾ। ਤਾਂ ਉਹਦਾ ਮੁੱਖ ਕੰਮ ਜਿਹੜਾ ਹੈਗਾ ਉਹ ਇੰਟੈਗ੍ਰੇਸ਼ਨ ਦਾ, ਖਾਸ ਕੌਮ ਦੇ ਦਰਮਿਆਨ ਜਿਹੜੀ ਇੰਟੈਗ੍ਰੇਸ਼ਨ ਹੈ ਇਹ ਉਸ ਦਾ ਹੀ ਪ੍ਰਗਟਾਵਾ ਹੈ ਕਿ ਉਹ ਲੇਖਕਾਂ ਨੂੰ ਇੱਕ ਇੰਟੈਗਰੇਟਿਡ ਹੋਲ ਦੇ ਰੂਪ ਦੇ ਵਿੱਚ ਇੱਕ ਮਿਕ ਏਕਤਾ ਦੇ ਸੂਤਰ ਦੇ ਵਿੱਚ ਬੱਝੇ ਹੋਏ ਜਿਹੜੇ ਲੇਖਕ ਨੇ ਉਹਨਾਂ ਨੂੰ ਇੱਕ ਮਿਕਤਾ ਦੇ ਵਿੱਚ ਰੱਖ ਕੇ ਉਹਨਾਂ ਦੇ ਸਾਂਝੇ ਸੂਤਰ ਦੇ ਰੂਪ ਦੇ ਵਿੱਚ ਦੇਖਦਾ ਅਤੇ ਉਹ ਇੱਕ ਤਰ੍ਹਾਂ ਨਾਲ ਪੂਰੀ ਧਾਰਾ ਨੂੰ ਇੱਕ ਵਿਅਕਤੀ ਦੇ ਰੂਪ ਦੇ ਵਿੱਚ ਦੇਖਦਾ। ਇਹ ਜਿਹੜੀ ਪੂਰੀ ਸਾਹਿਤ ਦੀ ਧਾਰਾ ਹੈਗੀ ਆ ਉਹ ਸਾਹਿਤ ਦੀ ਧਾਰਾ ਇੱਕ ਵਿਅਕਤੀ ਵਜੋਂ, ਜਿਵੇਂ ਅਸੀਂ ਵਿਅਕਤੀ ਨੂੰ ਲੈਂਦੇ ਹਾਂ ਇੱਕ ਸਮੁੱਚ ਦੇ ਰੂਪ ਦੇ ਵਿੱਚ, ਇੱਕ ਚੇਤਨਾਗਤ ਅਤੇ ਬਾਇਓਲੋਜੀਕਲ ਜੀਵ ਵਿਗਿਆਨਕ ਸਮੁੱਚ ਦੇ ਰੂਪ ਦੇ ਵਿੱਚ ਲੈਂਦੇ ਹਾਂ। ਲਗਭਗ ਇਸੇ ਤਰ੍ਹਾਂ ਨਾਲ ਜਿਹੜੀ ਸਾਹਿਤ ਦੀ ਧਾਰਾ ਹੈਗੀ ਆ ਉਸ ਨੂੰ ਸਾਹਿਤ ਦਾ ਇਤਿਹਾਸਕਾਰ ਇੱਕ ਵਿਅਕਤੀ ਦੇ ਰੂਪ ਦੇ ਵਿੱਚ, ਇੱਕ ਇਕਹਿਰੀ ਹੋਂਦ ਦੇ ਰੂਪ ਦੇ ਵਿੱਚ ਉਸ ਨੂੰ ਦੇਖਦਾ ਹੈ। ਅਤੇ ਫਿਰ ਜਦੋਂ ਅਸੀਂ ਚੇਂਜ ਹੈ ਜਿਹੜੀ ਸਿਰਫ ਚੇਂਜ ਦੀ ਨਿਸ਼ਾਨਦੇਹੀ ਨਹੀਂ ਕਰਦੇ ਸਾਹਿਤ ਦੇ ਇਤਿਹਾਸ ਦੇ ਵਿੱਚ, ਉਸ ਦੀ ਵਿਆਖਿਆ ਵੀ ਕਰਦੇ ਹਾਂ। ਅਤੇ ਵਿਆਖਿਆ ਜਦੋਂ ਕਰਦੇ ਹਾਂ ਤਾਂ ਇਹ ਉਸ ਦੀ ਅੰਤਰਵਰਤੀ ਅਤੇ ਬਾਹਰਵਰਤੀ ਦੋਵੇਂ ਤਰ੍ਹਾਂ ਦੇ ਜਿਹੜੇ ਕਾਰਕ ਨੇ ਉਹਨਾਂ ਦੇ ਨਾਲ ਜੋੜ ਕੇ ਅਸੀਂ ਸਾਹਿਤ ਦੇ ਪਰਿਵਰਤਨ ਦੀ ਵਿਆਖਿਆ ਕਰਦੇ ਹਾਂ। ਜਦੋਂ ਬਾਹਰਵਰਤੀ ਪਰਿਵਰਤਨ ਦੀ ਗੱਲ ਕਰਦੇ ਹਾਂ ਤਾਂ ਜਿਹੜੇ ਇਤਿਹਾਸ, ਰਾਜਨੀਤੀ ਦੇ ਵਿੱਚ ਪਰਿਵਰਤਨ ਆ ਰਹੇ ਹੁੰਦੇ ਨੇ, ਜਿਹੜੇ ਸਾਡੀ ਆਰਥਿਕਤਾ ਦੇ ਵਿੱਚ ਪਰਿਵਰਤਨ ਆ ਰਹੇ ਹੁੰਦੇ ਨੇ, ਜਿਹੜੇ ਸੱਭਿਆਚਾਰ ਦੇ ਵਿੱਚ ਪਰਿਵਰਤਨ ਆ ਰਹੇ ਹੁੰਦੇ ਨੇ, ਉਹਨਾਂ ਪਰਿਵਰਤਨਾਂ ਦੀ ਸਮਵਿਤ ਰੱਖ ਕੇ ਜਾਂ ਉਹਨਾਂ ਪਰਿਵਰਤਨਾਂ ਦੇ ਹਵਾਲੇ ਦੇ ਨਾਲ ਅਸੀਂ ਸਾਹਿਤ ਦੇ ਵਿੱਚ ਆ ਰਹੇ ਪਰਿਵਰਤਨਾਂ ਦੀ ਵਿਆਖਿਆ ਕਰਦੇ ਹਾਂ। ਇਹਦੇ ਬਾਰੇ ਬਹੁਤ ਸਾਰੇ ਇਤਰਾਜ਼ ਨੇ, ਕਿਉਂਕਿ ਜਿਹੜੇ ਰੂਸੀ ਰੂਪਵਾਦੀ ਨੇ ਉਹ ਤਾਂ ਪਹਿਲੀ ਗੱਲ ਇਹ ਮੰਨਦੇ ਹੀ ਨਹੀਂ ਹੈਗੇ, ਰੂਪਵਾਦੀ ਦਾ ਮੰਨਦੇ ਹੀ ਨਹੀਂ ਹੈਗੇ ਕਿ ਸਾਹਿਤ ਦਾ ਇਤਿਹਾਸ ਕੋਈ ਚੀਜ਼ ਹੁੰਦੀ ਹੈ। ਉਹ ਕਹਿੰਦੇ ਸਾਹਿਤ ਦਾ ਕੋਈ ਇਤਿਹਾਸ ਹੋ ਨਹੀਂ ਸਕਦਾ। ਰੈਨੇ ਵੈਲਕ ਹੋਰੀ ਵੀ ਇੱਕ ਕੁਐਸਚਨ ਉਠਾਉਂਦੇ ਨੇ, ਇੱਕ ਸਵਾਲ ਉਠਾਉਂਦੇ ਨੇ ਕਿ ਜਦੋਂ ਸਾਰਾ ਕੁਝ ਸਾਹਿਤ ਦੀਆਂ ਰਚਨਾਵਾਂ ਸਾਡੇ ਕੋਲ ਸਮਕਾਲ ਦੇ ਵਿੱਚ ਮੌਜੂਦ ਨੇ, ਕੁਛ ਵੀ ਉਹਨਾਂ ਦੇ ਵਿੱਚੋਂ ਅਤੀਤ ਵਿੱਚ ਨਹੀਂ ਗਿਆ, ਮੁਕੰਮਲ ਤੌਰ 'ਤੇ ਕਦੇ ਵੀ ਕੁਛ ਅਤੀਤ ਵਿੱਚ ਜਿਹੜਾ ਨਹੀਂ ਗਿਆ ਉਹ ਸਾਡੇ ਕੋਲ ਮੌਜੂਦ ਹੈ, ਤਾਂ ਫਿਰ ਜਦੋਂ ਅਤੀਤ ਵਿੱਚ ਗਿਆ ਹੀ ਨਹੀਂ ਤਾਂ ਅਸੀਂ ਉਸ ਦਾ ਇਤਿਹਾਸ ਕਿਵੇਂ ਲਿਖ ਸਕਦੇ ਹਾਂ? ਕਿਉਂਕਿ ਇਤਿਹਾਸ ਫਿਰ ਵੀ ਅਤੀਤ ਦਾ ਇੱਕ ਬੋਧ ਹੈ ਅਤੇ ਅਤੀਤ ਦੀ ਵਿਆਖਿਆ ਹੈ। ਉਹ ਕਹਿੰਦੇ ਜਦੋਂ ਅਤੀਤ 'ਚ ਗਿਆ ਹੀ ਨਹੀਂ ਸਾਹਿਤ ਤਾਂ ਅਸੀਂ ਉਹਦਾ ਇਤਿਹਾਸ ਕਿਵੇਂ ਲਿਖ ਸਕਦੇ? ਮੈਂ ਇਸ ਗੱਲੋਂ ਥੋੜ੍ਹਾ ਜਿਹਾ ਇਹਦੀ ਤਸ਼ਰੀਹ ਕਰ ਦਿੰਦਾ ਕਿ ਸਾਹਿਤ ਦੇ ਇਤਿਹਾਸ ਦੇ ਵਿੱਚ ਉਹ ਰਚਨਾਵਾਂ ਹੀ ਸ਼ਾਮਿਲ ਹੁੰਦੀਆਂ ਨੇ ਜਿਨ੍ਹਾਂ ਦੇ ਟੈਕਸਟ, ਜਿਨ੍ਹਾਂ ਦਾ ਪਾਠ ਸਾਡੇ ਕੋਲ ਉਪਲਬਧ ਹੁੰਦਾ, ਜਿਨ੍ਹਾਂ ਦਾ ਪਾਠ ਸਾਡੇ ਕੋਲ ਮੌਜੂਦ ਹੁੰਦਾ। ਅਸੀਂ ਉਸ ਦੀ ਹੀ ਸਾਹਿਤ ਦੇ ਇਤਿਹਾਸ ਦੇ ਵਿੱਚ ਉਸ ਦਾ ਵਿਵਰਣ ਪਾ ਸਕਦੇ ਹੁੰਦੇ ਹਾਂ, ਉਸ ਦੇ ਯੋਗਦਾਨ ਦੀ ਗੱਲ ਕਰ ਸਕਦੇ ਹੁੰਦੇ ਹਾਂ। ਅਤੇ ਜੇ ਸਾਡੇ ਕੋਲ ਰਚਨਾ ਮੌਜੂਦ ਹੀ ਹੈ ਨਹੀਂ ਤਾਂ ਉਹ ਸਾਹਿਤ ਦੇ ਇਤਿਹਾਸ ਵਿੱਚ ਨਹੀਂ ਆਉਂਦੀ, ਜਾਂ ਉਹਦਾ ਜਿਹੜਾ ਸੰਕੇਤ ਹੈ ਉਹ ਮਹਿਜ ਸਿਰਫ ਇੱਕ ਤਰ੍ਹਾਂ ਦਾ ਸਿਰਫ ਨਾਮ ਹੀ ਆ ਜਾਂਦਾ। ਜਿਵੇਂ ਅਸੀਂ ਕਹਿੰਦੇ ਹਾਂ ਪੁੱਛਿਆ ਰਚਿਤ ਸੱਸੀ ਪੁੰਨੂ ਦਾ ਕਿੱਸਾ ਲਿਖਿਆ ਗਿਆ ਸੀ,
ਪਰ ਅਸੀਂ ਉਸ ਦੇ ਬਾਰੇ ਕੋਈ ਧਾਰਨਾ ਨਹੀਂ ਦੇ ਸਕਦੇ ਕਿਉਂਕਿ ਸਾਡੇ ਕੋਲ ਉਹਦੀ ਕੋਈ ਟੈਕਸਟ ਨਹੀਂ ਹੈ। ਸਾਡੇ ਕੋਲ ਇੱਕ ਬਸ ਅੰਦਾਜ਼ਾ ਜਿਹਾ ਹੈਗਾ, ਇੱਕ ਇਸ ਕਿਸਮ ਦਾ ਕਿੱਸਾ ਲਿਖਿਆ ਗਿਆ ਹੋਊਗਾ, ਪਰ ਸਾਡੇ ਕੋਲ ਉਹਦਾ ਪ੍ਰਮਾਣ ਮੌਜੂਦ ਨਹੀਂ ਹੈ। ਜੇ ਪ੍ਰਮਾਣ ਮੌਜੂਦ ਹੋਊਗਾ ਤਾਂ ਅਸੀਂ ਉਸ ਨੂੰ ਇੱਕ ਪੂਰੇ ਵਿਵਰਣ ਦੇ ਨਾਲ ਸਾਹਿਤ ਦੇ ਇਤਿਹਾਸ ਦੇ ਵਿੱਚ ਸ਼ਾਮਿਲ ਕਰਾਂਗੇ। ਹੁਣ ਇੱਕ ਲਾਈਨ ਦੇ ਵਿੱਚ ਗੱਲ ਨਿਬੜ ਜਾਂਦੀ ਹੈ ਕਿ ਪੁੱਛਿਆ ਨਾਮੀ ਇੱਕ ਕਵੀ ਨੇ ਸੱਸੀ ਪੁੰਨੂ ਦਾ ਕਿੱਸਾ ਲਿਖਿਆ ਸੀ। ਇਸ ਤੋਂ ਅੱਗੇ ਕੋਈ ਦੂਜੀ ਲਾਈਨ ਲਿਖੀ ਨਹੀਂ ਜਾ ਸਕਦੀ ਕਿਉਂਕਿ ਸਾਡੇ ਕੋਲ ਉਹਦਾ ਕੋਈ ਪ੍ਰਮਾਣ ਨਹੀਂ ਹੈ। ਪਰ ਜਿਨ੍ਹਾਂ ਰਚਨਾਵਾਂ ਦੇ ਪ੍ਰਮਾਣ ਸਾਡੇ ਕੋਲ ਹੈਗੇ ਨੇ, ਜਿਨ੍ਹਾਂ ਦੇ ਪਾਠ ਮੌਜੂਦ ਨੇ, ਉਹਨਾਂ ਦੇ ਬਾਰੇ ਅਸੀਂ ਬਹੁਤ ਸਾਰੀ ਚਰਚਾ ਕਰ ਸਕਦੇ ਹਾਂ। ਉਹਨਾਂ ਦੇ ਗੁਣਾਂ ਬਾਰੇ, ਉਹਨਾਂ ਦੇ ਯੋਗਦਾਨ ਬਾਰੇ ਗੱਲ ਕਰ ਸਕਦੇ ਹਾਂ। ਸਮੁੱਚੀ ਧਾਰਾ ਦੇ ਵਿੱਚ ਉਹ ਕਿੱਥੇ ਸਟੈਂਡ ਕਰਦਾ ਉਹਦੇ ਬਾਰੇ ਗੱਲ ਕਰ ਸਕਦੇ ਹਾਂ। ਇਹਦਾ ਮਤਲਬ ਜੇ ਰਚਨਾਵਾਂ ਸਾਡੇ ਕੋਲ ਜੇ ਮੌਜੂਦ ਹੋਣਗੀਆਂ ਤਾਂ ਹੀ ਅਸੀਂ ਉਹਨਾਂ ਨੂੰ ਸਾਹਿਤ ਦੇ ਇਤਿਹਾਸ ਦੇ ਵਿੱਚ ਸ਼ਾਮਿਲ ਕਰ ਸਕਦੇ ਹਾਂ। ਅਤੇ ਜੇ ਮੌਜੂਦ ਨੇ ਤਾਂ ਇਹਦਾ ਮਤਲਬ ਅਤੀਤ ਵਿੱਚ ਨਹੀਂ ਗਈਆਂ। ਉਹ ਅਤੀਤ ਦੇ ਵਿੱਚ ਜੇ ਪੁੱਛਿਆ ਦਾ ਕਿੱਸਾ ਸੱਸੀ ਪੁੰਨੂ ਇਤਿਹਾਸ ਦੇ ਅਤੀਤ ਦੇ ਵਿੱਚ ਗਵਾਚ ਗਿਆ ਤਾਂ ਉਹ ਸਾਡੇ ਕੋਲ ਮੌਜੂਦ ਨਹੀਂ ਆ। ਜੋ ਮੌਜੂਦ ਹੈ ਇਹਦਾ ਮਤਲਬ ਉਹ ਇਤਿਹਾਸਕ ਨਹੀਂ ਹੈਗਾ, ਹੈ ਨਾ। ਇਸ ਗੱਲ ਦਾ ਜਿਹੜਾ ਕੁਐਸਚਨ ਉਠਾਇਆ ਜਾਂਦਾ ਕਿ ਇਹਦਾ ਮਤਲਬ ਸਾਹਿਤ ਦਾ ਇਤਿਹਾਸ ਹੋ ਨਹੀਂ ਸਕਦਾ। ਅਤੇ ਨਾਲ ਦੀ ਨਾਲ ਫਿਰ ਜਦੋਂ ਇਹ ਕਿਹਾ ਜਾਂਦਾ ਕਿ ਜੇ ਸਾਹਿਤ ਦੇ ਇਤਿਹਾਸ ਦੇ ਵਾਸਤੇ ਸਾਨੂੰ ਬਾਹਰਵਰਤੀ ਵਿਵਰਣਾਂ ਦੀ ਲੋੜ ਪੈਂਦੀ ਹੈ ਤਾਂ ਉਹ ਸਾਹਿਤ ਦਾ ਇਤਿਹਾਸ ਨਹੀਂ ਹੈਗਾ, ਉਹ ਸੱਭਿਅਤਾ ਦਾ ਇਤਿਹਾਸ ਹੈ। ਜਦਕਿ ਸਾਹਿਤ ਦੇ ਇਤਿਹਾਸ ਦੀ ਲਾਜ਼ਮੀਅਤ ਇਹ ਹੈ, ਮਜਬੂਰੀ ਜਾਂ ਉਹਦੀ ਕੰਪਲਸ਼ਨ ਇਹ ਹੈ ਕਿ ਉਸ ਦੇ ਪਰਿਵਰਤਨਾਂ ਨੂੰ ਤੁਸੀਂ ਮਹਿਜ ਸਾਹਿਤਕ ਵਰਤਾਰੇ ਦੇ ਅੰਦਰਲੇ ਪਰਿਵਰਤਨਾਂ ਦੇ ਤੌਰ 'ਤੇ ਹੀ ਨਹੀਂ ਸਮਝ ਸਕਦੇ। ਇਹ ਠੀਕ ਹੈ ਕਿ ਸਾਹਿਤ ਦਾ ਵਰਤਾਰਾ ਉਸ ਦੀ ਆਪਣੀ ਇੱਕ ਖੁਦ ਮੁਖਤਿਆਰ ਹੋਂਦ ਹੁੰਦੀ ਹੈ। ਉਸ ਖੁਦ ਮੁਖਤਿਆਰ ਹੋਂਦ ਨੂੰ ਕਬੂਲ ਕਰਦੇ ਹੋਏ ਵੀ ਜਦੋਂ ਅਸੀਂ ਸਾਹਿਤ ਦੇ ਵਿੱਚ ਆ ਰਹੇ ਪਰਿਵਰਤਨਾਂ ਨੂੰ ਇਤਿਹਾਸ ਦੇ ਵਿੱਚ ਵਾਪਰਨ ਵਾਲੇ ਹੋਰ ਪਰਿਵਰਤਨ ਜਿਹੜੇ ਸਾਡੇ ਜੋ ਵੀ ਇਤਿਹਾਸ ਨੂੰ ਪ੍ਰਭਾਵਿਤ ਕਰਦਾ, ਸਾਡੀ ਆਰਥਿਕਤਾ, ਸਾਡੀ ਰਾਜਨੀਤੀ, ਸਾਡਾ ਸੱਭਿਆਚਾਰ, ਸਾਡਾ ਸਮਾਜ, ਜੋ ਪਰਿਵਰਤਨ ਆ ਰਹੇ ਹੁੰਦੇ ਨੇ ਉਹਨਾਂ ਦੇ ਰਾਹੀਂ ਅਸੀਂ ਸਾਹਿਤਕ ਸੋਝ ਵਿੱਚ ਆ ਰਹੇ ਪਰਿਵਰਤਨਾਂ ਦੀ ਨਿਸ਼ਾਨਦੇਹੀ ਕਰਦੇ ਹਾਂ। ਤਾਂ ਇਹ ਇੱਕ ਸਾਹਿਤ ਦੇ ਇਤਿਹਾਸ ਦੀ ਇੱਕ ਜ਼ਰੂਰੀ ਚੀਜ਼ ਹੈ। ਇੱਥੇ ਮੈਂ ਨਾਲ ਦੀ ਨਾਲ ਦੱਸਣਾ ਚਾਹੂੰਗਾ ਕਿ ਅਸੀਂ ਪਰਿਵਰਤਨ ਸ਼ਬਦ ਵਰਤ ਰਹੇ ਹਾਂ। ਜਿਹੜਾ ਸਾਹਿਤ ਦਾ ਇਤਿਹਾਸ ਹੈ ਉਹ ਸਾਹਿਤ ਦੇ ਅੰਦਰ ਆ ਰਹੇ ਪਰਿਵਰਤਨਾਂ ਦਾ ਇਤਿਹਾਸ ਹੈ। ਅਤੇ ਜਿਹੜੇ ਪਰਿਵਰਤਨ ਨੇ ਇਹਨਾਂ ਨੂੰ ਅਸੀਂ ਵਿਕਾਸ ਨਹੀਂ ਕਹਿ ਸਕਦੇ, ਇਹਨਾਂ ਨੂੰ ਅਸੀਂ ਸੁਧਾਰ ਨਹੀਂ ਕਹਿ ਸਕਦੇ, ਇਹਨਾਂ ਨੂੰ ਅਸੀਂ ਕ੍ਰਾਂਤੀ ਵੀ ਨਹੀਂ ਕਹਿ ਸਕਦੇ। ਕਿਉਂਕਿ ਇਹ ਜੇ ਅਸੀਂ ਇਹ ਸ਼ਬਦ ਵਰਤੀਏ, ਭਾਵੇਂ ਕਿ ਡਾਕਟਰ ਪਰਮਿੰਦਰ ਸਿੰਘ, ਕਿਰਪਾਲ ਸਿੰਘ ਕਸੇਲ ਹੋਰਾਂ ਦੀ ਜਿਹੜਾ ਸਾਹਿਤ ਦਾ ਇਤਿਹਾਸ ਆ ਉਹਦੇ ਵਿੱਚ ਉਹਨਾਂ ਨੇ ਸ਼ਬਦ ਵਰਤਿਆ ਹੋਇਆ ਪੰਜਾਬੀ ਸਾਹਿਤ ਦੀ ਉਤਪੱਤੀ ਅਤੇ ਵਿਕਾਸ, ਤਾਂ ਉੱਥੇ ਉਹ ਸ਼ਬਦ ਦਰੁਸਤ ਨਹੀਂ ਹੈਗਾ। ਸਾਹਿਤ ਦੀ ਇਤਿਹਾਸਕਾਰੀ ਦੇ ਡਿਸਿਪਲਿਨ ਦੇ ਮੁਤਾਬਕ, ਅਨੁਸ਼ਾਸਨ ਦੇ ਮੁਤਾਬਕ ਸਾਹਿਤਕ ਜਿਹੜੀ ਤਬਦੀਲੀ ਹੁੰਦੀ ਹੈ ਉਸ ਨੂੰ ਵਿਕਾਸ ਦੀ ਧਾਰਨਾ ਨਾਲ ਨਹੀਂ ਸਮਝਿਆ ਜਾ ਸਕਦਾ। ਕਿਉਂਕਿ ਜੇ ਵਿਕਾਸ ਦੀ ਧਾਰਨਾ ਮੁਤਾਬਕ ਸੋਚਾਂਗੇ ਤਾਂ ਜਿਹੜਾ ਵਿਕਾਸ ਮਤਲਬ ਇੱਕ ਤਰ੍ਹਾਂ ਨਾਲ ਕਾਲਿਕ ਤੌਰ ਰੂਪ ਦੇ ਵਿੱਚ ਚੱਲਦਾ, ਜਿਹੜੀ ਅਸੀਂ ਕਹੀਏ ਕਿ ਤਬਦੀਲੀ ਦੀ ਇੱਕ ਕਾਲਿਕ ਧਾਰਾ ਹੁੰਦੀ ਹੈ। ਉਸ ਮੁਤਾਬਕ ਇੱਕ ਕਾਲ ਤੋਂ ਜਦੋਂ ਅਸੀਂ ਅਗਲੇ ਕਾਲ ਦੇ ਵਿੱਚ ਜਾਂਦੇ ਹਾਂ ਤਾਂ ਉਸ ਸਮੇਂ ਜਿਹੜੀਆਂ ਚੀਜ਼ਾਂ ਜਿਹੜੀਆਂ ਅੱਗੇ ਨੂੰ ਜਾਂਦੀਆਂ ਨੇ, ਪ੍ਰਗਤੀਸ਼ੀਲ ਰੂਪ ਦੇ ਵਿੱਚ ਜਾਂਦੀਆਂ ਨੇ, ਉਹਨਾਂ ਨੂੰ ਅਸੀਂ ਵਿਕਾਸ ਦੇ ਨਾਲ ਜੋੜਦੇ ਹਾਂ। ਅਤੇ ਵਿਕਾਸ ਦੇ ਨਾਲ ਜਿਹੜੇ ਜੁੜੇ ਸ਼ਬਦ ਹੋਰ ਨੇ ਉਹ ਹੈਗੇ ਘੱਟ ਵਿਕਸਿਤ, ਅਰਧ ਵਿਕਸਿਤ, ਅਵਿਕਸਿਤ, ਅਤ ਵਿਕਸਿਤ। ਇਹ ਸ਼ਬਦ ਵਿਕਾਸ ਨਾਲ ਜੁੜੇ ਹੋਏ ਨੇ। ਕੀ ਅਸੀਂ ਸਾਹਿਤ ਦੇ ਕਿਸੇ ਪੁਰਾਣੇ ਯੁੱਗ ਦੀਆਂ ਰਚਨਾਵਾਂ ਨੂੰ ਕਹਿ ਸਕਦੇ ਹਾਂ ਘੱਟ ਵਿਕਸਿਤ ਸੀਗੀਆਂ ਅਤੇ ਹੁਣ ਦੀਆਂ ਰਚਨਾਵਾਂ ਵੱਧ ਵਿਕਸਿਤ ਨੇ? ਫਿਰ ਸਾਨੂੰ ਕਹਿਣਾ ਪਊਗਾ ਕਿ ਆਧੁਨਿਕ ਕਵਿਤਾ ਗੁਰਬਾਣੀ ਤੋਂ ਵੱਧ ਵਿਕਸਿਤ ਹੈ। ਕੀ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਕੀ ਗੱਲ ਕਹਿਣੀ ਵਾਜਬ ਹੋਊਗੀ ਕਿ ਜਿਹੜਾ ਕਿੱਸਾ ਲਿਖਿਆ ਜਾ ਰਿਹਾ ਸੀ ਉਸ ਤੋਂ ਉਹ ਘੱਟ ਵਿਕਸਿਤ ਸੀ, ਅਰਧ ਵਿਕਸਿਤ ਸੀ, ਅਤੇ ਹੁਣ ਜਿਹੜੀ ਕਹਾਣੀ ਜਾਂ ਨਾਵਲ ਲਿਖੇ ਜਾ ਰਹੇ ਨੇ ਇਹ ਵਿਕਸਿਤ ਨੇ? ਇਹਦਾ ਮਤਲਬ ਜਿਹੜਾ ਵਿਕਾਸ ਦਾ ਜਿਹੜਾ ਪੈਮਾਨਾ ਹੈਗਾ ਉਹ ਸਾਹਿਤ ਦੇ ਉੱਪਰ ਲਾਗੂ ਨਹੀਂ ਹੁੰਦਾ। ਸਾਹਿਤ ਦੇ ਵਿੱਚ ਰੂਪਾਂਤਰਣ ਹੁੰਦੇ ਨੇ। ਸਾਹਿਤ ਜਿਵੇਂ ਜਿਵੇਂ ਕੋਈ ਸੱਭਿਆਚਾਰ ਤੁਰਦਾ ਹੈ, ਸੱਭਿਆਚਾਰ ਪਰਿਵਰਤਿਤ ਹੁੰਦਾ, ਉਹਦੇ ਨਾਲ ਜਿਹੜੇ ਵਾਪਰ ਰਹੇ ਪਰਿਵਰਤਨ ਹੁੰਦੇ ਨੇ ਉਹਨਾਂ ਦੇ ਨਾਲ ਨਾਲ ਸਾਹਿਤ ਦੇ ਵਿੱਚ ਵੀ ਪਰਿਵਰਤਨ ਵਾਪਰਦੇ ਨੇ। ਸੱਭਿਆਚਾਰ ਦੇ ਜਿੰਨੇ ਵੀ ਸਾਡੇ ਅੰਗ ਨੇ ਉਹਨਾਂ ਦੇ ਵਿੱਚ ਜਿਹੜਾ ਅਸੀਂ ਪਰਿਵਰਤਨ ਆ ਉਹਨੂੰ ਵੀ ਅਸੀਂ ਰੂਪਾਂਤਰਣ ਕਹਿੰਦੇ ਹਾਂ, ਉਹਨੂੰ ਅਸੀਂ ਕਦੇ ਵੀ ਵਿਕਾਸ ਨਹੀਂ ਕਹਿੰਦੇ। ਜਿਹੜਾ ਵਿਕਾਸ ਹੈ ਉਹ ਸੱਭਿਆਚਾਰ ਦੇ ਪਦਾਰਥਕ ਹਿੱਸੇ ਦਾ ਤਾਂ ਉਹਦੇ ਵਿੱਚ ਤਾਂ ਹੋ ਸਕਦਾ ਹੈ, ਤਕਨੀਕੀ ਵਿਕਾਸ ਹੋ ਸਕਦਾ, ਪਦਾਰਥਕ ਚੀਜ਼ਾਂ ਦੇ ਵਿੱਚ ਕੁਝ ਸਹੂਲਤਾਂ ਦਾ ਵਿਕਾਸ ਹੋ ਸਕਦਾ, ਪਰ ਸੱਭਿਆਚਾਰ ਦੇ ਵਿੱਚ ਜਿਹੜਾ ਪ੍ਰਤੀਮਾਨ ਨੇ, ਜਿਹੜਾ ਬੋਧ ਨੇ, ਉਹਨਾਂ ਦੇ ਵਿੱਚ ਰੂਪਾਂਤਰਣ ਵਾਪਰਦਾ। ਤਾਂ ਰੂਪਾਂਤਰਣ ਸਹੀ ਸ਼ਬਦ ਹੈ ਜਿਹੜਾ ਸਾਹਿਤਕ ਤਬਦੀਲੀ ਨੂੰ ਮਾਰਕ ਕਰਨ ਵਾਸਤੇ। ਅਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਸਾਹਿਤ ਦੇ ਵਿੱਚ ਸੁਧਾਰ ਹੁੰਦਾ ਹੈ ਨਾ, ਕਿ ਪਹਿਲਾਂ ਨਾਨਕ ਸਿੰਘ ਹੋਰਾਂ ਤੋਂ ਗੁਰਬਖਸ਼ ਸਿੰਘ ਪ੍ਰੀਤਲੜੀ ਹੁਣੇ ਥੋੜ੍ਹੇ ਜਿਹੇ ਸੁਧਰ ਗਏ, ਉਹਨਾਂ ਦੀਆਂ ਰਚਨਾਵਾਂ ਸੁਧਰੀਆਂ ਹੋਈਆਂ ਸੀ, ਜਾਂ ਜਿਹੜੀਆਂ ਪਹਿਲੀ ਕਵਿਤਾ ਸੀਗੀਆਂ ਉਹਨਾਂ ਦੀ ਤੋਂ ਮੱਧ ਕਿ ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਨਾਲੋਂ ਪਾਸ਼ ਦੀ ਕਵਿਤਾ ਸੁਧਰ ਗਈ, ਅਤੇ ਪਾਸ਼ ਦੀ ਕਵਿਤਾ ਨਾਲੋਂ ਹੁਣ ਫਿਰ ਜਿਹੜੇ ਹੁਣ ਦੇ ਕਵੀ ਲਿਖ ਰਹੇ ਨੇ ਉਹਨਾਂ ਨੇ ਸੁਧਾਰ ਲਿਆਂਦਾ। ਇਹ ਸੁਧਾਰ ਦਾ ਪੈਮਾਨਾ ਵੀ ਸਾਹਿਤ ਦੇ ਇਤਿਹਾਸ ਦੇ ਉੱਪਰ ਲਾਗੂ ਨਹੀਂ ਹੁੰਦਾ।
ਨਾ ਵਿਕਾਸ ਦਾ ਅਤੇ ਨਾ ਪ੍ਰਗਤੀ ਦਾ ਪੈਮਾਨਾ ਲਾਗੂ ਹੁੰਦਾ ਹੈ ਨਾ। ਕਿ ਅਸੀਂ ਕਿਉਂਕਿ ਸਾਹਿਤ ਦਾ ਜਿਹੜਾ ਸਾਡੇ ਕੋਲ ਇਤਿਹਾਸ ਦਾ ਕੌਨਸੈਪਟ ਹੈ, ਜਿਹੜਾ ਸੋਸ਼ਲ ਹਿਸਟਰੀ ਦਾ ਕੌਨਸੈਪਟ ਹੈ, ਉਹਦੇ ਵਿੱਚ ਇੱਕ ਕੌਨਸੈਪਟ ਪ੍ਰਗਤੀਸ਼ੀਲ ਇਤਿਹਾਸ ਦਾ ਵੀ ਹੈ ਕਿ ਜ਼ਿੰਦਗੀ ਅਤੇ ਦੁਨੀਆ ਹਮੇਸ਼ਾ ਅੱਗੇ ਵੱਲ ਨੂੰ ਤੁਰਦੀ ਹੈ। ਤਾਂ ਜਿਹੜੀ ਗਤੀ ਹੈ ਉਸ ਨੂੰ ਜਦੋਂ ਇੱਕ ਖਾਸ ਕ੍ਰਮ ਦੇ ਵਿੱਚ ਅਸੀਂ ਹਮੇਸ਼ਾ ਹੀ ਸਕਾਰਾਤਮਕ ਰੂਪ ਦੇ ਵਿੱਚ ਦੇਖਦੇ ਹਾਂ ਤਾਂ ਉਹਨੂੰ ਅਸੀਂ ਪ੍ਰਗਤੀ ਕਹਿੰਦੇ ਹਾਂ। ਤਾਂ ਸਾਹਿਤ ਦੇ ਵਿੱਚ ਤਬਦੀਲੀਆਂ ਹਮੇਸ਼ਾ ਹੀ ਸਕਾਰਾਤਮਕ ਨਹੀਂ ਹੁੰਦੀਆਂ। ਕੁਝ ਜਦੋਂ ਅਸੀਂ ਕਹਿੰਦੇ ਹਾਂ ਕਿੱਸਾ ਕਾਵਿ ਰਚਿਆ ਜਾਂਦਾ ਸੀ ਅਤੇ ਕਿੱਸੇ ਕਾਵਿ ਦੀ ਅਧੋਗਤੀ ਹੋ ਗਈ, ਕਿੱਸਾ ਕਾਵਿ ਖਤਮ ਹੋ ਗਿਆ ਹੈ ਨਾ, ਜਾਂ ਜਿਹੜੇ ਮੱਧਕਾਲੀ ਕਾਵਿ ਰੂਪ ਨੇ ਸਾਡੇ ਕੋਲ ਹੁਣ ਅਸੀਂ ਉਹਨਾਂ ਦੀ ਰਚਨਾ ਨਹੀਂ ਕਰਦੇ, ਸਾਡੇ ਕੋਲ ਹੁਣ ਕਾਫੀਆਂ ਨਹੀਂ ਹੈਗੀਆਂ, ਤਾਂ ਉਹ ਅਧੋਗਤੀ ਨੂੰ ਪ੍ਰਾਪਤ ਹੋ ਗਏ। ਤਾਂ ਇਹਦਾ ਮਤਲਬ ਵਿਕਾਸ ਦਾ ਪੈਮਾਨਾ ਉਹਨਾਂ ਦੇ ਉੱਪਰ ਜਿਵੇਂ ਲਾਗੂ ਨਹੀਂ ਹੁੰਦਾ, ਉਵੇਂ ਪ੍ਰਗਤੀ ਦਾ ਪੈਮਾਨਾ ਵੀ ਲਾਗੂ ਨਹੀਂ ਹੁੰਦਾ। ਇਸ ਕਰਕੇ ਸਭ ਤੋਂ ਜਿਹੜਾ ਬਿਹਤਰ ਸ਼ਬਦ ਹੈ ਸਾਹਿਤਕ ਗਤੀ ਨੂੰ ਮਾਪਣ ਦਾ ਜਾਂ ਸਾਹਿਤਕ ਗਤੀ ਦੀ ਵਿਆਖਿਆ ਕਰਨ ਦਾ, ਉਹ ਰੂਪਾਂਤਰਣ ਦਾ ਜਿਹੜਾ ਸੰਕਲਪ ਹੈ ਉਸ ਦੇ ਨਾਲ ਸਾਹਿਤਕ ਗਤੀ ਨੂੰ ਨਾਪਿਆ ਜਾ ਸਕਦਾ। ਅਤੇ ਸਾਹਿਤ ਦੇ ਇਤਿਹਾਸ ਦੇ ਵਿੱਚ ਜਿਹੜਾ ਸਾਹਿਤ ਹੈ ਉਹ ਇੱਕ ਤਰ੍ਹਾਂ ਸਾਹਿਤਕ ਵਰਤਾਰੇ ਨੂੰ ਠੋਸ ਸਮੇਂ ਅਤੇ ਸਥਾਨ ਦੇ ਵਿੱਚ ਰੱਖ ਕੇ ਦੇਖਦੇ ਹਾਂ ਅਸੀਂ। ਅਤੇ ਜਿਹੜਾ ਸਾਹਿਤਕ ਵਰਤਾਰਾ ਹੁੰਦਾ ਉਹ ਸਾਹਿਤ ਦੇ ਇਤਿਹਾਸ ਦੇ ਵਿੱਚ ਠੋਸ ਤੱਥਗਤ ਹੋਂਦ ਰੱਖਦਾ ਹੈ। ਜਿਵੇਂ ਸਾਹਿਤ ਦੀ ਰਚਨਾ ਜਿਹੜੀ ਹੈਗੀ ਆ ਉਸ ਦੀ ਹੋਂਦ ਇੱਕ ਤਾਂ ਕਿਤਾਬੀ ਰੂਪ ਦੇ ਵਿੱਚ ਹੈ, ਇੱਕ ਉਹਦੀ ਭਾਸ਼ਾਈ ਰੂਪ ਦੇ ਵਿੱਚ ਹੈ, ਇੱਕ ਉਸ ਦੀ ਅੰਤਰਵਰਤੀ ਹੋਂਦ ਹੈ ਜਿਹੜੀ ਸਾਡੀ ਮੈਮਰੀ ਦੇ ਵਿੱਚ ਬਹੁਤ ਸਾਰਾ ਲਿਟਰੇਚਰ ਹੁੰਦਾ ਉਹ ਵੀ ਹੈ ਨਾ। ਅਤੇ ਬਹੁਤ ਸਾਰਾ ਕੁਛ ਸਾਨੂੰ ਯਾਦ ਰਹਿੰਦਾ, ਕੁਛ ਅਸੀਂ ਚੀਜ਼ਾਂ ਯਾਦ ਰੱਖਦੇ ਹਾਂ, ਕੁਛ ਸਾਡੇ ਚੇਤਿਆਂ ਦੇ ਵਿੱਚ ਉਕਰੀਆਂ ਜਾਂਦੀਆਂ ਨੇ, ਕੁਛ ਰਚਨਾਵਾਂ ਵਿਸ਼ੇਸ਼ ਤਰ੍ਹਾਂ ਨਾਲ ਉਕਰੀਆਂ ਜਾਂਦੀਆਂ ਨੇ। ਤਾਂ ਜਿਹੜੇ ਸਾਹਿਤ ਦੇ ਇਤਿਹਾਸ ਦੀ ਨਿਰਭਰਤਾ ਹੈਗੀ ਆ ਉਹ ਪਾਠਕੀ ਹੁੰਗਾਰੇ ਦੀ ਬਜਾਏ ਜਾਂ ਪਾਠਕੀ ਮੈਮਰੀ ਜਾਂ ਸੋਚ ਜਿਹੜੀ ਉਹਦੀ ਯਾਦਾਸ਼ਤ ਹੈ ਉਹਦੇ ਉੱਪਰ ਅਸੀਂ ਨਿਰਭਰ ਨਹੀਂ ਕਰਦੇ, ਸਗੋਂ ਅਸੀਂ ਤੱਥਗਤ ਰੂਪ ਦੇ ਵਿੱਚ ਉਸ ਵਰਤਾਰੇ ਨੂੰ ਲੈਂਦੇ ਹਾਂ। ਅਤੇ ਇੱਥੇ ਮੈਂ ਵੀ ਦੱਸ ਦਿਆਂ ਕਿ ਸਾਹਿਤ ਦੇ ਇਤਿਹਾਸ ਜਿਹੜੇ ਤੱਥ ਨੇ, ਜਦੋਂ ਅਸੀਂ ਕਹਿੰਦੇ ਹਾਂ ਕਿ ਸਾਹਿਤ ਦਾ ਜਿਵੇਂ ਇਤਿਹਾਸ ਬਾਰੇ ਕਹਿੰਦੇ ਹਾਂ ਕਿ ਅਤੀਤ ਦੇ ਤੱਥਾਂ ਦੀ ਵਿਆਖਿਆ ਹੁੰਦੀ ਹੈ, ਤਾਂ ਜਿਹੜੇ ਸਾਹਿਤ ਦੇ ਇਤਿਹਾਸ ਦੇ ਤੱਥ ਨੇ ਉਹਨਾਂ ਦੀ ਵਿਆਖਿਆ ਸਾਹਿਤ ਦੇ ਇਤਿਹਾਸਾਂ ਦੇ ਵਿੱਚ ਹੁੰਦੀ ਹੈ। ਤਾਂ ਇਸ ਦੇ ਵਿੱਚ ਜਿਹੜੇ ਤੱਥ ਨੇ ਉਹ ਮੂਲ ਰੂਪ ਦੇ ਵਿੱਚ ਰਚਨਾਵਾਂ ਨੇ। ਬੜੀ ਕਮਾਲ ਦੀ ਗੱਲ ਜਿਹੜੀ ਆਪਾਂ ਜਦੋਂ ਕਹਿੰਦੇ ਸਾਹਿਤ ਦੀ ਇਤਿਹਾਸਕਾਰੀ ਦੀਆਂ ਸਮੱਸਿਆਵਾਂ ਦੇ ਵਿੱਚੋਂ ਇੱਕ ਸਮੱਸਿਆ ਇਹ ਹੈ ਕਿ ਅਸੀਂ ਲੇਖਕਾਂ ਨੂੰ ਡੀਲ ਕਰਦੇ ਹਾਂ। ਅਸੀਂ ਲੇਖਕ ਨੂੰ ਇੱਕ ਯੂਨਿਟ ਮੰਨ ਕੇ ਚੱਲਦੇ ਹਾਂ ਕਿ ਲੇਖਕ ਇੱਕ ਇਕਾਈ ਹੁੰਦਾ ਅਤੇ ਉਸ ਦੀਆਂ ਸਾਰੀਆਂ ਰਚਨਾਵਾਂ ਨੂੰ ਅਸੀਂ ਇੱਕ ਮਿਕਤਾ ਦੇ ਵਿੱਚ ਉਸ ਨੂੰ ਬੰਨ੍ਹਦੇ ਹਾਂ। ਜਦ ਕਿ ਇੱਕ ਲੇਖਕ ਜਦੋਂ ਲਿਖਣਾ ਸ਼ੁਰੂ ਕਰਦਾ ਹੈ ਉਦੋਂ ਉਹ ਹੋਰ ਹੁੰਦਾ ਅਤੇ ਲਿਖਦਾ ਜਦੋਂ ਇੱਕ ਅਗਲੇ ਪੜਾਵਾਂ ਦੇ ਵਿੱਚ ਜਾਂਦਾ ਉਹ ਹੋਰ ਹੋ ਜਾਂਦਾ। ਮੈਂ ਨਹੀਂ ਕਹਿੰਦਾ ਕਿ ਉਹ ਵਿਕਾਸ ਕਰ ਜਾਂਦਾ ਜਾਂ ਉਹ ਪਛੜ ਜਾਂਦਾ, ਉਹਦੇ ਵਿੱਚ ਜਿਹੜੇ ਉਹਦੇ ਲੇਖਣੀ ਦੇ ਤਰੀਕੇ ਦੇ ਵਿੱਚ ਪਰਿਵਰਤਨ ਵਾਪਰ ਜਾਂਦੇ ਨੇ। ਕੁਝ ਲੋਕ ਉਸ ਨੂੰ ਨਿਘਾਰ ਵੀ ਕਹਿ ਸਕਦੇ ਨੇ। ਕਈ ਵੱਡੇ ਕਵੀਆਂ ਬਾਰੇ ਕਿਹਾ ਜਾਂਦਾ ਕਿ ਇਹ ਜੀ ਹੁਣ ਇਹਨਾਂ ਵਿੱਚ ਦਮ ਨਹੀਂ ਰਿਹਾ ਹੈ ਨਾ, ਇਹ ਸ਼ਾਇਦ ਇਹ ਨਿੱਘਰ ਗਏ ਜਾਂ ਇਹਨਾਂ 'ਚ ਨਿਘਾਰ ਆ ਗਿਆ ਇਹਨਾਂ ਦੀ ਲਿਖਣੀ ਦੇ ਵਿੱਚ। ਕੁਝ ਨਾਵਲਕਾਰਾਂ ਬਾਰੇ ਵੀ ਆਪਾਂ ਐਵੇਂ ਸੋਚ ਸਕਦੇ ਹਾਂ। ਕੁਝ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਨੇ ਕਿ ਕੁਝ ਨਾਵਲਕਾਰਾਂ ਨੇ ਪਹਿਲਾਂ ਬਹੁਤ ਵਧੀਆ ਨਾਵਲ, ਸ਼ਾਨਦਾਰ ਨਾਵਲ ਲਿਖੇ, ਅਖੀਰ ਦੇ ਉੱਪਰ ਆ ਕੇ ਉਹਨਾਂ ਨੇ ਬੜੇ ਸਧਾਰਨ ਕਿਸਮ ਦੇ ਨਾਵਲ ਲਿਖੇ, ਜਿਹਦੇ ਵਿੱਚ ਪ੍ਰਮਾਣ ਮਿਲਿਆ ਕਿ ਹੁਣ ਇਹ ਨਾਵਲਕਾਰ ਦੀ ਜਿਹੜੀ ਪ੍ਰਤਿਭਾ ਹੈਗੀ ਆ ਉਹ ਉਤਾਰ ਵੱਲ ਨੂੰ ਜਾਣੀ ਸ਼ੁਰੂ ਹੋ ਗਈ। ਤਾਂ ਇਸ ਰੂਪ ਦੇ ਵਿੱਚ ਜਿਹੜਾ ਲੇਖਕ ਹੈ ਉਸ ਨੂੰ ਅਸੀਂ ਜਦੋਂ ਇਕਾਈ ਮੰਨ ਲੈਂਦੇ ਹਾਂ ਤਾਂ ਸਾਹਿਤ ਦੇ ਇਤਿਹਾਸ ਦੇ ਦ੍ਰਿਸ਼ਟੀਕੋਣ ਤੋਂ ਅਸੀਂ ਲੇਖਕ ਨੂੰ ਇੱਕ ਮੂਲ ਤੱਥ ਮੰਨ ਲੈਂਦੇ ਹਾਂ, ਤਾਂ ਇਹ ਸਾਹਿਤ ਦੇ ਇਤਿਹਾਸ ਦੇ ਪੱਖੋਂ ਕੋਈ ਬਹੁਤੀ ਵਾਜਬ ਗੱਲ ਨਹੀਂ ਹੁੰਦੀ ਹੈ। ਰਚਨਾ ਜਿਹੜੀ ਹੈਗੀ ਆ ਆਪਣੇ ਆਪ ਦੇ ਵਿੱਚ ਇਕਾਈ ਹੈ। ਉਸ ਪੀਰੀਅਡ ਦੇ ਵਿੱਚ ਰਚੀਆਂ ਜਾ ਰਹੀਆਂ ਬਹੁਤ ਸਾਰੀਆਂ ਲੇਖਕਾਂ ਦੀਆਂ ਰਚਨਾਵਾਂ ਆਪਣੇ ਆਪ ਦੇ ਵਿੱਚ ਉਹਨਾਂ ਨੂੰ ਇਕਾਈ ਬਣਾ ਸਕਦੇ ਹਾਂ, ਪਰ ਸਾਡੇ ਸਾਹਿਤ ਦੇ ਇਤਿਹਾਸਾਂ ਦੇ ਵਿੱਚ ਇਸ ਕਿਸਮ ਦੀ ਚੀਜ਼ ਨਹੀਂ ਆ। ਅਸੀਂ ਲੇਖਕ ਨੂੰ ਇਕਾਈ ਮੰਨਦੇ ਹਾਂ, ਅਸੀਂ ਉਹਨੂੰ ਅਸੀਂ ਮੂਲ ਤੱਥ ਮੰਨਦੇ ਹਾਂ ਕਿ ਮੂਲ ਤੱਥ ਸਾਹਿਤਕ ਰਚਨਾ ਹੁੰਦੀ ਹੈ, ਮੂਲ ਤੱਥ ਲੇਖਕ ਨਹੀਂ ਹੁੰਦਾ ਹੈਗਾ। ਅਤੇ ਜਦੋਂ ਅਸੀਂ ਲੇਖਕ ਨੂੰ ਮੂਲ ਤੱਥ ਬਣਾ ਲਿਆ ਤਾਂ ਸਾਰੀ ਸਾਹਿਤ ਦੀ ਇਤਿਹਾਸਕਾਰੀ ਸਾਡੀ ਬਹੁਤਾ ਜ਼ਿਆਦਾ ਉਹ ਜੀਵਨੀਆਂ ਬਣ ਗਈਆਂ। ਜਿਵੇਂ ਪੱਛਮੀ ਸਾਹਿਤ ਦੇ ਇਤਿਹਾਸਾਂ ਦੇ ਵਿੱਚ ਆਲੋਚਨਾਤਮਕ ਲੇਖਾਂ ਦੇ ਸੰਗ੍ਰਹਿ ਨੇ, ਅਤੇ ਸਾਡੇ ਜਿਹੜੇ ਸਾਹਿਤ ਦੇ ਇਤਿਹਾਸ ਨੇ ਉਹ ਲੇਖਕਾਂ ਦੀਆਂ ਜੀਵਨੀਆਂ ਦੇ ਸੰਗ੍ਰਹਿ ਵੀ ਨੇ। ਉਹਨਾਂ ਦੇ ਜੀਵਨ ਦੇ ਵਿੱਚ ਜੋ ਪਰਿਵਰਤਨ ਵਾਪਰੇ ਉਸ ਦੇ ਵਿੱਚ ਉਹਨਾਂ ਦੀ ਸਾਹਿਤਕਾਰੀ ਦੇ ਵਿੱਚ ਕਿੰਨੇ ਰਿਫਲੈਕਟ ਹੋਏ ਅਸੀਂ ਉਹਦੀ ਚਰਚਾ ਫਿਰ ਨਹੀਂ ਕਰਦੇ, ਅਸੀਂ ਉਹਨੂੰ ਪੂਰੀ ਇਕਾਈ ਮੰਨ ਲੈਂਦੇ ਹਾਂ। ਤਾਂ ਸਾਹਿਤ ਦੇ ਇਤਿਹਾਸ ਦੀ, ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਸਮੱਸਿਆਵਾਂ ਦੇ ਵਿੱਚੋਂ ਇੱਕ ਸਮੱਸਿਆ ਇਹ ਵੀ ਹੈ ਕਿ ਅਸੀਂ ਉਸ ਨੂੰ ਪੂਰੀ ਇੱਕ ਇਕਾਈ ਮੰਨ ਕੇ, ਲੇਖਕ ਨੂੰ ਇਕਾਈ ਮੰਨ ਕੇ ਉਸ ਨੂੰ ਫਿਰ ਇੱਕ ਖਾਸ ਵਿਉਂਤ ਦੇ ਵਿੱਚ ਬੰਨ੍ਹ ਦਿੰਦੇ ਹਾਂ। ਉਹਦੇ ਨਾਲ ਗੜਬੜ ਕੀ ਹੁੰਦੀ ਹੈ ਕਿ ਕਈ ਵਾਰ ਕੋਈ ਪਹਿਲਾਂ ਜੰਮਿਆ ਹੋਇਆ ਸਾਹਿਤਕਾਰ ਹੈ, ਲਿਖਣਾ ਉਸਨੇ ਬਹੁਤ ਦੇਰੀ ਨਾਲ ਸ਼ੁਰੂ ਕੀਤਾ, ਪਰ ਅਸੀਂ ਉਸ ਨੂੰ ਜਨਮ ਦੇ ਕਾਲ ਦੇ ਮੁਤਾਬਕ ਉਸ ਨੂੰ ਅਸੀਂ ਬਹੁਤ ਸਾਰੇ ਉਹਨਾਂ ਲੇਖਕਾਂ ਤੋਂ ਪਹਿਲਾਂ ਦਰਜ ਕਰ ਦੇਵਾਂਗੇ ਜਿਹੜੇ ਲੇਖਕ
ਹੋਏ ਤਾਂ ਉਹਨਾਂ ਤੋਂ ਬਾਅਦ ਦੇ ਵਿੱਚ, ਪਰ ਜਿਨ੍ਹਾਂ ਦੀਆਂ ਰਚਨਾਵਾਂ ਪਹਿਲਾਂ ਸਾਹਮਣੇ ਆ ਗਈਆਂ ਸੀ। ਮੈਂ ਮਨਮੋਹਨ ਬਾਵਾ ਹੋਰਾਂ ਦੀ ਉਦਾਹਰਨ ਦੇ ਦਿੰਦਾ। ਮਨਮੋਹਨ ਬਾਵਾ ਹੋਰਾਂ ਨੇ ਆਪਣੀ ਉਮਰ ਦੇ 60ਵੇਂ ਸਾਲ ਦੇ ਵਿੱਚ ਨੇੜੇ ਤੇੜੇ ਜਾ ਕੇ, ਜਦੋਂ ਸਮਝ ਲਓ ਕਿ ਰਿਟਾਇਰਮੈਂਟ ਦੀ ਏਜ ਹੁੰਦੀ ਹੈ, ਉਦੋਂ ਲਿਖਣਾ ਸ਼ੁਰੂ ਕੀਤਾ। ਅਤੇ ਉਹ ਜਦੋਂ ਲਿਖ ਰਹੇ ਸੀ ਤਾਂ ਉਹ ਉਸ ਸਮੇਂ 25-30 ਸਾਲ ਦੇ ਜਿਹੜੇ ਮੁੰਡੇ ਲਿਖ ਰਹੇ ਸੀ, ਇਹ ਉਹਨਾਂ ਦੇ ਸਮਕਾਲੀ ਨੇ ਲੇਖਣੀ ਦੇ ਵਿੱਚ, ਉਮਰ ਦੇ ਵਿੱਚ ਉਹ ਉਹਨਾਂ ਨਾਲੋਂ ਵੱਡੇ ਨੇ। ਪਰ ਜਦੋਂ ਅਸੀਂ ਉਹਨਾਂ ਨੂੰ ਸਾਹਿਤ ਦੇ ਇਤਿਹਾਸ ਵਿੱਚ ਦਰਜ ਕਰਾਂਗੇ, ਕਾਲਕ੍ਰਮ ਦੇ ਮੁਤਾਬਕ ਰੱਖਾਂਗੇ, ਤਾਂ ਕਾਲਕ੍ਰਮ ਦੇ ਵਿੱਚ ਰੱਖ ਕੇ ਅਸੀਂ ਉਹਨਾਂ ਨੂੰ ਉੱਥੇ ਲੈ ਜਾਵਾਂਗੇ ਜਦੋਂ ਜਿਹੜੇ ਉਹਨਾਂ ਲੇਖਕਾਂ ਨਾਲ ਲੈ ਜਾਵਾਂਗੇ ਜਿਨ੍ਹਾਂ ਦੇ ਹੁੰਦਿਆਂ ਹੋਇਆਂ ਉਹਨਾਂ ਨੇ ਕਦੇ ਵੀ ਕੁਛ ਨਹੀਂ ਸੀ ਲਿਖਿਆ। ਤਾਂ ਸਾਹਿਤ ਦੇ ਇਤਿਹਾਸ ਵਿੱਚ ਜਿਹੜੀ ਇਕਾਈ ਹੈਗੀ ਆ, ਉਹ ਇਕਾਈ ਲੇਖਕ ਹੋਣ ਦੀ ਬਜਾਏ ਉਹ ਬਣਨੀ ਚਾਹੀਦੀ ਹੈ ਰਚਨਾ। ਰਚਨਾ ਜਿਹੜੀ ਹੈਗੀ ਆ ਸਾਹਿਤ ਦੇ ਇਤਿਹਾਸ ਦੀ ਤਾਂ ਮੂਲ ਤੱਤ ਹੈ। ਆਖਰੀ ਗੱਲ ਮੈਂ ਚਲੋ ਇੱਥੇ ਕਰਦਾ, ਮੇਰੇ ਖਿਆਲ 'ਚ ਸਮਾਂ ਆਪਣਾ ਕਾਫੀ ਹੋ ਗਿਆ। ਬਾਕੀ ਜਿਵੇਂ ਤੁਸੀਂ ਕਹੋਗੇ ਕੁਛ ਗੱਲਾਂ ਦੇ ਉੱਪਰ ਹੋਰ ਗੱਲ ਕਰਨੀ ਆ ਕਰ ਲਵਾਂਗੇ। ਤਾਂ ਜਿਵੇਂ ਜਿਹੜਾ ਨੇਸ਼ਨ ਦੀ ਆਪਾਂ ਗੱਲ ਕੀਤੀ ਆ, ਮੈਂ ਉਹ ਇਸ ਕਰਕੇ ਕਰਨਾ ਚਾਹੁੰਦਾ ਕਿ ਸਾਡਾ ਪੰਜਾਬੀ ਸਾਹਿਤ ਇੱਕ ਤਾਂ, ਅਤੇ ਪੰਜਾਬੀ ਸਾਹਿਤ ਨੂੰ ਅਸੀਂ ਫਿਰ ਜਦੋਂ ਨੇਸ਼ਨ ਦੇ ਹਿਸਾਬ ਨਾਲ ਦੇਖਦੇ ਹਾਂ, ਫਿਰ ਤਾਂ ਪੰਜਾਬੀ ਆਪਣੇ ਆਪ ਦੇ ਵਿੱਚ ਇੱਕ ਕੌਮ ਨੇ, ਹੈ ਨਾ। ਭਾਵੇਂ ਉਹਨਾਂ ਦੇ ਕੋਲ ਆਪਣਾ ਵੱਖਰਾ ਰਾਸ਼ਟਰ ਨਹੀਂ ਹੈਗਾ, ਵੱਖਰਾ ਜੋਗ੍ਰਾਫੀਕਲ ਸੁਤੰਤਰ ਏਰੀਆ ਨਹੀਂ ਹੈਗਾ, ਪਰ ਪੰਜਾਬੀ ਆਪਣੇ ਆਪ ਦੇ ਵਿੱਚ ਇੱਕ ਪੂਰੀ ਤਰ੍ਹਾਂ ਨਾਲ ਜਿਹੜੀ ਕੌਮ ਦੀ ਪਰਿਭਾਸ਼ਾਗਤ ਉਹਦੇ ਲੱਛਣ ਹੁੰਦੇ ਨੇ, ਉਹਦੇ ਨਾਲ ਉਹਦੇ ਮੁਤਾਬਕ ਉਹ ਕੌਮ ਬਣਦੇ ਨੇ। ਪਰ ਇਹ ਜਿਹੜੀ ਕੌਮ ਹੈਗੀ ਆ, 2 ਨੇਸ਼ਨ ਸਟੇਟਾਂ ਦੇ ਵਿੱਚ ਵੰਡੀ ਗਈ, ਜਿਹਦੇ ਵਿੱਚ ਸਾਡਾ ਜਿਹੜਾ ਇੱਕ ਹਿੱਸਾ ਹੈਗਾ ਉਹ ਪਾਕਿਸਤਾਨ ਦੇ ਚਲਾ ਗਿਆ ਅਤੇ ਇੱਕ ਹਿੱਸਾ ਭਾਰਤ ਦੇ ਵਿੱਚ ਆ ਗਿਆ। ਅਤੇ ਹੁਣ ਇਸ ਗੱਲ ਦੇ ਨਾਲ ਜਿਹੜਾ ਡਿਸਟੋਰਸ਼ਨ ਵਾਪਰੀ, ਉਹ ਇਹ ਵਾਪਰੀ ਕਿ ਅਸੀਂ ਪਾਕਿਸਤਾਨੀ ਪੰਜਾਬੀ ਸਾਹਿਤ ਕਹਿੰਦੇ ਹਾਂ। ਮੈਨੂੰ ਇਹ ਜਿਹੜੀ ਟਰਮ ਹੈ ਉਹ ਹਮੇਸ਼ਾ ਹੀ ਗਲਤ ਲੱਗਦੀ ਹੈ ਕਿ ਇਹ ਟਰਮ ਲਿਟਰੇਰੀ ਟਰਮ ਨਹੀਂ ਹੈਗੀ, ਇਹ ਟਰਮ ਪੋਲੀਟੀਕਲ ਟਰਮ ਹੈ। ਪਾਕਿਸਤਾਨੀ ਪੰਜਾਬੀ ਸਾਹਿਤ ਅਤੇ ਐਵੇਂ ਭਾਰਤੀ ਪੰਜਾਬੀ ਸਾਹਿਤ, ਅਤੇ ਸਾਡੇ ਸਾਹਿਤ ਦੇ ਇਤਿਹਾਸਾਂ ਦੇ ਵਿੱਚ ਅਸੀਂ ਪਾਕਿਸਤਾਨੀ ਸਾਹਿਤ ਨੂੰ ਇੱਕ ਛੋਟਾ ਜਿਹਾ ਹਿੱਸਾ ਜਿਹਾ ਦੇ ਕੇ ਉੱਥੇ ਉਹਦੇ ਵਿੱਚ ਸਮੇਟਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਮੁੱਖ ਤੌਰ 'ਤੇ ਸਾਡਾ ਜਿਹੜਾ ਫੋਕਸ ਹੁੰਦਾ ਉਹ ਇੱਧਰ ਰਚੇ ਜਾ ਰਹੇ ਸਾਹਿਤ ਦੇ ਉੱਪਰ ਹੁੰਦਾ। ਅਤੇ ਇਹੀ ਗੱਲ ਲਗਭਗ ਪਾਕਿਸਤਾਨ ਦੇ ਵਿੱਚ ਜਿਹੜੇ ਸਾਹਿਤ ਦੇ ਇਤਿਹਾਸ ਜਦੋਂ ਪੜ੍ਹਾਏ ਜਾ ਰਹੇ ਨੇ ਜਾਂ ਬਣਾਏ ਜਾ ਰਹੇ ਨੇ, ਉਹਦੇ ਵਿੱਚ ਇਹ ਗੱਲ ਉਵੇਂ ਹੀ ਉਲਟਵੇਂ ਰੂਪ ਦੇ ਵਿੱਚ ਉੱਥੇ ਹੁੰਦੀ ਹੈ। ਮੈਨੂੰ ਲੱਗਦਾ ਕਿ ਜਿਹੜੀ ਟਰਮ ਬਿਹਤਰ ਹੈਗੀ ਆ, ਉਹ ਟਰਮ ਹੈਗੀ ਆ ਪੂਰਬੀ ਪੰਜਾਬ ਦਾ ਪੰਜਾਬੀ ਸਾਹਿਤ, ਜਾਂ ਪੂਰਬੀ ਪੰਜਾਬ ਦਾ ਸਾਹਿਤ ਅਤੇ ਪੱਛਮੀ ਪੰਜਾਬ ਦਾ ਸਾਹਿਤ। ਅਸੀਂ ਇਸ ਰੂਪ ਦੇ ਵਿੱਚ ਤਾਂ ਕਰ ਸਕਦੇ ਹਾਂ, ਰਾਵੀ ਪਾਰ ਦਾ ਸਾਹਿਤ ਅਤੇ ਰਾਵੀ ਉਰਾਰ ਦਾ ਸਾਹਿਤ ਤਾਂ ਕਰ ਸਕਦੇ ਹਾਂ, ਪਰ ਪਾਕਿਸਤਾਨੀ ਅਤੇ ਭਾਰਤੀ ਜਦੋਂ ਅਸੀਂ ਕਹਿ ਦਿੰਦੇ ਹਾਂ, ਤਾਂ ਭਾਰਤੀ ਸਾਹਿਤ ਕਹਿਣ ਦੇ ਨਾਲ ਅਤੇ ਭਾਰਤੀ ਸਾਹਿਤ ਦਾ ਹਿੱਸਾ ਹੋਣ ਦੇ ਨਾਤੇ ਜਿਹੜੀ ਪੰਜਾਬੀ ਸਾਹਿਤ ਦੀ ਇੰਟੈਗ੍ਰੇਸ਼ਨ ਹੈ ਉਹ ਹੋ ਜਾਂਦੀ ਹੈ ਮਲਿਆਲਮ ਸਾਹਿਤ ਨਾਲ, ਉਹ ਅਸਾਮੀ ਸਾਹਿਤ ਨਾਲ, ਉਹ ਤਾਮਿਲ ਸਾਹਿਤ ਨਾਲ, ਤੇਲਗੂ ਸਾਹਿਤ ਨਾਲ ਵੀ ਹੋ ਜਾਂਦੀ ਹੈ। ਅਤੇ ਜਿਹੜਾ ਸਾਡੇ ਬਿਲਕੁਲ ਨਾਲ ਹੀ ਸਾਡਾ ਆਪਣਾ ਕਹੀਏ ਕਿ ਵਿਰਾਸਤੀ ਰੂਪ ਦੇ ਵਿੱਚ ਸਦੀਆਂ ਦੀ ਸਾਂਝ ਵਾਲਾ ਸਾਹਿਤ ਹੈ, ਉਸ ਨੂੰ ਅਸੀਂ ਕਿਸੇ ਹੋਰ ਮੁਲਕ ਦੇ ਰਾਸ਼ਟਰੀ ਸਾਹਿਤ ਦੇ ਨਾਲ ਜੋੜ ਦਿੰਦੇ ਹਾਂ। ਇਸ ਕਰਕੇ ਜਿੱਥੇ ਨੇਸ਼ਨ ਇੱਕ ਕੌਮ ਦੇ ਰੂਪ ਦੇ ਵਿੱਚ, ਨੇਸ਼ਨ ਆਪਣੇ ਆਪ ਦੇ ਵਿੱਚ ਇੱਕ ਸੁਤੰਤਰ ਲੋਕਾਂ ਦੇ ਇਕੱਠ ਅਤੇ ਉਹਨਾਂ ਦੇ ਪ੍ਰਬੰਧ ਦੇ ਰੂਪ ਦੇ ਵਿੱਚ ਦੇਖਦੇ ਹਾਂ, ਤਾਂ ਹੋਰ ਗੱਲ। ਜਦੋਂ ਨੇਸ਼ਨ ਸਟੇਟ ਬਣ ਜਾਂਦੀ ਹੈ, ਨੇਸ਼ਨ ਸਟੇਟ ਪ੍ਰਭਾਵਿਤ ਕਰਦੀ ਆ ਜਿਹੜੇ ਸਾਹਿਤ ਦੇ ਸੰਕਲਪ ਨੇ, ਉਹਨਾਂ ਨੂੰ ਪ੍ਰਭਾਵਿਤ ਕਰਦੀ ਹੈ। ਅਤੇ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਸਭ ਤੋਂ ਵੱਡਾ ਮੁੱਦਾ ਅਸਲ ਦੇ ਵਿੱਚ ਨੇਸ਼ਨ ਸਟੇਟ ਦੇ ਹਵਾਲੇ ਦੇ ਨਾਲ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਕਰਨ ਦਾ ਮੁੱਦਾ ਬਣਿਆ ਹੋਇਆ। ਹੁਣ ਦੇਸ਼ ਵੰਡ ਇੱਕ ਇਤਿਹਾਸਕ ਘਟਨਾ ਹੈ, ਦੇਸ਼ ਵੰਡ ਦੀ ਬਜਾਏ ਵੀ ਮੈਂ ਇਹਨੂੰ ਪੰਜਾਬ ਵੰਡ ਕਹਿਣਾ ਹੀ ਹਮੇਸ਼ਾ ਠੀਕ ਸਮਝਦਾ। ਮੈਂ ਆਪਣੇ ਥੀਸਿਸ ਦੇ ਵਿੱਚ ਵੀ ਇਸ ਵਾਸਤੇ ਪੰਜਾਬ ਵੰਡ ਸ਼ਬਦ ਹੀ ਵਰਤਿਆ ਸੀ, ਕਿਉਂਕਿ ਬੁਨਿਆਦੀ ਤੌਰ 'ਤੇ ਜਿਹੜੀ ਵੰਡ ਆ ਉਹ ਪੰਜਾਬ ਦੀ ਹੀ ਹੋਈ ਆ ਜਾਂ ਬੰਗਾਲ ਦੀ ਵੰਡ ਹੋਈ ਆ। ਤਾਂ ਜਦੋਂ ਇਹ ਵੰਡ ਹੋ ਗਈ ਤਾਂ ਸਮਝ ਲਓ ਕਿ ਇਤਿਹਾਸ ਨੇ ਸਾਹਿਤ ਦੇ ਇਤਿਹਾਸ ਨੂੰ ਪ੍ਰਭਾਵਿਤ ਕਰਤਾ, ਕਿ ਹਿਸਟਰੀ ਦੇ ਵਿੱਚ ਇੱਕ ਵੰਡ ਹੋਈ ਜਿਸ ਵੰਡ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਪ੍ਰਭਾਵਿਤ ਕੀਤਾ, ਪੰਜਾਬੀ ਸਾਹਿਤ ਦੇ ਇਤਿਹਾਸ ਦੀ ਜਿਹੜੀ ਅੰਡਰਸਟੈਂਡਿੰਗ ਹੈ ਉਹਨੂੰ ਪ੍ਰਭਾਵਿਤ ਕੀਤਾ, ਜਿਹਦੇ ਵਿੱਚੋਂ ਅੱਗੇ ਜਾ ਕੇ ਇੱਕ ਸੰਕਲਪ ਸਾਹਮਣੇ ਆਇਆ ਜਿਹਨੂੰ ਅਸੀਂ ਸੰਯੁਕਤ ਇਤਿਹਾਸਕਾਰੀ ਕਹਿੰਦੇ ਹਾਂ, ਪੰਜਾਬੀ ਸਾਹਿਤ ਦੀ ਸੰਯੁਕਤ ਇਤਿਹਾਸਕਾਰੀ। 2005 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਸੈਮੀਨਾਰ ਹੋਇਆ, ਜਿਸ ਸੈਮੀਨਾਰ ਦੇ ਵਿੱਚ ਕਿਹਾ ਗਿਆ ਕਿ ਸਾਨੂੰ ਸੰਯੁਕਤ ਇਤਿਹਾਸ ਲਿਖਣਾ ਚਾਹੀਦਾ, ਸਾਨੂੰ ਪੰਜਾਬੀ ਸਾਹਿਤ ਦਾ ਸੰਯੁਕਤ ਇਤਿਹਾਸ ਲਿਖਣਾ ਚਾਹੀਦਾ, ਜਿਸ ਦੇ ਵਿੱਚ ਪਾਕਿਸਤਾਨ ਦੇ ਵਿੱਚ ਰਚਿਆ ਜਾ ਰਿਹਾ ਸਾਹਿਤ ਅਤੇ ਭਾਰਤ ਦੇ ਵਿੱਚ ਰਚਿਆ ਜਾ ਰਿਹਾ ਸਾਹਿਤ, ਇਸ ਨੂੰ ਇੱਕ ਯੂਨਿਟ ਦੇ ਰੂਪ ਦੇ ਵਿੱਚ, ਇਸ ਨੂੰ ਇੱਕ ਸੰਗਠਿਤ ਇਕਾਈ ਦੇ ਰੂਪ ਦੇ ਵਿੱਚ ਸਮਝਣ ਦੀ ਜ਼ਰੂਰਤ ਹੈ। ਉਹਦੇ ਉੱਪਰ ਬਹੁਤਾ ਕੰਮ ਤਾਂ ਨਹੀਂ ਹੋਇਆ। ਮੇਰੀ ਇੱਕ ਵਿਦਿਆਰਥੀ ਹੈ ਅਮਨਪਾਲ ਕੌਰ, ਉਸਨੇ ਪੰਜਾਬੀ ਨਾਵਲ ਦੀ ਸੰਯੁਕਤ ਇਤਿਹਾਸਕਾਰੀ ਦੇ ਉੱਪਰ ਇੱਕ PhD ਦਾ ਖੋਜ ਕਾਰਜ ਕੀਤਾ। ਇੱਕ ਹੁਣ ਮੇਰੀ ਵਿਦਿਆਰਥੀ ਸਤਿੰਦਰ ਕੌਰ ਹੈ, ਉਹ ਪੰਜਾਬੀ ਕਹਾਣੀ ਦੀ ਸੰਯੁਕਤ ਇਤਿਹਾਸਕਾਰੀ ਦੇ ਉੱਪਰ ਕਰ ਰਹੀ ਹੈ ਕੰਮ। ਤਾਂ
ਉਦੋਂ ਇਹ ਸੰਕਲਪ ਪੈਦਾ ਹੋਇਆ ਕਿ ਦੋਵਾਂ ਇਤਿਹਾਸਾਂ ਨੂੰ ਨਿਰੰਤਰ ਇੱਕ ਇਕਾਈ ਦੇ ਰੂਪ ਦੇ ਵਿੱਚ ਬੰਨ੍ਹ ਕੇ ਦੇਖਿਆ ਜਾਵੇ, ਕਿਉਂਕਿ 47 ਤੋਂ ਪਹਿਲਾਂ ਦਾ ਸਾਹਿਤ ਦਾ ਇਤਿਹਾਸ ਤਾਂ ਸੰਯੁਕਤ ਹੀ ਹੈ, ਉਹਦੇ ਵਿੱਚ ਅਸੀਂ ਇਹ ਨਿਖੇੜਾ ਨਹੀਂ ਕਰਦੇ। ਪਰ 47 ਤੋਂ ਬਾਅਦ ਜਿਹੜਾ ਕਿ ਬਹੁਤ ਥੋੜ੍ਹਾ ਸਮਾਂ ਪੰਜਾਬੀ ਸਾਹਿਤ ਦੇ ਇਤਿਹਾਸ ਦਾ ਹੁਣ ਤੱਕ ਦਾ ਜਿਹੜਾ ਸਮਾਂ ਹੈਗਾ ਉਹ ਮੁਕਾਬਲਤਨ ਬਹੁਤ ਥੋੜ੍ਹਾ ਸਮਾਂ ਬਣਦਾ। ਜੇ ਸਮੁੱਚੇ ਤੌਰ 'ਤੇ ਅਸੀਂ ਕਹਿ ਲਈਏ ਕਿ ਨਾਥਾਂ ਜੋਗੀਆਂ ਤੋਂ ਵੀ ਨਾ ਵੀ ਮੰਨੀਏ, ਜੇ ਫਰੀਦ ਤੋਂ ਸ਼ੁਰੂ ਕਰਦੇ ਹਾਂ ਅਸੀਂ ਤਾਂ ਮਤਲਬ 12ਵੀਂ ਸਦੀ ਤੋਂ ਅਸੀਂ ਸ਼ੁਰੂ ਕਰ ਲੈਂਦੇ ਹਾਂ ਕਿ 12ਵੀਂ ਸਦੀ ਤੋਂ ਪੰਜਾਬੀ ਸਾਹਿਤ ਦੀ ਹੋਂਦ ਹੈਗੀ ਆ, ਅਤੇ 12ਵੀਂ ਸਦੀ ਤੋਂ ਹੁਣ ਤੱਕ ਦੇ ਜਿਹੜਾ ਕਹਿ ਲਈਏ ਕਿ 800 ਤੋਂ ਵੱਧ ਦਾ ਸਮਾਂ ਬਣ ਜਾਂਦਾ, 800 ਸਾਲਾਂ ਤੋਂ ਵੱਧ ਦਾ। 800 ਸਾਲਾਂ ਦੇ ਵੱਧ ਦੇ ਸਮੇਂ ਦੇ ਵਿੱਚ ਜਿਹੜਾ ਸੁਤੰਤਰਤਾ ਕਾਲ ਹੈ ਬਹੁਤ ਛੋਟਾ ਕਾਲ ਰਹਿ ਜਾਂਦਾ, ਅਤੇ ਇਸ ਪੀਰੀਅਡ ਦੇ ਵਿੱਚ ਹੀ ਸਿਰਫ ਨਿਖੇੜੇ ਪੈਦਾ ਹੋਏ ਨੇ। ਅਤੇ ਪਹਿਲਾਂ ਦਾ ਜਿਹੜਾ ਸਾਡਾ ਸਾਹਿਤ ਦਾ ਇਤਿਹਾਸ ਆ ਉਹ ਸੰਯੁਕਤ ਇਤਿਹਾਸ ਆ, ਉਹਦੇ ਵਿੱਚ ਕੋਈ ਇਸ ਕਿਸਮ ਦੇ ਜਿਹੜੇ ਨੇਸ਼ਨ ਸਟੇਟ ਵਾਲੇ ਜਿਹੜੇ ਬਖੇੜੇ ਨੇ ਉਹ ਨਹੀਂ ਹੈਗੇ, ਇਹਨਾਂ ਨੂੰ ਅਸੀਂ ਕਦੇ ਕੰਸੀਡਰ ਵੀ ਨਹੀਂ ਕੀਤਾ ਹੈਗਾ। ਇੱਥੋਂ ਤੱਕ ਕਿ ਜੇ ਅਸੀਂ ਅੰਗਰੇਜ਼ਾਂ ਦੇ ਰਾਜ ਨੂੰ ਦੇਖੀਏ ਤਾਂ ਇੱਕ ਹੋਰ ਜਿਹੜੀ ਇਹਦੇ ਨਾਲ ਹੀ ਗੱਲ ਮੇਰੇ ਸਾਹਮਣੇ ਆ ਜਾਂਦੀ ਜਿਹੜੀ ਕਰਨ ਵਾਲੀ ਹੈ, ਅਸੀਂ ਕਹਿ ਦਿੰਦੇ ਹਾਂ ਕਿ ਆਧੁਨਿਕ ਸਾਹਿਤ ਜਿਹੜਾ ਹੈਗਾ ਉਹ ਜੀ 1849 ਦੇ ਵਿੱਚ ਜਦੋਂ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਉਦੋਂ ਆਧੁਨਿਕ ਸਾਹਿਤ ਸ਼ੁਰੂ ਹੋਇਆ, ਅਤੇ ਜਦ ਕਿ 1849 ਦੇ ਵਿੱਚ ਜਿਹੜੇ ਪੰਜਾਬ ਦੇ ਉੱਪਰ ਕਬਜ਼ਾ ਕੀਤਾ ਉਹ ਰਣਜੀਤ ਸਿੰਘ ਵਾਲਾ ਪੰਜਾਬ ਸੀ, ਜਿਹੜਾ ਸਤਲੁਜ ਤੋਂ ਪਰਲੇ ਪਾਸੇ ਸ਼ੁਰੂ ਹੁੰਦਾ। ਜਿਹੜਾ ਲੁਧਿਆਣੇ ਦਾ ਖਿੱਤਾ ਅਤੇ ਸਾਰਾ ਮਾਲਵੇ ਦਾ ਖਿੱਤਾ ਇਹ ਤਾਂ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਆਉਂਦਾ ਹੀ ਨਹੀਂ ਸੀਗਾ। ਇਹ ਤਾਂ ਪਹਿਲਾਂ ਹੀ ਅਸਿੱਧੇ ਰੂਪ ਦੇ ਵਿੱਚ ਜਿਹੜੀਆਂ ਫੂਲਕੀਆਂ ਰਿਆਸਤ ਸੀਗੀਆਂ, ਜਿਹੜੀਆਂ ਇਹ ਸਾਡੇ ਰਾਜੇ ਨੇ, ਜਿਸ 'ਚ ਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਪੂਰਵਜ ਵੀ ਸ਼ਾਮਿਲ ਨੇ। ਕਪੂਰਥਲੇ ਦਾ ਰਾਜਾ ਤਾਂ ਚਲੋ ਉਹ ਦੁਆਬੇ ਦੇ ਵਿੱਚ ਚਲੇ ਜਾਂਦਾ, ਪਰ ਇੱਧਰਲੇ ਜਿਹੜੇ ਰਾਜੇ ਨੇ ਸਾਰੇ ਉਹ ਪਹਿਲਾਂ ਹੀ ਅੰਗਰੇਜ਼ਾਂ ਦੇ ਅਧੀਨ ਸੀਗੇ, ਅਤੇ ਇੱਥੇ ਅੰਗਰੇਜ਼ਾਂ ਦੇ ਜਿਹੜੀਆਂ ਪ੍ਰਕਿਰਿਆਵਾਂ ਹੋਣੀਆਂ ਸੀ ਉਹਨਾਂ ਦੇ ਪ੍ਰਭਾਵ ਦੇ ਨਾਲ ਸ਼ੁਰੂ ਹੋਣੀਆਂ ਸੀ, ਉਹ ਸ਼ੁਰੂ ਹੋ ਚੁੱਕੀਆਂ ਸੀ। ਇਸ ਕਰਕੇ ਇਹ ਵੀ ਇੱਕ ਗੜਬੜ ਹੈ ਕਿ ਇਹਦੇ 'ਚ ਅਸੀਂ ਫਿਰ ਵੀ ਖੈਰ ਇਸ ਗੱਲ ਨੂੰ ਇਹ ਨਹੀਂ ਕਹਿੰਦੇ, ਕਿਉਂਕਿ ਉਹ ਵੱਖਰੇ ਤਰ੍ਹਾਂ ਦੀ ਸਟੇਟ ਸੀਗੀ। ਜਿਹੜੀ ਰਣਜੀਤ ਸਿੰਘ ਦੀ ਸਟੇਟ ਸੀ ਉਹ ਅੰਗਰੇਜ਼ਾਂ ਦੀ ਸਟੇਟ ਤੋਂ ਅਤੇ ਇੱਥੋਂ ਦੀਆਂ ਜਿਹੜੀਆਂ ਫੂਲਕੀਆਂ ਸਟੇਟ ਤੋਂ ਵੱਖਰੀ ਸਟੇਟ ਸੀ। ਉਦੋਂ ਦੇ ਸਾਹਿਤ ਨੂੰ ਅਸੀਂ ਸਟੇਟਾਂ ਦੇ ਵਿੱਚ ਵੰਡ ਕੇ ਨਹੀਂ ਦੇਖਦੇ ਹੈਗੇ। ਹੁਣ ਦੇ ਸਾਹਿਤ ਨੂੰ ਅਸੀਂ ਪਾਕਿਸਤਾਨ ਅਤੇ ਭਾਰਤ ਦੀ ਸਟੇਟ ਦੇ ਵਿੱਚ ਵੰਡ ਕੇ ਜਿਹੜੇ ਦੇਖਦੇ ਹਾਂ, ਇਹਨਾਂ ਨੂੰ ਇੱਕ ਯੂਨਿਟੀ ਦੇ ਰੂਪ ਦੇ ਵਿੱਚ ਸਮਝਣ ਦੀ ਜਿਹੜੀ ਕੋਸ਼ਿਸ਼ ਆ ਉਹ ਸੰਯੁਕਤ ਇਤਿਹਾਸਕਾਰੀ ਦਾ ਸੰਕਲਪ ਬਣਦਾ। ਅਤੇ ਜਦੋਂ ਇਹ ਸੰਕਲਪ ਬਣਿਆ ਫਿਰ ਇਹਦੇ ਵਿੱਚ ਹੋਰ ਅੱਗੇ ਜਿਹੜੀਆਂ ਜਟਿਲਤਾਵਾਂ ਵੀ ਆਈਆਂ, ਉਹਦੇ 'ਚ ਇਹ ਸਵਾਲ ਵੀ ਖੜ੍ਹਾ ਹੋ ਗਿਆ ਕਿ ਪ੍ਰਵਾਸੀ ਸਾਹਿਤ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਜੀ ਸੰਯੁਕਤ ਇਤਿਹਾਸਕਾਰੀ ਦੇ ਵਿੱਚ। ਪਰ ਮੂਲ ਰੂਪ ਦੇ ਵਿੱਚ ਸੰਯੁਕਤ ਇਤਿਹਾਸਕਾਰੀ ਦਾ ਸੰਕਲਪ ਜਿਹੜਾ ਸਾਹਮਣੇ ਆਇਆ ਉਹ ਇਸ ਲਈ ਆਇਆ ਸੀ ਵੀ ਕਿਉਂਕਿ ਜਿਹੜਾ ਪੱਛਮੀ ਪੰਜਾਬ ਹੈ ਅਤੇ ਪੂਰਬੀ ਪੰਜਾਬ ਹੈ, ਇਸ ਦਾ ਇਤਿਹਾਸ ਇੱਕ ਹੈ, ਇਸ ਦਾ ਸੱਭਿਆਚਾਰ, ਇਸ ਦੇ ਵਿੱਚ ਜਿਹੜੀਆਂ ਕਹੀਏ ਕਿ ਨਿਰੰਤਰਤਾਵਾਂ ਜ਼ਿਆਦਾ ਨੇ। ਇਸ ਕਰਕੇ ਇਹਨਾਂ ਨਿਰੰਤਰਤਾਵਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਅੱਗੇ ਇਸ ਨਿਰੰਤਰਤਾ ਨੂੰ ਹਮੇਸ਼ਾ ਆਪਣੇ ਫੋਕਸ ਦੇ ਵਿੱਚ ਰੱਖਣਾ ਚਾਹੀਦਾ, ਉਸ ਨੂੰ ਪਕੜਨਾ ਚਾਹੀਦਾ, ਇਸ ਨੂੰ ਇੱਕ ਇਕਹਿਰੇ ਪਰੰਪਰਾ ਦੇ ਰੂਪ ਦੇ ਵਿੱਚ, ਇਕਹਿਰੀ ਪਰੰਪਰਾ ਦੇ ਰੂਪ ਦੇ ਵਿੱਚ ਦੇਖਣਾ ਚਾਹੀਦਾ, ਨਾ ਕਿ ਦੋ ਪਰੰਪਰਾਵਾਂ ਦੇ ਰੂਪ ਦੇ ਵਿੱਚ, ਜਿਵੇਂ ਕਿ ਹੁਣ ਸ਼ੁਰੂ ਹੋ ਗਿਆ ਕਿ ਇੱਕ ਪਾਕਿਸਤਾਨੀ ਪੰਜਾਬੀ ਸਾਹਿਤ ਹੈ ਜੀ, ਇੱਕ ਭਾਰਤੀ ਪੰਜਾਬੀ ਸਾਹਿਤ ਹੈ। ਤਾਂ ਇਹ ਦੋ ਪਰੰਪਰਾਵਾਂ ਬਣਾਤੀਆਂ। ਇੱਕ ਪਰੰਪਰਾ ਨੂੰ ਅਸੀਂ ਵੰਡ ਦੇ ਹਵਾਲੇ ਨਾਲ ਵੰਡਤਾ, ਇਹਦਾ ਮਤਲਬ ਇਤਿਹਾਸ ਦੇ ਵਿੱਚ ਵਾਪਰੀ ਹੋਈ ਘਟਨਾ ਨੇ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਬੋਧ ਨੂੰ ਵੀ ਤਬਦੀਲ ਕਰ ਦਿੱਤਾ। ਤਾਂ ਜੇ ਅਸੀਂ ਉਸ ਨੂੰ ਐਡਰੈਸ ਕਰਨਾ ਹੋਵੇ, ਹੁਣ ਇਹਦਾ ਮਤਲਬ ਇਹ ਵੀ ਦੋ ਤਰ੍ਹਾਂ ਦੀ ਇਤਿਹਾਸਕ ਸਮਝ ਹੈ। ਇੱਕ ਇਤਿਹਾਸਕ ਸਮਝ ਮੁਤਾਬਕ ਅਸੀਂ ਪੰਜਾਬ ਨੂੰ ਭਾਰਤੀ ਰਾਸ਼ਟਰ, ਭਾਰਤੀ ਜਿਹੜੀ ਨੇਸ਼ਨ ਸਟੇਟ ਹੈ ਉਹਦੇ ਨਾਲ ਜੋੜ ਕੇ ਦੇਖਦੇ ਹਾਂ, ਅਤੇ ਦੂਸਰੀ ਸਮਝ ਮੁਤਾਬਕ ਜਿਹੜੀ ਮੈਂ ਪ੍ਰਪੋਜ਼ ਕਰਦਾ ਪਿਆ ਕਿ ਸਾਡੀ ਜਿਹੜੀ ਸਾਂਝ ਦੇ ਸੂਤਰ ਨੇ ਉਹਨਾਂ ਦੇ ਉੱਪਰ ਬਲ ਦਿੱਤਾ ਜਾਣਾ ਚਾਹੀਦਾ, ਅਤੇ ਉਸ ਲਿਹਾਜ਼ ਨਾਲ ਪੰਜਾਬੀ ਸਾਹਿਤ ਦਾ ਜਿਹੜਾ ਸੰਯੁਕਤ ਇਤਿਹਾਸ ਹੈ ਉਸ ਦੀ ਜਾਂ ਕਿ ਪੰਜਾਬੀ ਸਾਹਿਤ ਦਾ ਇਤਿਹਾਸ ਇਹੋ ਜਿਹਾ ਹੋਣਾ ਚਾਹੀਦਾ ਜਿਹਦੇ ਵਿੱਚ ਕੋਈ ਨਿਖੇੜਾ ਇਸ ਤਰ੍ਹਾਂ ਦਾ ਨਾ ਹੋਵੇ, ਜਦੋਂ ਕਿ ਪੰਜਾਬੀ ਸਾਹਿਤ ਦਾ ਇਤਿਹਾਸ ਉਹ ਹੋਵੇ। ਜੇ ਆਪਾਂ ਭਾਸ਼ਾਈ ਰੂਪ ਦੇ ਵਿੱਚ ਇੱਕਮਿਕਤਾ ਦੀ ਗੱਲ ਕਰਦੇ ਹਾਂ, ਇਹਦੇ ਵਿੱਚ ਨਾਲ ਇੱਕ ਇਹ ਵੀ ਗੱਲ ਜੋੜਨੀ ਜਾਣੀ ਚਾਹੀਦੀ ਹੈ, ਡਾਕਟਰ ਗੁਰਪਾਲ ਸਿੰਘ ਸੰਧੂ ਹੋਰੀ ਕਰਦੇ ਹੁੰਦੇ ਨੇ ਕਿ ਅਸੀਂ ਜਦੋਂ ਪੰਜਾਬੀ ਸਾਹਿਤ ਕਹਿੰਦੇ ਹਾਂ ਤਾਂ ਇਹਦੇ ਦੋ ਅਰਥ ਬਣ ਜਾਂਦੇ ਨੇ। ਡਾਕਟਰ ਰਵੀ ਨੇ ਇਸ ਗੱਲ ਵੱਲ ਆਪਣੇ ਲੇਖ ਦੇ ਵਿੱਚ ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀਆਂ ਸਮੱਸਿਆਵਾਂ ਦੇ ਬਾਰੇ ਇਸ਼ਾਰਾ ਕੀਤਾ ਸੀ ਕਿ ਜਦੋਂ ਅਸੀਂ ਪੰਜਾਬੀ ਸਾਹਿਤ ਕਹਿੰਦੇ ਹਾਂ ਤਾਂ ਅਸੀਂ ਸਿਰਫ ਪੰਜਾਬ ਵਿੱਚ ਅਤੇ ਪੰਜਾਬ ਤੋਂ ਬਾਹਰ ਰਚੇ ਜਾ ਰਹੇ ਪੰਜਾਬੀ ਭਾਸ਼ਾ ਦੇ ਵਿੱਚ ਰਚੇ ਜਾ ਰਹੇ ਸਾਹਿਤ ਨੂੰ ਹੀ ਪੰਜਾਬੀ ਸਾਹਿਤ ਕਹਿ ਰਹੇ ਹੁੰਦੇ ਹਾਂ। ਡਾਕਟਰ ਰਵੀ ਵੀ ਇਹ ਕਹਿੰਦੇ ਨੇ ਅਤੇ ਇਸ ਗੱਲ ਨੂੰ ਡਾਕਟਰ ਗੁਰਪਾਲ ਸਿੰਘ ਸੰਧੂ ਹੋਣੀ ਅਕਸਰ ਕਹਿੰਦੇ ਹੁੰਦੇ ਨੇ ਕਿ ਪੰਜਾਬੀ ਸਾਹਿਤ ਦਾ ਜਿਹੜਾ ਮਤਲਬ ਹੈ ਉਹ ਇੱਕ ਤਾਂ ਪੰਜਾਬੀ ਭਾਸ਼ਾ ਵਿੱਚ ਰਚਿਆ ਜਾ ਰਿਹਾ ਸਾਹਿਤ ਹੈ, ਇੱਕ ਪੰਜਾਬੀ ਬੰਦੇ ਵੱਲੋਂ ਕਿਸੇ ਵੀ ਹੋਰ ਭਾਸ਼ਾ ਵਿੱਚ ਰਚਿਆ ਜਾ ਰਿਹਾ ਸਾਹਿਤ ਹੈ, ਉਹਨੂੰ ਅਸੀਂ ਪੰਜਾਬੀ ਸਾਹਿਤ ਦੇ ਵਡੇਰੇ ਫਲੇਵਰ ਦੇ ਵਿੱਚ ਰੱਖ ਸਕਦੇ ਹਾਂ, ਜਿਹਦੇ ਵਿੱਚ ਸਾਨੂੰ ਪਤਾ ਕਿ ਹਿੰਦੁਸਤਾਨੀ ਜਿਹਨੂੰ ਅਸੀਂ ਉਰਦੂ ਦੇ ਵਿੱਚ ਕਹਿ ਦਿੰਦੇ ਹਾਂ, ਹਿੰਦੁਸਤਾਨੀ ਦੇ ਵਿੱਚ ਅਤੇ ਹਿੰਦੀ ਦੇ ਵਿੱਚ ਜਿਹੜੇ ਵੱਡੇ ਨਾਵਲਕਾਰ ਹੋਏ ਨੇ, ਜਿਹੜੇ ਵੱਡੇ ਗਲਪਕਾਰ ਹੋਏ ਨੇ, ਕਹਾਣੀਕਾਰ ਹੋਏ ਨੇ, ਉਹ ਪੰਜਾਬੀ ਹੋਏ ਨੇ। ਭਾਵੇਂ ਉਹ ਰਜਿੰਦਰ ਸਿੰਘ ਬੇਦੀ ਹੋਰੀ ਨੇ, ਭਾਵੇਂ ਸਾਦਤ ਹਸਨ ਮੰਟੋ ਹੋਰੀ ਨੇ, ਤਾਂ ਜਿਹੜੇ ਉਰਦੂ ਅਫਸਾਨਾ ਨਿਗਾਰ ਨੇ ਉਹ ਜ਼ਿਆਦਾਤਰ ਪੰਜਾਬੀ ਮੂਲ ਦੇ ਨੇ।
ਹੁਣ ਵੀ ਜਿਹੜੇ ਰਤਨ ਸਿੰਘ ਹੁਣੀ ਲਿਖ ਰਹੇ ਨੇ ਹੈ ਨਾ, ਉਰਦੂ ਦੇ ਵਿੱਚ ਬਹੁਤ ਸ਼ਾਨਦਾਰ ਉਹ ਕਹਾਣੀ ਗਲਪ ਰਚਨਾ ਕਰਦੇ ਨੇ, ਉਹ ਵੀ ਪੰਜਾਬੀ ਮੂਲ ਦੇ ਪੰਜਾਬੀ ਨੇ ਉਹ। ਤਾਂ ਇਹ ਜਿਹੜਾ ਇਹ ਸਾਹਿਤ ਹੈ ਇਹ ਪੰਜਾਬੀਆਂ ਵੱਲੋਂ ਰਚਿਆ ਜਾ ਰਿਹਾ ਸਾਹਿਤ ਹੈ। ਅੰਗਰੇਜ਼ੀ ਸਾਹਿਤ ਜਿਵੇਂ ਖੁਸ਼ਵੰਤ ਸਿੰਘ ਹੋਣੀ ਨੇ, ਉਹ ਪੰਜਾਬੀ ਸਾਹਿਤ ਹੈ ਜਿਹੜਾ ਉਹਨਾਂ ਦਾ ਟ੍ਰੇਨ ਟੂ ਪਾਕਿਸਤਾਨ ਨਾਵਲ ਹੈ, ਅਤੇ ਉਹਨਾਂ ਦੇ ਜਿਹੜੇ ਹੋਰ ਇਸ ਤਰ੍ਹਾਂ ਦੀਆਂ ਸਿਰਜਣਾਤਮਕ ਕਿਰਤਾਂ ਨੇ ਉਹ ਪੰਜਾਬੀ ਸਾਹਿਤ ਦੇ ਰੂਪ ਦੇ ਵਿੱਚ, ਪੰਜਾਬੀ ਬੰਦੇ ਦੀਆਂ ਸਿਰਜਣਾਵਾਂ ਦੇ ਰੂਪ ਦੇ ਵਿੱਚ ਉਹ ਉਹਨਾਂ ਨੂੰ ਸ਼ਾਮਿਲ ਕੀਤਾ ਜਾਣਾ ਚਾਹੀਦਾ। ਐਵੇਂ ਪੰਜਾਬੀ ਜਿਹੜਾ ਬੰਦਾ ਉਹ ਹਿੰਦੀ 'ਚ ਵੀ ਲਿਖਦਾ, ਤਾਂ ਉਹ ਵੀ ਇੱਕ ਤਰੀਕੇ ਨਾਲ ਪੰਜਾਬੀ ਸਾਹਿਤ ਹੈ, ਪੰਜਾਬੀ ਬੰਦੇ ਦੇ ਸਾਹਿਤ ਦੇ ਰੂਪ ਦੇ ਵਿੱਚ। ਇੱਕ ਹੋ ਗਿਆ ਪੰਜਾਬੀ ਭਾਸ਼ਾ ਵਿੱਚ ਰਚਿਆ ਜਾ ਰਿਹਾ ਸਾਹਿਤ, ਇੱਕ ਪੰਜਾਬੀ ਬੰਦੇ ਦੁਆਰਾ ਕਿਸੇ ਵੀ ਭਾਸ਼ਾ ਦੇ ਵਿੱਚ ਰਚਿਆ ਜਾ ਰਿਹਾ ਸਾਹਿਤ, ਕਿਉਂਕਿ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦੀ ਭਾਸ਼ਾਈ ਵੰਨ-ਸੁਵੰਨਤਾ ਮੁੱਢਲੇ ਦਿਨਾਂ ਤੋਂ ਰਹੀ ਹੈ, ਅਤੇ ਅਸੀਂ ਉਸ ਨੂੰ ਆਪਣੇ ਜਿਹੜੇ ਲਿਟਰੇਰੀ ਹਿਸਟਰੀ ਉਹਦੇ ਵਿੱਚ ਸ਼ਾਮਲ ਨਹੀਂ ਕਰਦੇ। ਡਾਕਟਰ ਰਵੀ ਕਹਿੰਦੇ ਨੇ ਕਿ ਅਸੀਂ ਪੰਜਾਬੀ ਸਾਹਿਤ ਦੀ ਵਿਕਾਸ ਪ੍ਰਕਿਰਿਆ ਜਾਂ ਰੂਪਾਂਤਰਨ ਪ੍ਰਕਿਰਿਆ ਨੂੰ ਸਮਝ ਨਹੀਂ ਸਕਦੇ ਜਦੋਂ ਤੱਕ ਅਸੀਂ ਇਸ ਦੇ ਆਲੇ ਦੁਆਲੇ ਰਚੇ ਜਾ ਰਹੇ ਸਾਹਿਤ ਦੇ ਨਾਲ ਇਸ ਦਾ ਦਵੰਦਾਤਮਕ ਸੰਬੰਧ ਨਹੀਂ ਬਣਾਉਂਦੇ ਜਾਂ ਨਹੀਂ ਸਮਝਦੇ ਉਸ ਨੂੰ। ਉਸ ਦੇ ਈਵਨ ਇੱਥੋਂ ਤੱਕ ਉਹ ਵੀ ਕਹਿੰਦੇ ਨੇ ਕਿ ਜਿਹੜਾ ਪੰਜਾਬੀ ਸਾਹਿਤ ਹੈ ਉਹਦੇ ਆਲੇ ਦੁਆਲੇ ਹੋਰ ਜਿਹੜੀਆਂ ਪਰੰਪਰਾਵਾਂ ਦਾ ਸਾਹਿਤ ਰਚਿਆ ਜਾ ਰਿਹਾ, ਉਹਦੇ ਨਾਲ ਵੀ ਪੰਜਾਬੀ ਸਾਹਿਤ ਦੇ ਇਤਿਹਾਸ ਦਾ ਇੱਕ ਸੰਬੰਧ ਬਣਦਾ ਹੈ। ਬੰਗਾਲੀ ਸਾਹਿਤ ਦਾ ਇੱਕ ਖਾਸ ਸੰਬੰਧ ਬਣਦਾ ਹੈ। ਜਿਵੇਂ ਪੰਜਾਬੀ ਦਾ ਜਿਹੜੇ ਨਾਵਲ ਲਿਖੇ ਗਏ ਉਹਨਾਂ ਵਿੱਚੋਂ ਇੱਕ ਨਾਵਲ ਹੈ ਜੋਤੀ ਰੁਦੈ, ਉਹਨੂੰ ਇੱਕ ਬੇਨਾਮ ਲੇਖਕ ਦਾ ਨਾਵਲ ਉਹ ਮੰਨਿਆ ਜਾਂਦਾ। ਮੇਰੀ ਇੱਕ ਵਿਦਿਆਰਥਣ ਹੈ ਸੁਹਜਦੀਪ, ਉਸਨੇ ਜੋਤੀ ਰੁਦੈ ਨੂੰ ਦੁਬਾਰਾ ਤੋਂ ਪ੍ਰਕਾਸ਼ਿਤ ਕਰਵਾਇਆ, ਅਤੇ ਉਸਨੇ ਇਸ ਸਮੱਸਿਆਕਾਰ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈ ਵੀ ਇਹ ਨਾਵਲ ਹੈ ਕੀ ਚੀਜ਼ ਹੈ। ਰੌਚਕ ਗੱਲ ਹੈ ਕਿ ਜਿਹੜਾ ਉਹਦਾ ਨਾਮ ਹੈ ਜੋਤੀ ਰੁਦੈ, ਉਹ ਬੰਗਾਲੀ ਨਾਮ ਹੈ, ਜੋਤੀ ਦਾ ਉਦੈ ਹੈ ਨਾ, ਜੋਤੀ ਦਾ ਉਦੈ ਹੋਣਾ, ਜੋਤ ਦਾ ਉਦੈ ਹੋਣਾ ਹੈ ਨਾ, ਇਹ ਬੰਗਾਲੀ ਨਾਮ ਹੈ। ਇਹਦਾ ਮਤਲਬ ਇਹ ਕਿਸੇ ਬੰਗਾਲੀ ਬੰਦੇ ਦੁਆਰਾ ਦਿੱਤਾ ਗਿਆ ਨਾਮ ਹੈ। ਨਾਵਲ ਉਹ ਪੰਜਾਬੀ ਦੇ ਵਿੱਚ ਲਿਖਿਆ ਗਿਆ। ਹਾਲੇ ਤੱਕ ਸਾਨੂੰ ਕੋਈ ਪ੍ਰਮਾਣ ਨਹੀਂ ਮਿਲਿਆ ਕਿ ਉਹ ਨਾਵਲ ਕਦੇ ਬੰਗਾਲੀ ਦੇ ਵਿੱਚ ਸੱਚੀ ਮੁੱਚੀ ਲਿਖਿਆ ਗਿਆ ਹੋਊਗਾ। ਹੁਣ ਉਹ ਨਾਵਲ ਲਿਖਿਆ ਪੰਜਾਬੀ ਦੇ ਵਿੱਚ ਗਿਆ ਹੈ, ਪਰ ਉਹਦਾ ਨਾਮਕਰਨ ਜਿਹੜਾ ਕੀਤਾ ਗਿਆ ਉਹ ਬੰਗਾਲੀ ਵਿੱਚ ਕੀਤਾ ਗਿਆ। ਇਹਦਾ ਮਤਲਬ ਕਿਸੇ ਬੰਗਾਲੀ, ਸਾਡਾ ਅਨੁਮਾਨ ਸੀਗਾ ਕਿ ਇਹ ਸ਼ਾਇਦ ਕੋਈ ਬੰਦਾ ਇਹੋ ਜਿਹਾ ਈਸਾਈ ਮਿਸ਼ਨਰੀ ਹੋਊਗਾ ਜਿਹੜਾ ਮੂਲ ਰੂਪ ਦੇ ਵਿੱਚ ਹੋ ਸਕਦਾ ਬੰਗਾਲੀ ਹੋਵੇ, ਅਤੇ ਬਾਅਦ ਦੇ ਵਿੱਚ ਉਹ ਪੰਜਾਬ ਦੇ ਵਿੱਚ ਆ ਗਿਆ ਹੋਵੇ, ਪੰਜਾਬੀ ਉਹਨੇ ਸਿੱਖੀ ਹੋਵੇ, ਗੁਰਮੁਖੀ ਸਿੱਖੀ ਹੋਵੇ, ਅਤੇ ਉਸਨੇ ਫਿਰ ਇਸ ਨਾਵਲ ਦੀ ਰਚਨਾ ਉਸਨੇ ਕੀਤੀ ਹੋਵੇ। ਤਾਂ ਬੰਗਾਲੀ ਸਾਹਿਤ ਦੇ ਨਾਲ ਬੜਾ ਸਿੱਧਾ ਤਾਲੁਕ ਬਣਦਾ, ਅਤੇ ਬੰਗਾਲੀ ਸਾਹਿਤ ਦੀਆਂ ਕੁਝ ਰਚਨਾਵਾਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਨਾਲ ਹਿੰਦੀ ਸਾਹਿਤ ਦੀਆਂ ਰਚਨਾਵਾਂ ਦੇ ਨਾਲ ਜਿਹੜੇ ਸਾਡੇ ਮੁੱਢਲੇ ਸਾਹਿਤਕਾਰ ਨੇ ਉਹ ਹਿੰਦੀ ਸਾਹਿਤ ਨੂੰ ਵੀ ਰੂਪਾਂਤਰਿਤ ਕਰਕੇ, ਅਡੈਪਟੇਸ਼ਨ ਕਰਕੇ, ਅੰਗਰੇਜ਼ੀ ਸਾਹਿਤ ਦੀਆਂ ਅਡੈਪਟੇਸ਼ਨਸ ਵੀ ਪੰਜਾਬੀ ਦੇ ਵਿੱਚ ਉਹ ਲਿਖਦੇ ਰਹੇ ਨੇ। ਬਹੁਤ ਸਾਰੇ ਰਾਜ ਰਚਨਾਕਾਰਾਂ ਦਾ ਨਾਮ ਇਸ ਤੇ, ਮੋਹਨ ਸਿੰਘ ਵੈਦ ਹੋਣੀ ਖੁਦ ਇਸ ਤਰ੍ਹਾਂ ਦੀਆਂ ਰਚਨਾਵਾਂ ਕਰਦੇ ਰਹੇ ਨੇ। ਧਨੀਰਾਮ ਚਾਤਰਿਕ ਦੀ ਇੱਕ ਰਚਨਾ ਦਾ ਪਿੱਛੇ ਜਿਹੇ ਹਵਾਲਾ ਇਸ ਤਰ੍ਹਾਂ ਦਾ ਆਇਆ ਸੀ, ਕੋਈ ਰਚਨਾ ਸੀ ਜਿਹੜੀ ਕਿ ਅਸਲ ਦੇ ਵਿੱਚ ਮੁਨਸ਼ੀ ਪ੍ਰੇਮ ਚੰਦ ਹੋਰਾਂ ਦੀ ਰਚਨਾ ਹੈਗੀ ਆ, ਉਸ ਨੂੰ ਅਡੈਪਟ ਕੀਤਾ ਹੋਇਆ ਉਹਨਾਂ ਨੇ। ਤਾਂ ਇਸ ਕਿਸਮ ਦਾ ਜਿਹੜਾ ਸੰਵਾਦ ਹੈ ਪੰਜਾਬੀ ਸਾਹਿਤ ਦਾ ਹਿੰਦੀ ਸਾਹਿਤ ਨਾਲ, ਬੰਗਾਲੀ ਸਾਹਿਤ ਨਾਲ, ਉਰਦੂ ਸਾਹਿਤ ਨਾਲ ਹਮੇਸ਼ਾ ਹੀ ਰਿਹਾ, ਅਤੇ ਪੰਜਾਬੀ ਸਾਹਿਤ ਦੀ ਧਾਰਾ ਨੂੰ ਇਹ ਪ੍ਰਭਾਵਿਤ ਕਰਦੇ ਰਹੇ ਨੇ। ਅਤੇ ਹੋਰ ਬਹੁਤ ਸਾਰੀਆਂ ਪਰੰਪਰਾਵਾਂ ਨੇ ਜਿਹੜੀਆਂ ਪੰਜਾਬੀ ਸਾਹਿਤ ਦੀ ਧਾਰਾ ਨੂੰ ਪ੍ਰਭਾਵਿਤ ਕਰਦੀਆਂ ਨੇ। ਅਸੀਂ ਜਦੋਂ ਕਹਿੰਦੇ ਹਾਂ ਕਿ ਅੰਗਰੇਜ਼ੀ ਸਾਹਿਤ ਦੇ ਵਿੱਚੋਂ ਅਸੀਂ ਕਹਾਣੀ ਜਿਹੜੀ ਹੈ, ਆਧੁਨਿਕ ਨਾਟਕ ਹੈ, ਨਾਵਲ ਹੈ, ਅਸੀਂ ਅੰਗਰੇਜ਼ੀ ਵਿਧਾਵਾਂ ਨੂੰ ਲਿਆ, ਅਤੇ ਫਿਰ ਅਸੀਂ ਅੰਗਰੇਜ਼ੀ ਸਾਹਿਤ ਦੀਆਂ ਵਿਧਾਵਾਂ ਦੇ ਵਿੱਚ ਜਾਂ ਯੂਰਪ ਦੀਆਂ ਜਿਹੜੀਆਂ ਸਾਹਿਤਕ ਪਰੰਪਰਾਵਾਂ ਨੇ ਉਹਨਾਂ ਤੋਂ ਬਿਨਾਂ ਅਸੀਂ ਪੰਜਾਬੀ ਸਾਹਿਤ ਦੀ ਜਿਹੜੀ ਤਬਦੀਲੀ ਹੈ, ਪੰਜਾਬੀ ਸਾਹਿਤ ਦੇ ਵਿੱਚ ਆਉਣ ਵਾਲੀ ਤਬਦੀਲੀ, ਉਸ ਦੀ ਵਿਆਖਿਆ ਸ਼ਾਇਦ ਨਹੀਂ ਕਰ ਸਕਦੇ। ਤਾਂ ਡਾਕਟਰ ਰਵੀ ਕਹਿੰਦੇ ਨੇ ਕਿ ਨੇੜੇ ਤੇੜੇ ਦੀਆਂ ਜਿਹੜੀਆਂ ਸਾਹਿਤਕ ਪਰੰਪਰਾਵਾਂ ਨੇ ਉਹਨਾਂ ਦੇ ਨਾਲ ਜੋੜ ਕੇ ਵੀ ਪੰਜਾਬੀ ਸਾਹਿਤ ਦੀ ਤਬਦੀਲੀ ਨੂੰ ਸਮਝਣ ਦੀ ਲੋੜ ਹੈ, ਅਤੇ ਪੰਜਾਬ ਦੇ ਵਿੱਚ ਰਚੇ ਜਾ ਰਹੇ ਹੋਰ ਭਾਸ਼ਾਵਾਂ ਦੇ ਸਾਹਿਤ ਦੇ ਨਾਲ ਜੋੜ ਕੇ ਵੀ ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਸਮਝਣ ਦੀ ਜ਼ਰੂਰਤ ਹੈ। ਅਤੇ ਮੈਂ ਹੁਣ ਇੱਥੇ ਕਹਿ ਰਿਹਾ ਕਿ ਇਕੱਲਾ ਪੰਜਾਬੀ ਭਾਰਤ ਦੇ ਵਿੱਚ ਹੀ ਨਹੀਂ, ਸਗੋਂ ਜਿਹੜਾ ਯੂਰਪੀਅਨ ਅਤੇ ਖਾਸ ਕਰਕੇ ਅੰਗਰੇਜ਼ੀ ਸਾਹਿਤ ਹੈ ਉਹਦੇ ਨਾਲ, ਅਤੇ ਫਿਰ ਅੱਗੇ ਜਾ ਕੇ ਰਸ਼ੀਅਨ ਲਿਟਰੇਚਰ, ਰੂਸੀ ਸਾਹਿਤ ਦੇ ਨਾਲ ਪੰਜਾਬੀ ਸਾਹਿਤ ਦਾ ਬਹੁਤ ਗਹਿਰਾ ਸੰਬੰਧ ਰਿਹਾ। ਅਤੇ ਪੰਜਾਬੀ ਸਾਹਿਤ ਦੇ ਵਿੱਚ ਗਲਪ ਦੇ ਵਿੱਚ ਵਾਪਰਨ ਵਾਲੀਆਂ ਤਬਦੀਲੀਆਂ ਨੂੰ ਤੁਸੀਂ ਅੰਗਰੇਜ਼ੀ ਨਾਵਲ ਤੋਂ ਵੱਖਰਾ ਕਰਕੇ, ਤੁਸੀਂ ਉਸ ਨੂੰ ਰੂਸੀ ਨਾਵਲ ਤੋਂ ਵੱਖਰਾ ਕਰਕੇ ਵੀ ਸ਼ਾਇਦ ਨਹੀਂ ਜਾਣ ਸਕਦੇ ਹੈਗੇ। ਜਿਹੜੇ ਇਹ ਪ੍ਰੇਰਕ ਨੇ ਇਹ ਵੀ ਬੜੇ ਮਹੱਤਵਪੂਰਨ ਪ੍ਰੇਰਕ ਨੇ, ਜਿਹੜੀ ਪੰਜਾਬੀ ਸਾਹਿਤ ਦੇ ਇਤਿਹਾਸ ਵਿੱਚ ਵਾਪਰਨ ਵਾਲੀਆਂ ਤਬਦੀਲੀਆਂ ਦੀ ਨਿਸ਼ਾਨਦੇਹੀ ਕਰਨ ਦੇ ਵਿੱਚ ਮਦਦਗਾਰ ਹੋ ਸਕਦੇ ਨੇ। ਲਗਭਗ 1.5 ਘੰਟਾ ਮੈਨੂੰ ਹੋ ਗਿਆ ਬੋਲਦਿਆਂ ਨੂੰ, ਅਤੇ ਮੈਂ ਆਪਣੀ ਗੱਲ ਨੂੰ ਇੱਥੇ ਹੀ ਵਿਰਾਮ ਦਿੰਦਾ, ਅਤੇ ਜੇ ਕੋਈ ਸਵਾਲ ਹੋਣਗੇ ਉਹਨਾਂ ਦੇ ਬਾਰੇ ਆਪਾਂ ਗੱਲ ਕਰ ਲਾਂਗੇ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।